ਰੋਜ਼ਾਨਾ ਦੀ ਤਰ੍ਹਾਂ ਅਸੀਂ ਹਾਜ਼ਰ ਹਾਂ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅੱਜ ਵੀ ਹੁਣ ਤੱਕ ਦੀਆਂ ਜੋ ਘਟੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ ਸਾਰੀਆਂ ਦੀ ਗੱਲਬਾਤ ਕਰਾਂਗੇ। ਚਾਹੇ ਉਹ ਇਸ ਵਕਤ ਸਿਆਸਤ ਜ਼ੋਰਾਂ 'ਤੇ ਹੋਵੇ, ਉਹ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ, ਤੇ ਚਾਹੇ ਚੰਡੀਗੜ੍ਹ ਦੇ ਵਿੱਚ ਮੁਲਾਕਾਤਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਹੋਏ ਹੋਣ। ਇਸ ਤੋਂ ਇਲਾਵਾ ਕੁਛ ਇੱਕ ਖੁਸ਼ਖਬਰੀਆਂ ਆਪਣੇ ਵੱਲੋਂ ਦੱਸ ਦਈਏ, ਪੰਜਾਬ ਸਰਕਾਰ ਤੇ ਵਿਰੋਧੀ ਉਹ ਸਾਰੇ ਕੁਛ ਦੇ ਉੱਪਰ ਕੀ ਕਹਿ ਰਹੇ ਨੇ, ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ ਮਹਾਰਾਜ, ਬਸ ਮੌਜਾਂ ਨੇ। ਆਪ ਜੀ ਦੇ ਰਾਜ 'ਚ ਕਿਰਪਾ ਆ? ਨਹੀਂ, ਮੇਰੇ ਰਾਜ 'ਚ ਤਾਂ ਕਿਰਪਾ ਹੋਣੀ ਹੈ। ਮੈਂ ਤਾਂ ਭਰਾ ਇੱਥੇ ਜੋ ਰਾਤ ਸੀ ਨਾ, ਹਾਂ, ਮੈਂ ਤੜਕੇ 'ਚ ਭਰਾ ਨੂੰ ਲੱਭਾਂ। ਇਹ ਨਹੀਂ ਕਿ ਮੈਂ ਆਲੇ ਦੁਆਲੇ ਕਿਤੇ ਲੱਭਾਂ, ਮੈਂ ਲੱਭਾਂ 2 ਬੱਸਾਂ 'ਚੋਂ, ਕਿਉਂਕਿ ਮੈਨੂੰ ਹੀ ਲੀਡਰ ਬੰਦਾ ਹੀ ਭਾ, ਨੀਤੀ ਘੜ ਆਇਆ ਭਰਾ, ਸਲਾਹਕਾਰ ਆ ਭਰਾ। ਤੇ ਜਿਹੜੀਆਂ 2 ਬੱਸਾਂ ਲੀਡਰਾਂ ਦੀਆਂ ਭਰ ਕੇ ਮੁੱਖ ਮੰਤਰੀ ਦੇ ਘਰੋਂ ਗਈਆਂ ਥਾਣੇ ਵਾਲੇ ਪਾਸੇ ਨੂੰ, ਮੈਂ ਕਿਹਾ ਭਰਾ ਵੀ ਕਿਤੇ ਉਹਦੇ ਵਿੱਚ ਦੀ ਧੌਣ ਜੀ ਕੱਢ ਕੇ ਮੁਰਦਾਬਾਦ ਮੈਨੂੰ ਲੱਗਿਆ ਜਾਣੀ ਵੀ ਮੈਂ ਕਿਹਾ ਯਾਰ ਬੰਦਾ ਪਤਾ ਨਹੀਂ ਕਿਹੜੀ ਬੱਸੇ ਝਾੜ ਦੇਣ ਲੱਗਾ ਮੈਨੂੰ। ਤੁਸੀਂ ਦੇਖੋ ਨਾ, ਤੁਸੀਂ ਤੁਹਾਡਾ ਵੈਸੇ ਕੰਮ ਸੂਦ ਨਹੀਂ ਹੋਣਾ, ਤੁਸੀਂ ਫਸ ਪਏ। ਮੇਰੇ ਵਰਗਾ ਲੀਡਰ ਚਾਹੀਦਾ ਜਿੱਥੋਂ ਦੀ ਮਰਜ਼ੀ ਨਿਕਲ ਕੇ ਮੁਰਦਾਬਾਦ ਮੁਰਦਾਬਾਦ। ਆਹੋ ਹੈ ਨਾ, ਸ਼ੀਸ਼ਾ ਭਾਵੇਂ ਇੰਨਾ ਖੁੱਲ੍ਹਾ ਹੋਵੇ, ਨਾਲ ਹੀ ਧੌਣ ਜੀ ਬਾਹਰ ਕੱਢ ਕੇ। ਦੇਖੋ ਇੱਕ ਗੱਲ ਇਹ ਵੀ ਹੈ, ਸ਼ਾਇਦ ਪਤਾ ਨਹੀਂ ਤੁਸੀਂ ਨੋਟ ਕੀਤੇ ਹੋਏ ਨਾ ਕੀਤੇ ਹੋਏ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕਰਕੇ ਨੋਟ ਹੋਣ ਲੱਗ ਪਈ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਕਿਉਂਕਿ ਜਿੱਦਾਂ ਆਪਾਂ ਮੰਨ ਲਓ TV 'ਤੇ ਵਿਖਾਉਣਾ, ਆਪਾਂ ਉਹਨਾਂ ਕੁ ਪੋਰਸ਼ਨ ਕੱਟ ਕੇ ਵਿਖਾਉਣਾ ਹੁੰਦਾ ਜਦੋਂ ਬੰਦੇ ਨੇ ਧੌਣ ਬਾਹਰ ਕੱਢ ਲਈ ਹੁੰਦੀ ਆ, ਮੁਰਦਾਬਾਦ ਮੁਰਦਾਬਾਦ 2-3 ਦਿਨਾਂ ਅਗਲਾ ਬੰਦਾ ਕਹਿ ਦਿੰਦਾ, ਅਤੇ ਉਦੋਂ ਬਾਅਦ ਕੱਟ ਕੇ ਨਾਲ ਹੀ ਫਿਰ ਆਪਣੇ ਜਿਹੜੇ ਵੀ ਖਬਰਾਂ ਵਾਲਾ ਕੋਈ ਵੀਰ ਹੋਵੇ, ਭੈਣ ਹੋਵੇ, ਉਹਨੇ ਅਗਲੀ ਗੱਲ ਕੰਟੀਨਿਊ ਸ਼ੁਰੂ ਕਰ ਦੇਣੀ ਹੁੰਦੀ ਆ ਵੀ ਹਾਂਜੀ ਉਹਨਾਂ ਨੇ ਉੱਥੇ ਮੁਰਦਾਬਾਦ ਦੇ ਨਾਅਰੇ ਵੀ ਲਾਏ ਜੀ। ਪਰ ਗੱਲ ਇਹ ਆ ਵੀ ਉਹ ਧੌਣ ਕੱਢਣ ਦਾ ਮਸਲਾ, ਉਹਦੇ ਵਿੱਚ ਦੂਜੇ ਦਾ ਮੋਢਾ ਫਸਾਉਣਾ, ਇੱਕ ਰਹਿਣਾ ਵੀ ਤੂੰ ਕਿੱਦਾਂ ਫੋਟੋ ਲਾ ਗਿਆ, ਮੇਰੀ ਵੀ ਫੋਟੋ ਪਹਿਲਾਂ। ਤੁਸੀਂ ਅਸਲ ਮਜ਼ਾ ਤੇ ਉਹ ਵੇਖਣ ਦਾ ਆਉਂਦਾ। ਦੇਖੋ ਸੰਧਾਲੀਆ ਸਾਹਿਬ, ਜੇ ਨਾ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿਤੇ ਮੌਕਾ ਮਿਲੇ, ਅੱਜ ਦੇ ਕਾਂਗਰਸੀਆਂ ਦੀ ਵੀਡੀਓ ਦੇਖ ਲਓ, ਇਹ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਹੁੰਦੀ ਉਹਨਾਂ ਦੇਖ ਲਓ, ਅਕਾਲੀ ਦਲ ਵਾਲੇ ਵੀ ਵਿਰੋਧੀ ਧਿਰ ਸੀ, ਉਹਨਾਂ ਦੇ ਜਿਹੜੀ ਵੀ ਧਿਰ ਵਿਰੋਧੀ ਹੋਵੇ, ਉਹ ਜਦੋਂ ਧਰਨਾ ਲਾਉਂਦੇ ਆ ਨਾ, ਬੜੀ ਜਾਣੀ ਲੀਡਰਾਂ ਨੂੰ ਮੁਸ਼ਕਲਾਂ ਥੋੜ੍ਹੀਆਂ ਨਹੀਂ ਸੰਧਾਲੀਆ ਸਾਹਿਬ, ਜਿੰਨੀਆਂ ਚੁਣੌਤੀਆਂ ਨਾਲ ਮੱਥਾ ਸਾਡਾ ਲੀਡਰ ਭਾਈਚਾਰਾ, ਤੁਹਾਡੇ ਕਰਕੇ ਮੈਨੂੰ ਸਾਡਾ ਹੀ ਲੱਗਦਾ ਹੁਣ। ਨਹੀਂ ਲਾਉਣਾ ਵੀ ਚਾਹੀਦਾ, ਹੁਣ ਲੀਡਰ ਹੋ ਗਏ ਤੁਸੀਂ ਕੈਨੇਡੀਅਨ ਲੀਡਰ ਹੋ ਗਏ। ਤੇ ਸੰਧਾਲੀਆ ਸਾਹਿਬ, ਉਹ ਤੁਸੀਂ ਦੇਖੋ ਕਿ ਪਹਿਲਾਂ ਤਾਂ ਧਰਨਾ ਲਾਉਣਾ, ਉੱਥੇ ਹੁੰਦਾ ਕਿ ਘੱਟੋ ਘੱਟ ਧਰਨੇ ਦੇ ਦਰੀ ਤੇ ਮੂਹਰੇ ਜਿਹੜੇ ਬੰਦੇ ਬੈਠੇ ਉਹਨਾਂ ਦੇ ਵਿੱਚ ਹੋਵੇ, ਜੇ ਧਰਨੇ ਵਾਲੀ ਫੋਟੋ ਅਖਬਾਰ 'ਚ ਛਪੇ, TV ਤੇ ਲੱਗੇ, ਤਾਂ ਉਹਦੇ ਵਿੱਚ ਵੀ ਆਏ ਵੀ ਆਹ ਬੰਦੇ ਬੈਠੇ ਜੇ, ਕਿਉਂਕਿ ਉਹ ਹੁੰਦਾ ਇਸ ਪਾਰਟੀ ਨੇ ਦਿੱਤਾ ਧਰਨਾ, ਉੱਥੇ ਆਹ ਲੀਡਰ ਤਸਵੀਰ ਦੇ ਵਿੱਚ ਨਜ਼ਰ ਆਏ, ਅਤੇ ਹੋਰ ਪਏ, ਅਤੇ ਹੋਰ 'ਚ ਨਾ ਕਿਤੇ ਰਗੜੇ ਜਾਈਏ। ਦੂਸਰਾ, ਉਹਦੇ ਤੋਂ ਬਾਅਦ ਜਦੋਂ ਬੱਸਾਂ ਆਣ ਕੇ ਲੱਗ ਗਈਆਂ ਪਿੱਛੇ, ਉਹਨਾਂ ਨੂੰ ਪਤਾ ਕਿ ਭਾਈ ਹੁਣ ਬੱਸਾਂ ਆਣ ਕੇ ਲੱਗ ਗਈਆਂ ਤੇ ਇਹਦੇ ਵਿੱਚ ਚੜ੍ਹਨਾ ਹੀ, ਉੱਥੇ ਵੀ ਇੱਕ ਬਹੁਤ ਵੱਡਾ ਹੁੰਦਾ। ਇੱਕ ਤਾਂ ਪਹਿਲੇ ਟਾਈਮ ਨਹੀਂ ਕੁੜਤਾ ਝਾੜ ਕੇ ਬਹੁਤੇ ਬੰਦੇ ਆਪ ਹੀ ਖੜੇ ਹੋ ਜਾਂਦੇ ਤੇ ਹੁਣ ਬੱਸ 'ਚ ਬਹਿਣਾ। ਉੱਥੇ ਵੀ ਬਹੁਤ ਵੱਡੀ ਇੱਕ ਦਿੱਕਤ ਹੁੰਦੀ ਕਿ ਲੱਤਾਂ ਨਹੀਂ ਵਸਾਉਂਦੇ ਜਾਣਾ, ਜਦੋਂ 2 ਜਣੇ ਨੇ ਇੱਦਾਂ, ਉਹਨਾਂ ਨੇ ਵੀ ਕੋਈ ਬਹੁਤਾ ਘੁੱਟ ਕੇ ਨਹੀਂ ਫੜੇ ਹੁੰਦੇ। ਇਹ ਧੱਕਾ ਕਰ ਰਿਹਾ ਜੀ, ਇਹ ਧੱਕਾ ਕਰ ਰਿਹਾ, ਧੱਕੇ ਦਾ ਜਵਾਬ ਅਸੀਂ ਦਿਆਂਗੇ, ਇਹ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਆ। ਪਹਿਲਾਂ ਇਹ ਨਾ ਲੱਤਾਂ ਨਹੀਂ ਵਸਾਉਣੀਆਂ, ਕੋਸ਼ਿਸ਼ ਕਰਨੀ ਆ ਕਿ ਸਭ ਤੋਂ ਬਾਅਦ ਵਿੱਚ ਅਸੀਂ ਬੱਸ 'ਚ ਚੜ੍ਹੀਏ। ਇਸ ਕਰਕੇ ਨਹੀਂ ਕਿ ਸੰਘਰਸ਼ ਜ਼ਿਆਦਾ ਕਰਨਾ, ਫਿਰ ਤਾਕੀ 'ਚ ਖੜੇ ਹੋਣ ਦਾ ਮੌਕਾ ਮਿਲਦਾ, ਤੇ ਸਾਰੇ ਪੱਤਰਕਾਰਾਂ ਦੇ ਮਾਈਕ ਉੱਥੇ ਹੁੰਦੇ ਆ, ਤੇ ਕਈ ਵਾਰੀ ਨਾ ਸੂਤ ਲੱਗੇ ਅਗਲੇ ਚੱਕ ਕੇ, ਕਈ ਵਾਰੀ ਮੇਰੇ ਵਰਗਾ ਹਲਕਾ ਜਿਹਾ ਬੰਦਾ ਹੁੰਦਾ, ਉਹਨੂੰ ਟਾਈਮ ਨਾਲ ਉੱਥੇ ਰੱਖ ਦੇਣ ਬੱਸ ਦੇ ਵਿੱਚ, ਉਹਨੇ ਫਿਰ ਦੋਨੇ ਪਾਸਿਓਂ ਕੁੰਡੇ ਜਿਹਾ ਫਸਾ ਲੈਣੇ ਆ, ਬਾਕੀ ਨੇ ਕਹਿਣਾ ਚੱਲ ਅੰਦਰ, ਕਹਿੰਦਾ ਜੇ ਮੈਂ ਅੰਦਰ ਚਲਾ ਗਿਆ ਤਾਂ ਫਿਰ ਫੋਟੋ ਤੇਰੀ ਆ ਜਾਣੀ ਆ। ਯਾਨੀ ਉੱਥੇ ਜਿਹੜੀ ਜਦੋਜਹਿਦ ਹੁੰਦੀ ਹੈ ਨਾ, ਜਿਹੜਾ ਤਾਂ ਤਾਕੀ 'ਚ ਖੜ ਜਾਂਦਾ ਉਹ ਤਾਂ ਫਿਰ ਚੌੜਾ ਹੋ ਫਿਰਦਾ ਹੁੰਦਾ, ਜਿਹੜਾ ਫਿਰ ਪਹਿਲਾਂ ਹੀ ਜਾ ਕੇ ਪਰਲੇ ਪਾਸੇ ਸੀਟ ਤੇ ਬੈਠਾ ਹੁੰਦਾ, ਉਹ ਫਿਰ ਕਹਿੰਦਾ ਅਗਲੀ ਵਾਰੀ ਦੱਸੂਗਾ। ਉਹ ਜੋ ਵੀ ਹੈ WhatsApp ਪਰ ਕਾਰਨ ਹੈ ਵੀ ਮਿਹਨਤ ਤੇ ਕਰਨੀ ਪੈਂਦੀ ਯਾਰ, ਬਹੁਤ ਮਿਹਨਤ ਕਰ ਲਈ। ਹੁਣ ਤੁਸੀਂ ਮਤਲਬ ਲੀਡਰਾਂ ਦੀ, ਯਾਨੀ ਕਿ ਸਾਡੇ ਭਾਈਚਾਰੇ ਦੀ ਮਿਹਨਤ ਨੂੰ ਮਿਹਨਤ ਨਹੀਂ ਗਿਣਦੇ। ਮੈਂ ਤੁਸੀਂ ਇਹ ਦੇਖੋ ਰਗੜਾਂ ਲੱਗ ਜਾਂਦੀਆਂ ਨੇ ਕਈ ਵਾਰ, ਮਤਲਬ ਕੁੜਤੇ ਨੂੰ ਤੁੰਬ ਲੱਗ ਜਾਂਦੀ ਸਰਕਾਰੀ ਬੱਸ ਦੀ। ਤੁਹਾਨੂੰ ਪਤਾ ਹੈ ਵੀ ਕੀ ਪਤਾ ਕਿੱਥੋਂ ਕਿੱਲ ਕਾਬਲ ਨਿਕਲਿਆ। ਤਰੀਕਾ ਹੈਗਾ ਮੇਰੇ ਕੋਲ। ਮੈਂ ਕਹਿੰਦਾ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚਾਹੇ ਸਰਕਾਰੀ ਧਿਰ ਵੱਲੋਂ ਤੇ ਚਾਹੇ ਵਿਰੋਧੀ ਧਿਰ ਵੱਲੋਂ ਕੋਈ ਬੰਦਾ ਉੱਥੇ, ਸਾਨੂੰ ਰਫੂ ਕਰਨ ਦਾ ਵੀ ਖਰਚਾ ਦਿਆ ਕਰੋ। ਸਾਡੇ ਰਫੂ ਕਰਕੇ ਥੋੜਾ ਲੀੜੇ ਪਾਵਾਂਗੇ। ਤੁਸੀਂ ਦੇਖੋ ਵੀ ਮਹਿੰਗਾ ਲੀੜਾ ਹੁੰਦਾ, ਹਜ਼ਾਰਾਂ ਦੇ ਕੁੜਤੇ ਪਜਾਮੇ ਬਣਦੇ ਅੱਜ ਕੱਲ੍ਹ, ਵੇਖਣ ਨੂੰ ਸਾਦਾ ਲੱਗਦਾ ਯਾਰ, ਸਾਦਾ ਜਿਹਾ ਕੁੜਤਾ ਪਜਾਮਾ, ਉਹ ਤੇ ਜਦੋਂ ਉਸ ਕੱਪੜੇ ਦਾ ਤੇ ਉਸ ਦਰਜੀ ਦਾ ਤੁਸੀਂ ਰੇਟ ਪੁੱਛਣ ਜਾਓ ਤੇ ਫਿਰ ਬੰਦਾ ਕਹਿੰਦਾ ਉਹ ਤੇਰਾ ਭਲਾ ਜੀ ਯਾਰ, ਇਹ ਤੇ ਸਾਰੇ ਟੱਬਰ ਦੇ 4 ਨਹੀਂ ਬਣ ਜਾਣੇ ਸੀ ਇੱਕੋ ਕੁੜਤੇ ਪਜਾਮੇ ਦੇ ਰੇਟ 'ਚ। ਇਹ ਗੱਲ ਠੀਕ ਹੈ। ਮੁੜ ਕੇ ਨਾ ਕਿੱਦਾਂ ਆਰਾਮ ਨਾਲ ਜਦੋਂ ਪੱਤਰਕਾਰ ਪਰੇ ਹੁੰਦੇ, ਫਿਰ ਆਰਾਮ ਨਾਲ ਬੈਠੇ ਹੁੰਦੇ ਸਾਰੇ, ਜਿੱਦਾਂ ਪੱਤਰਕਾਰ ਫਰੇ ਹੁੰਦੇ ਫਿਰ ਸਾਰੇ ਅਗਰੈਸਿਵ ਹੋ ਜਾਂਦੇ ਆ। ਚੁੰਬਕ ਨਹੀਂ ਹੁੰਦਾ ਕਿ ਇੱਕ ਪਾਸਾ ਤਾਂ ਕੜਕ ਕਰਕੇ ਨਾਲ ਜੁੜ ਜਾਂਦਾ, ਤੇ ਛੋਟੇ ਹੁੰਦੇ ਚੁੰਬਕ ਨਾਲ ਖੇਡਦੇ ਹੁੰਦੇ ਸੀ, ਇੱਕ ਪਾਸੇ ਨਾਲ ਮਾੜਾ ਜਿਹਾ ਕਰਨਾ, ਚੁੰਬਕ ਨੇ ਮੂਹਰੇ ਦੌੜਨਾ। ਦੇਖੋ ਤੁਹਾਡੇ ਆਮ ਲੋਕਾਂ 'ਚ ਤੇ ਸਾਡੇ ਲੀਡਰਾਂ 'ਚ ਬਹੁਤ ਫਰਕ ਹੈ, ਉਹ ਮੈਂ ਕਲੀਅਰ ਕਰਨਾ ਗਾ। ਅੱਛਾ, ਆਮ ਲੋਕਾਂ ਦੇ ਉੱਪਰ ਜਦੋਂ ਕੈਮਰਾ ਆਉਂਦਾ ਨਾ, ਉਹ ਗੁਲਾਬ ਜਾਮਨ ਨੂੰ ਖਾਂਦੇ ਖਾਂਦੇ ਐਂ ਕਰ ਲੈਂਦੇ ਆ,
ਆਪਾਂ ਜਿਹੜੀ ਅੱਖ ਵੀ ਨਹੀਂ ਝਮਕਣੀ। ਤੁਸੀਂ ਵਿਆਹਾਂ ਦੀਆਂ ਮੂਵੀਆਂ ਵੇਖ ਲਓ ਇਦਾਂ ਹੀ ਕਰਦੇ। ਇਦਾਂ ਹੀ ਸਾਡੇ ਵਾਲਾ ਕੰਮ ਹੁੰਦਾ ਵੀ ਵੈਸੇ ਉਹਨੇ ਬੈਠੇ ਰਹਿਣਾ ਵੀ ਯਾਰ ਕੀ ਕਰਨਾ, ਕੁਛ ਨਹੀਂ ਯਾਰ ਕੈਮਰਾ ਹੈ ਨਹੀਂ ਕਿਤੇ ਕੁਛ ਕਰੀਏ, ਕਹਿੰਦਾ ਉਹ ਤੁਰਿਆ ਆਉਂਦੇ, ਅੱਛਾ ਚੱਲ ਆ ਲੈਣਾ ਦੇ ਫਿਰ ਠੀਕ ਲੱਗਦਾ ਆਪਣੇ ਵਾਲੀ ਆਉਂਦੇ, ਲੈ ਫਿਰ ਨਾਲ ਹੀ ਤਿਆਰੀ ਵੀ ਮੁਰਦਾਬਾਦ। ਇਹ ਫਰਕ ਆ। ਨਹੀਂ ਫਰਕ ਨਹੀਂ ਹੈਗਾ ਤਾਂ ਹੈ। ਉਹਨਾਂ ਨੇ ਕਹਿਣਾ ਜਾਮ ਨੂੰ ਬਹੁਤ ਸਵਾਦ ਆ, ਲਿਆਓ ਵੀ 2 ਹੋਰ ਲਿਆਓ, ਬਹਾਨੇ ਜਾਂ 2 ਹੋਰ ਖਾ ਲੈਣੇ। ਅੱਛਾ ਗੱਲ ਇਹ ਆ ਵੈਸੇ ਸੰਧਾਲੀਆ ਸਾਹਿਬ ਸਰ ਹਾਂ ਠੀਕ ਲੱਗਿਆ ਮੈਨੂੰ। ਤੇ ਤੁਸੀਂ ਵਿਰੋਧੀ ਧਿਰ ਚ ਲੱਗਦੇ ਜਿਹੜਾ ਅੱਜ ਕੱਲ੍ਹ ਸਰ ਕਹਿ ਗੱਲ ਕਰਦੇ। ਨਹੀਂ ਮੈਨੂੰ ਇਹ ਸੀ ਵੀ ਕੀ ਕਰੀਏ, ਚਲੋ ਕੋਈ ਗੱਲ ਕੀ ਕਰੀਏ, ਮਜਬੂਰੀ ਸੀ, ਕੁਰਸੀ ਛੱਡਣ ਨੂੰ ਕਿਹਦਾ ਜੀ ਕਰਦਾ, ਹਾਰਨ ਨੂੰ ਕਿਹਦਾ ਜੀ ਕਰਦਾ। ਸੰਧਾਲੀਆ ਸਾਹਿਬ ਮੈਂ ਸੋਚਦਾ ਸੀਗਾ ਵੀ ਤੁਹਾਡੇ ਲਈ ਗੁਲਾਬ ਜਾਮੁਨ ਨੂੰ ਖਾਣਾ ਤਾਂ ਬਹੁਤ ਹੀ ਸੌਖਾ ਹੋਣਾ, ਜਿੱਥੇ ਏਡੇ ਏਡੇ ਦਰਖਤ ਲੰਘ ਜਾਂਦੇ ਆ। ਗੁਲਾਬ ਜਾਮੁਨ ਨੂੰ ਤਾਂ ਫਿਰ ਠੀਕ ਹੀ ਹੋਣਾ। ਹਾਂ ਨਹੀਂ ਉਹ ਤਾਂ ਗੱਲ ਹੈਗੀ ਦੇਖੋ, ਪਰ ਵੈਸੇ ਮਿੱਠਾ ਡਾਕਟਰ ਨੇ ਰੋਕਿਆ, ਉਹ ਕਹਿੰਦੇ ਜੀ ਮਿੱਠਾ ਰੋਕ ਕੇ ਚਾਹ ਠੋਕ ਕੇ, ਆਹ ਪੱਤੀ ਠੋਕ ਕੇ, ਪੱਤੀ ਠੋਕ ਕੇ। ਚਲੋ ਹੁਣ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਵੈਸੇ ਸੰਧਾਲੀਆ ਸਾਹਿਬ ਮੈਨੂੰ ਐਂ ਲੱਗਿਆ ਕਿ ਇੱਕ ਦਿਨ ਪੰਜਾਬ ਦੇ ਲੋਕਾਂ ਦਾ ਹੋਰ ਖਰਾਬ ਹੋ ਗਿਆ। ਉਹ ਕੁਛ ਲੀਡਰਾਂ ਨੇ ਕਰ ਦਿੱਤਾ, ਕੁਛ ਆਪਾਂ ਕਰ ਦਿੱਤਾ, ਰਲ ਮਿਲ ਕੇ ਸਾਰਿਆਂ ਨੇ। ਤੁਸੀਂ ਇਹ ਦੇਖੋ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਖੇਤੀ, ਉਹਦੇ ਤੋਂ ਬਾਅਦ ਅਗਲਾ ਮੁੱਦਾ ਜਿਹੜਾ ਉਦਯੋਗ, ਫਿਰ ਸਾਡੇ ਬੱਚਿਆਂ ਦੀ ਪੜ੍ਹਾਈ, ਫਿਰ ਹੈਲਥ ਸਿਸਟਮ, ਕਿੰਨਾ ਕੁਛ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਦੇ ਤੋਂ ਬਾਅਦ ਇਨਸਾਫ ਦੀ ਮੰਗ ਜੇ ਚੱਲਣੀ ਆ, ਤੇ ਸਾਡੇ ਲੀਡਰ ਚਰਚਾ ਕਾਹਦੇ ਤੇ ਕਰਦੇ ਆ, ਜਾਣੀ ਪੰਜਾਬ ਦਾ ਪੂਰੇ 24 ਘੰਟੇ। ਅਜੇ ਇੱਕ ਦਿਨ ਪਹਿਲਾਂ ਅੰਤਮ ਅਰਦਾਸ ਹੋਈ ਹੈ ਬੰਦੇ ਦੀ, ਤੇ ਹੁਣ ਮੁੱਦਾ ਕੀ ਸੀ ਕਿ ਕੀ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੀ ਜਾਂ ਨਹੀਂ। ਯਾਨੀ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਹੋਏ ਬੰਦੇ ਨੇ ਰਾਜਾ ਵੜਿੰਗ ਸਾਹਿਬ, ਪ੍ਰਤਾਪ ਸਿੰਘ ਬਾਜਵਾ ਸਾਹਿਬ, ਡਾਕਟਰ ਰਾਜਕੁਮਾਰ ਚੱਬੇਵਾਲ। ਇਧਰਲੇ ਪਾਸੇ ਜੇ ਆਪਾਂ ਆ ਜਾਈਏ ਤਾਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ, ਕਾਂਗਰਸ ਦੇ ਬਹੁਤੇ ਚੁਣੇ ਹੋਏ ਐਮਐਲਏ ਉੱਥੇ ਸੀ। ਉਹਨਾਂ ਨੂੰ ਲੱਖਾਂ ਲੋਕਾਂ ਨੇ ਵੋਟਾਂ ਪਾਈਆਂ ਸੀ, ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਸਤਿਕਾਰ ਕਰਦੇ ਉਹਨਾਂ ਦਾ। ਮੋਰਲੇ ਪਾਸੇ ਭਗਵੰਤ ਮਾਨ ਹੋਰੀ ਨੇ, ਸੰਗਰੂਰੋਂ 2 ਵਾਰੀ ਦੇ ਐਮਪੀ, ਐਤਕੀ ਧੂਰੀ ਤੋਂ ਐਮਐਲਏ, ਤੇ ਸੁੱਖ ਨਾਲ ਮੁੱਖ ਮੰਤਰੀ, ਤੇ 92 ਐਮਐਲਏ ਉਹਨਾਂ ਦੇ ਨਾਲ ਨੇ। ਉਹਨਾਂ ਨੂੰ ਵੀ ਲੱਖਾਂ ਕਰੋੜਾਂ ਲੋਕਾਂ ਨੇ ਵੋਟਾਂ ਪਾਈਆਂ। ਦੋਨਾਂ ਧਿਰਾਂ ਦੇ ਵਿੱਚੋਂ ਇੱਕ ਧਿਰ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਵਰਤਣਾ ਪੈਣਾ, ਝੂਠ ਬੋਲਦੀ ਹੈ ਇੱਕ ਧਿਰ। ਤੇ ਸਾਰਾ ਦਿਨ ਪੰਜਾਬ ਦੇ ਲੋਕਾਂ ਦਾ ਇਸੇ ਗੱਲ ਤੇ ਲੱਗ ਗਿਆ, ਕੀ ਮੁੱਖ ਮੰਤਰੀ ਸਾਹਿਬ ਨੇ ਸਮਾਂ ਦਿੱਤਾ ਸੀ ਜਾਂ ਕਾਂਗਰਸੀ ਬਿਨਾਂ ਸਮਾਂ ਲਿਆ ਉੱਥੇ ਚਲੇ ਗਏ, ਤੇ ਹੁਣ ਕਹਿੰਦੇ ਜੀ ਸਾਨੂੰ ਸਮਾਂ ਦਿੱਤਾ ਸੀ। ਇਹਦਾ ਮਤਲਬ ਹੈ ਕਿ ਲੋਕਾਂ ਦੀ ਚੋਣ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਹੈਗੀ ਹੈ, ਜਾਂ ਉਧਰ ਜਾਂ ਉਧਰ। ਪਰ ਇੱਕ ਗੱਲ ਹੈ ਨਾ, ਚਲੋ ਸਮਾਂ ਭਾਵੇਂ ਦਿੱਤਾ ਸੀ ਭਾਵੇਂ ਨਹੀਂ ਦਿੱਤਾ ਸੀ, ਗੱਲ ਇਹ ਆ ਵੀ ਇਹ ਜਿਹੜਾ ਮਸਲਾ ਉਹ ਕਹਿੰਦੇ ਵੀ ਇਹਨਾਂ ਨੇ ਚੁੱਕਿਆ ਸੀਗਾ ਉਹ ਮਾੜਾ ਸੀ, ਆਮ ਆਦਮੀ ਪਾਰਟੀ ਵਾਲਿਆਂ ਦੇ। ਜਿਹੜਾ ਉਹ ਕਹਿੰਦੇ ਵੀ ਅਸੀਂ ਸਮਾਂ ਲੈ ਕੇ ਤੇ ਜਾਂ ਗੱਲ ਕਰਨ ਆਏ ਸੀ, ਉਹ ਤੋਂ ਇੰਪੋਰਟੈਂਟ ਮੁੱਦਾ ਹੀ ਕੋਈ ਨਹੀਂ ਹੈਗਾ। ਪਰ ਜੋ ਕੁਝ ਵੀ ਸੀਗਾ ਉਹ ਸਾਰਾ ਕੁਝ ਰੁਲ ਗਿਆ। ਗੱਲ ਤੁਹਾਡੀ ਠੀਕ ਆ ਵੀ ਉਹ ਇਸੇ ਚੱਕਰ 'ਚ ਹੀ ਰਹਿ ਗਿਆ ਵੀ ਮੁਲਾਕਾਤ ਦਾ ਸਮਾਂ ਸੀ ਕਿ ਨਹੀਂ ਸੀ ਜੀ। ਪਰ ਚਲੋ ਜੋ ਵੀ ਆ, ਇੱਕ ਗੱਲ ਤੇ ਹੈਗੀ ਆ ਵੀ ਜਿਹੜੀਆਂ ਇਹੋ ਜਿਹੀਆਂ ਮੂਵਮੈਂਟਸ ਹੁੰਦੀਆਂ ਉਦੋਂ ਫਿਰ ਉਹਨਾਂ ਦਾ ਐ ਮੌਕੇ 'ਤੇ ਜਾ ਕੇ ਗੱਲ ਕਰਾਂਗੇ। ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੌਕਾ ਮਿਲ ਗਿਆ, ਹੋਇਆ ਬੱਲੇ ਤੁਹਾਡੇ ਇੱਦਾਂ ਹੀ ਹੋਣੀ ਹੈ। ਆਪਣੇ ਮੁੱਖ ਮੰਤਰੀ ਨਾਲ ਤੁਸੀਂ ਮਿਲ ਜਾਂਦੇ, ਉਹਨੂੰ ਤਾਂ ਤੁਹਾਨੂੰ ਮਿਲਣ ਦਾ ਟਾਈਮ ਹੈ ਨਹੀਂ, ਤੇ ਹੁਣ ਦੂਸਰੇ ਮੁੱਖ ਮੰਤਰੀ ਨੂੰ ਤੁਸੀਂ ਕਹਿੰਦੇ ਐਂ ਟਾਈਮ ਮਿਲ ਗਿਆ, ਤੁਸੀਂ ਕਮਾਲ ਕਰਦੇ ਹੋ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਮੌਜੂਦਾ ਮੁੱਖ ਮੰਤਰੀ ਦੀ ਨੀਤੀ ਠੀਕ ਨਹੀਂ। ਤੇ ਪਹਿਲਾਂ ਤਾਂ ਠੀਕ ਸੀ। ਮੈਂ ਉਹੀ ਦੱਸਣ ਲੱਗਿਆ ਨਾ, ਤੁਸੀਂ ਦੇਖੋਗੇ ਉੱਥੇ ਕੰਮ ਕਲੀਅਰ ਸੀ, ਕੋਈ ਮੁਲਾਕਾਤ ਦਾ ਸਮਾਂ ਮੰਗਦੇ ਨਹੀਂ, ਪਤਾ ਮਿਲਣਾ ਹੀ। ਇਹ ਗੱਲ ਠੀਕ, ਕੋਈ ਜਾਂਦਾ ਹੀ ਨਹੀਂ ਸੀ, ਕਿਉਂਕਿ ਅਸੀਂ ਕੋਲੋਂ ਨਹੀਂ ਕਹਿੰਦੇ। ਕਿੰਨੇ ਐਮਐਲਏ ਸੀ, ਇੱਕ ਵਾਰੀ 4-5 ਨੇ ਇਕੱਠੇ ਪ੍ਰੈਸ ਕਾਨਫਰੰਸ ਕੀਤੀ ਹੈ, ਕਹਿੰਦੇ ਜੀ ਮੈਂ 8-9 ਵਾਰੀ ਮੂਹਰੇ ਓਐਸਡੀ ਸਾਹਿਬ ਬੈਠੇ, ਉਹਨਾਂ ਦਾ ਜਾ ਕੇ ਮਿੰਤ ਤਰਲਾ ਕੀਤਾ, ਜੀ ਮੈਨੂੰ ਇੱਕ ਵਾਰੀ ਮਿਲ ਲੈਣ ਦਿਓ, ਮੈਂ ਤਾਂ ਸੁੱਖ ਨਾਲ ਉਹਨਾਂ ਦੇ ਜ਼ਿਲ੍ਹੇ ਦਾ। ਉਹ ਕਹਿੰਦੇ ਮੂਹਰੇ ਹੂੰ-ਹਾਂ ਕਰਕੇ ਤੋਰ ਦਿੰਦੇ ਸੀ। ਇੱਕ ਮੰਤਰੀ ਸਾਹਿਬ ਕਹਿੰਦੇ ਸੀ ਮੈਂ ਅਫਸਰ ਦੀ ਗੱਡੀ 'ਚ ਬੈਠ ਕੇ ਗਿਆ। ਉਹੀ ਮੈਂ ਕਹਿੰਦਾ ਵੀ ਅੱਜ ਵਾਲੇ ਧਰਨੇ 'ਚ ਸੀਗੇ, ਉਹ ਕਹਿੰਦੇ ਯਾਰ ਗੱਲ ਬਣੇ ਨਾ, ਮੈਂ ਫਿਰ ਇੱਕ ਅਫਸਰ ਦੀ ਗੱਡੀ 'ਚ ਬਹਿ ਕੇ ਅੰਦਰ ਗਿਆ, ਲੋਕ ਕੇ ਅੰਦਰ ਨਹੀਂ ਜਾਣ ਦਿੰਦੇ। ਸੋ ਗੱਲ ਇਹ ਹੈ ਵੀ ਇੱਥੇ ਤੇ ਬਿਲਕੁਲ ਭਗਵੰਤ ਮਾਨ ਸਾਹਿਬ ਗਲਤ ਨੇ ਵੀ ਉਹ ਮਿਲਦੇ ਨੇ ਲੋਕਾਂ ਨੂੰ। ਹੁਣ ਇਹ ਉਸੇ ਚੱਕਰ ਦੇ ਵਿੱਚ ਹੋ ਸਕਦਾ ਉਹਨਾਂ ਨੇ ਸੋਚਿਆ ਵੀ ਯਾਰ ਜੇ ਬੰਦਾ ਮਿਲਦਾ ਤੇ ਫਿਰ ਮਿਲ ਹੀ ਪਊਗਾ। ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਵੀ ਵੀਰ ਆਪਾਂ ਮਿਲਣਾ ਜਾਂ ਫਿਰ ਆਪਾਂ ਪਹਿਲੇ ਹਿਸਾਬ ਨਾਲ ਹੀ ਚੱਲਣਾ ਵੀ ਇੱਦਾਂ ਕਿੱਦਾਂ। ਉਹ ਕਹਿੰਦੇ ਵੀ ਕਦੀ ਕਦੀ ਮਿਲਾਂਗੇ, ਜਾਂ ਤੇ ਉਦੋਂ ਦਾਵਤ ਰੱਖੀ ਜਾਊਗੀ ਜਾਂ ਫਿਰ ਕੋਈ ਦਿਨ ਤਿਆਰ ਹੋਊਗਾ। ਦਿਨ ਤਿਆਰ। ਬਾਕੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਕਿ ਸਮਾਂ ਦੇ ਦਿਆ ਕਰੋ, ਉਦੋਂ ਹੀ ਦੇ ਦਿਆ ਕਰੋ। 5-7 ਮਿੰਟ ਕੱਢ ਕੇ ਇਹਨਾਂ ਨੂੰ ਸਮਾਂ ਦੇ ਦਿੱਤਾ। ਉਹਦਾ ਕਾਰਨ ਕੀ ਆ ਕਿ ਥੋੜੇ ਬੰਦੇ ਨੇ ਉਹ, ਜਾਣੀ ਕਿ ਇਹ ਨਹੀਂ ਹੈ ਕਿ ਬਾਰ-ਬਾਰ ਸਾਰਿਆਂ ਨੇ ਆਈ ਜਾਣਾ ਤੇ 92 ਤੁਹਾਡੇ ਨੇ, 117 ਦੇ ਵਿੱਚੋਂ ਬਾਕੀ ਉਹਨਾਂ ਦੇ ਆ। ਇੱਕ ਵਾਰੀ ਅਕਾਲੀ ਦਲ ਵਾਲੇ ਆ ਜਾਣਗੇ, ਉਹਨਾਂ ਨੂੰ ਵੀ ਦਿਓ ਸਮਾਂ, ਕਾਂਗਰਸੀਆਂ ਨੂੰ ਵੀ ਦਿਓ, ਕੋਈ ਗੱਲ ਨਹੀਂ, ਕੁਛ ਨਹੀਂ ਫਰਕ ਪੈਂਦਾ। ਜੇ 5-7 ਮਿੰਟ ਦਾ ਸਮਾਂ ਦੇ ਦਿੰਦੇ ਆ ਸਾਰੇ ਖਲਜਗਣ ਤੋਂ ਬਚ ਜਾਣਾ ਸੀ। ਹੁਣ ਤੁਸੀਂ ਦੇਖੋ, ਜਦੋਂ ਕਾਂਗਰਸੀ ਉੱਥੇ ਜਾ ਕੇ ਬਹਿ ਗਏ, ਉਹ ਕਹਿੰਦੇ ਜੀ ਸਾਡੇ ਫੋਨ ਪਰੇ ਰਖਾ ਲੈ, ਸਾਡੀ ਤਲਾਸ਼ੀ ਲਈ, ਉਹਦੇ ਤੋਂ ਬਾਅਦ ਸਾਨੂੰ ਕਹਿੰਦੇ ਜੀ ਮਿਲਾਉਣੇ ਆ, 1 ਘੰਟਾ ਬਿਠਾ ਰੱਖਿਆ ਉੱਥੇ। ਉਹਦੇ ਤੋਂ ਬਾਅਦ ਕਹਿੰਦੇ ਜੀ ਕੱਲ੍ਹ ਨੂੰ 1 ਵਜੇ ਦਾ ਸਮਾਂ ਆ, ਤੇ ਅਸੀਂ ਫਿਰ ਕਹਿੰਦੇ ਜੀ ਅਸੀਂ 1 ਵਜੇ ਤੱਕ ਇੱਥੇ ਹੀ ਧਰਨੇ ਤੇ ਹੀ ਆ, ਫਿਰ ਕੋਈ ਗੱਲ ਨਹੀਂ। ਫਿਰ ਵੀਡੀਓ ਵੀ ਆਈ, ਰਾਜਾ ਵੜਿੰਗ ਹੋਰਾਂ ਨੂੰ ਧੱਕਾ ਵੀ ਮਾਰਿਆ ਗਿਆ। ਹੁਣ ਉਹ ਬਾਹਰ ਨੂੰ
ਭੇਜਦੇ ਸੀ, ਨਹੀਂ ਮਾਰਨਾ ਚਾਹੀਦਾ ਧੱਕਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਦੇ ਤੋਂ ਬਾਅਦ ਉਹਨਾਂ ਨੂੰ ਫਿਰ ਥਾਣੇ ਲੈ ਗਏ। ਭਗਵੰਤ ਮਾਨ ਸਾਹਿਬ ਨੇ ਟਵੀਟ ਕਰ ਦਿੱਤਾ, ਉਹ ਕਹਿੰਦੇ ਜੀ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਇਹਨਾਂ ਦੇ ਖੂਨ 'ਚ ਆ। ਤੇ ਰਾਜਾ ਵੜਿੰਗ ਸਾਹਿਬ ਕਹਿੰਦੇ ਜੀ ਅਦਾਲਤ 'ਚ ਜਾਵਾਂਗੇ, ਸਾਡੇ ਤੇ ਬਹੁਤ ਵੱਡਾ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਦੇਖੋ ਗੱਲ ਇਹ ਆ ਵੀ ਜੋ ਵੀ ਉੱਥੋਂ ਜੋ ਖਬਰਾਂ ਆਉਂਦੀਆਂ ਸੀ, ਹੁਣ ਸੱਚ ਝੂਠ ਤੇ ਰੱਬ ਜਾਣੇ, ਕਿਉਂਕਿ ਗੱਲਾਂ ਉੱਥੇ ਗੱਲ ਤੁਹਾਡੀ ਸਹੀ ਹੈ ਵੀ ਦੋਵਾਂ 'ਚੋਂ ਇੱਕ ਧਿਰ ਤੇ ਕਿਤੇ ਨਾ ਕਿਤੇ ਹੈ ਮਾੜਾ ਮੋੜ ਚੋਂ। ਹੁਣ ਪਹਿਲਾਂ ਚਰਚਾ ਇਹ ਚੱਲੀ ਸੀ ਵੀ ਕਿਉਂਕਿ ਧਰਮਸੋਤ ਸਾਹਿਬ ਨੂੰ ਫੜਿਆ ਗਿਆ ਤੇ ਬਾਕੀਆਂ ਦੇ ਬਾਰੇ ਕਹਿੰਦੇ ਕਾਰਵਾਈ ਹੋ ਸਕਦੀ, ਸ਼ਾਇਦ ਇਹੋ ਜਿਹੀ ਕੋਈ ਗੱਲਬਾਤ ਸੀ ਵੀ ਬਦਲਾਖੋਰੀ ਦੀ ਕਾਰਵਾਈ ਹੋ ਰਹੀ ਆ, ਇਹਦੇ ਤਹਿਤ ਗੱਲਬਾਤ ਚੱਲਦੀ ਸੀ। ਫਿਰ ਅਚਾਨਕ ਪਤਾ ਲੱਗਾ ਵੀ ਨਹੀਂ ਯਾਰ ਉਸ ਕੇਸ ਦਾ ਕਰਕੇ ਨਹੀਂ, ਉਹ ਤਾਂ ਜਿਹੜਾ ਮਹਾਰਾਜ ਅਮਨ ਕਾਨੂੰਨ ਦੀ ਵਿਵਸਥਾ ਹੈ। ਬਾਅਦ ਦੇ ਵਿੱਚ ਟਵੀਟ ਵੀ ਕੀਤਾ ਰਾਜਾ ਵੜਿੰਗ ਸਾਹਿਬ ਦਾ, ਰੰਧਾਵਾ ਸਾਹਿਬ ਦਾ ਟਵੀਟ ਸੀਗਾ, ਉਹਦੇ 'ਚ ਲਗਭਗ ਇੱਕੋ ਜਿਹੀ ਗੱਲ ਉਹਨਾਂ ਨੇ ਕਹੀ ਵੀ ਮਹਾਰਾਜ ਇਸ ਵਕਤ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਮਾੜੀ ਆ, ਅਸੀਂ ਉਸ ਅਮਨ ਕਾਨੂੰਨ ਦੀ ਸਥਿਤੀ ਦਾ ਕਰਕੇ ਮਿਲਣਾ ਚਾਹੁੰਦੇ ਸੀਗੇ, ਕਿਉਂਕਿ ਆਹ ਜਿਹੜਾ ਤੁਸੀਂ ਰਿਸ਼ਵਤਖੋਰੀ ਤੇ ਉਸ ਤੋਂ ਬਾਅਦ ਉਹਦੀ ਪਿੱਠ ਥਾਪੜਨ ਦੀ ਗੱਲ ਕਰਦੇ ਹੋ, ਇਹ ਕੰਮ ਤੁਹਾਡਾ ਹੋਊਗਾ। ਉਹਦੇ ਸਤਿੰਦਰ ਜੈਨ ਹੋਣਾ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਆਪਣੇ ਉਧਰਲੇ ਪਾਸੇ ਵੀ ਤੁਸੀਂ ਪਦਮ ਵਿਭੂਸ਼ਣ ਦਿਵਾਉਣ ਦੀਆਂ ਗੱਲਾਂ ਕਰਦੇ ਹੋ ਸਕਦੇ ਭ੍ਰਿਸ਼ਟਾਚਾਰੀ ਬੰਦਿਆਂ ਨੂੰ, ਅਸੀਂ ਨਹੀਂ ਉਹਦੀ ਗੱਲ ਕਰਦੇ। ਹੁਣ ਗੱਲ ਉੱਥੇ ਆ ਕੇ ਖੜ ਗਈ ਵੀ ਉਹ ਕਹਿੰਦੇ ਵੀ ਤੁਸੀਂ ਧਰਮਸੋਤ ਸਾਹਿਬ ਦਾ ਕਰਕੇ ਆਏ ਸੀ, ਉਹ ਕਹਿੰਦੇ ਨਹੀਂ ਅਸੀਂ ਅਮਨ ਕਾਨੂੰਨ ਦੀ ਸਥਿਤੀ ਦਾ ਕਰਕੇ ਆਏ ਸਾਂ। ਹੁਣ ਦੋਵਾਂ 'ਚੋਂ ਮੁੱਦਾ ਕਿਹੜਾ ਸਹੀ, ਪਹਿਲਾਂ ਤਾਂ ਇਹਦਾ ਰੌਲਾ ਤੇ ਉਸ ਤੋਂ ਵੀ ਪਹਿਲਾਂ ਰੌਲਾ ਹੈ ਵੀ ਟਾਈਮ ਸੀਗਾ ਕਿ ਨਹੀਂ ਸੀਗਾ। ਦੇਖੋ ਮੈਨੂੰ ਇੱਕ ਗੱਲ ਲੱਗਦੀ ਆ ਸੰਧਾਲੀਆ ਸਾਹਿਬ, ਜੇ ਧਰਮਸੋਤ ਸਾਹਿਬ ਦੇ ਵੀ ਕਰਕੇ ਆਏ ਇਦਾਂ ਥੋੜੀ ਕਹਿਣਗੇ ਸਾਡੇ ਬੰਦੇ ਨੂੰ ਗਲਤ ਫੜਿਆ, ਇਦਾਂ ਕਹਿਣਗੇ ਜੀ ਗਲਤ ਆ ਤਾਂ ਤੁੰਨ ਦਿਓ ਅੰਦਰ, ਚੱਕ ਦਿਓ ਫੱਟੇ, ਅਸੀਂ ਨਾਲ ਆ ਤੁਹਾਡੇ। ਨਹੀਂ ਪਰ ਇਦਾਂ ਕਿਹਾ ਨਹੀਂ ਕਿਸੇ ਨੇ। ਨਹੀਂ ਉਹ ਫਿਰ ਕਿਹਾ ਰਾਜਾ ਵੜਿੰਗ ਸਾਹਿਬ ਨੇ ਬਾਅਦ 'ਚ, ਨਹੀਂ ਉਦੋਂ ਤਾਂ ਫਿਰ ਕਹਿਣਾ ਹੀ ਕਹਿੰਦੇ ਜੀ ਕੋਈ ਗੱਲ ਨਹੀਂ, ਜੇ ਕੋਈ ਬੰਦਾ ਗਲਤ ਹੋਊਗਾ ਫਿਰ ਸਰਕਾਰ ਦੇ ਨਾਲ ਖੜੇ ਆ। ਬਾਕੀ ਸੰਧਾਲੀਆ ਸਾਹਿਬ ਗੱਲ ਪਤਾ ਕੀ ਆ, ਇੱਕ ਚਰਚਾ ਹੋਰ ਚੱਲਦੀ ਆ, ਮੈਨੂੰ ਨਹੀਂ ਪਤਾ ਉਹ ਕਿਹੜੇ ਸ਼ਹਿਰ ਦੀ ਆ, ਮੈਂ ਵੀਡੀਓ ਦੇਖੀ, ਕਹਿੰਦੇ ਜੀ 1300 ਦਾ ਬੂਟਾ ਵੀ ਪੰਜਾਬ 'ਚ ਲੱਗਾ, ਇੱਕ ਬੂਟਾ 1300 ਸਰਕਾਰੀ ਖਰਚ 'ਚ ਪਾਇਆ ਆ ਉਹ, ਕਿ 1300 ਦਾ ਬੂਟਾ ਲੱਗਾ, ਕਹਿੰਦੇ ਬੂਟਾ ਲੱਭਦਾ ਨਹੀਂ। ਅੱਛਾ, ਯਾਨੀ ਉਹ 1300 ਵਾਲਾ ਬੂਟਾ ਵੀ ਲੱਭਦਾ ਨਹੀਂ ਹੈ, ਤੇ 1300 ਵਾਲੇ ਸੈਂਕੜੇ ਬੂਟੇ ਲੱਗੇ ਆ। ਹੁਣ ਕਿਹੜੀ ਪੰਜਾਬ ਦੀ ਨਰਸਰੀ ਹੈ, ਚੰਦਨ ਤਾਂ ਨਹੀਂ ਪੰਜਾਬ 'ਚ ਲੱਗਣ ਲੱਗ ਪਏ? ਨਹੀਂ ਪਰ ਉਹੀ ਮੈਂ ਸੋਚਦਾ ਵੀ ਉਹ ਵੀ ਮੇਰਾ ਖਿਆਲ ਨਹੀਂ 1300 ਦਾ ਆਉਂਦਾ ਬੂਟਾ। ਦੇਖੋ ਚੰਦਨ ਦੇ ਬੂਟੇ ਬੜੀਆਂ ਨੇ ਆਪਣੇ, ਹੁਣ ਪੰਜਾਬ ਦੇ ਵਿੱਚ ਵੀ ਪਨੀਰੀਆਂ ਲਗਾਉਣ ਲੱਗ ਪਏ। 1300 ਦਾ ਚੰਦਨ ਦਾ ਪਨੀਰੀ ਵਾਲਾ ਬੂਟਾ ਵੀ ਨਹੀਂ ਆਉਂਦਾ, ਉਹ ਵੀ ਸਸਤਾ ਵੀਰ ਜੀ। ਮੈਨੂੰ ਲੱਗਦਾ ਕਿ ਲੀਡਰ ਸਾਹਿਬ ਆਪ ਹੱਥ ਲਾ ਕੇ ਦਿੰਦੇ ਹੋਣੇ ਆ ਵੀ ਇਹ ਲੀਡਰ ਸਾਹਿਬ ਦੇ ਹੱਥ ਦੀ ਸ਼ੋਅ ਪ੍ਰਾਪਤ ਹੈ। ਨਹੀਂ ਸ਼ੋਅ ਪ੍ਰਾਪਤ ਚਲੋ ਮੰਨ ਲਈ ਗੱਲ। ਹੁਣ ਐਸ ਇਨਫੋਰਮੇਸ਼ਨ ਤੋਂ ਬਾਅਦ ਫੇਰ ਲੋਕਾਂ ਨੇ ਕੰਪੈਰੀਜ਼ਨ ਕਰਨ ਬਹਿ ਜਾਣਾ। ਮੰਨ ਲਓ ਜਿੱਦਾਂ ਮੈਂ ਅੱਗੇ ਜ਼ਿਕਰ ਕਰ ਦਿੰਦਾ ਵੀ ਇੱਕ ਕੰਮ ਜ਼ਰੂਰ ਕਰਨਾ, ਵਰਕਾ ਲੈਣਾ, ਉਹਦੇ ਵਿਚਾਲੇ ਗੱਭੇ ਲੀਕ ਮਾਰਨੀ, ਇੱਕ ਪਾਸੇ ਲਿਖਣਾ ਬੂਟਾ ਲਾਉਣ ਦਾ ਖਰਚ, ਇੱਕ ਪਾਸੇ ਲਿਖਣਾ ਵੱਢਣ ਦਾ ਖਰਚ। ਠੀਕ ਹੈ, ਬੂਟਾ ਲਾਉਣ ਦਾ ਖਰਚ 1300 ਦੱਸੀ ਇਹਨੇ, ਨਹੀਂ ਵੱਢਣ ਦੇ 500 ਖਰਚ ਆਉਂਦਾ ਜੀ। ਲੈਦਰ 1000 ਪਾ ਲਓ ਨਾ ਤੁਸੀਂ ਆਪਣੇ, ਦੇਖ ਲੀਡਰ ਬੰਦੇ ਦੀ ਆ ਹੁੰਦੀ ਹੈ 500 ਤਾਂ ਤੁਹਾਡਾ ਹੈ, ਜਿਹੜਾ 100 ਕਰਕੇ ਥੱਲੇ ਵਾਲਾ ਹੁੰਦਾ। ਚਲ 1000 ਲਾ ਲਓ, ਫੇਰ ਵੀ 300 ਵੱਧ ਹੈ। ਮਨੇ ਆਵਾਮ ਦਾ ਖਿਆਲ ਰੱਖਿਆ ਕਰੋ। ਮੇਰੀ ਗੱਲ ਸੁਣੋ ਨਾ, 300 ਵੱਧ ਹੋ ਗਿਆ ਨਾ, ਇਹਦਾ ਮਤਲਬ ਜਿਹੜਾ ਕੰਮ ਤੇ ਖਰਚਾ ਜ਼ਿਆਦਾ ਹੁੰਦਾ ਜੀ, ਪੰਜਾਬ ਦੇ ਖਜ਼ਾਨੇ 'ਚ ਅੱਗੇ ਹੀ ਪੈਸਾ ਨਹੀਂ ਹੈਗਾ, ਉਹ ਕੰਮ ਕਰਨਾ ਕਿਉਂ? ਇਸ ਕਰਕੇ ਬੂਟਾ ਜਿਹੜਾ ਵੀ ਹੈਗਾ ਵੱਢ ਦਿਓ, ਲਾਉਣਾ ਨਹੀਂ ਕੋਈ ਵੀ। ਪਤਾ ਨਹੀਂ ਭਗਵੰਤ ਮਾਨ ਦੀ ਵੀਡੀਓ ਸੀ, ਪਤਾ ਨਹੀਂ ਜਸਵਿੰਦਰ ਭੱਲੇ ਦੀ, ਮੈਨੂੰ ਨਹੀਂ ਪਤਾ, ਚੇਤਾ ਨਹੀਂ, ਛੋਟੇ ਹੁੰਦੇ ਸੀ ਉਦੋਂ, ਹੋ ਸਕਦਾ ਛਣਕਾਟੇ 'ਚ ਹੀ ਹੋਵੇ। ਉਹਦੇ ਵਿੱਚ ਉਹਨਾਂ ਨੇ ਇੱਕ ਵਾਰੀ ਕਿਹਾ ਕਿਸੇ ਲੀਡਰ ਸਾਹਿਬ ਨਾਲ ਕੋਈ ਗੱਲਾਂ ਕਰੇ, ਜਾਣੀ ਉੱਦਾਂ ਹੀ ਬੰਦੇ ਜਿਹਦਾ ਆਪਾਂ ਲੀਡਰ ਤੁਹਾਨੂੰ ਬਣਾ ਦਿੰਦਾ। ਉਹ ਕਹਿੰਦੇ ਜੀ ਕਿੱਦਾਂ ਵੀ ਪੈਸੇ ਕਿੱਦਾਂ ਖਾ ਪੀ ਕਿੱਦਾਂ ਹੁੰਦੇ ਆ, ਡਕਾਰ ਨਹੀਂ ਮਾਰਦੇ ਤੁਸੀਂ? ਉਹ ਕਹਿੰਦੇ ਜੀ ਗੱਲ ਦੇਖੋ ਕੀ ਹੈ ਕਿ ਪਹਿਲਾਂ ਗ੍ਰਾਂਟ ਲੈਣੀ ਆ ਕਿ ਸਕੂਲ ਦੇ ਵਿੱਚ ਸਵਿਮਿੰਗ ਪੂਲ ਬਣਾਉਣਾ। ਮੰਨ ਲਓ 2 ਲੱਖ ਗ੍ਰਾਂਟ ਲੈ ਲਈ ਕਿ ਸਕੂਲ 'ਚ ਸਵਿਮਿੰਗ ਪੂਲ ਬਣਾਉਣਾ ਹੈ, ਬਣਾਉਣਾ ਨਹੀਂ ਕਹਿੰਦੇ 2 ਲੱਖ ਦੀ ਗ੍ਰਾਂਟ ਸਿੱਧੀ ਅੰਦਰ। ਉਹਦੇ ਤੋਂ ਬਾਅਦ ਕਹਿੰਦੇ ਜੀ ਫਿਰ 15 ਕੁ ਦਿਨ ਇੱਕ ਅਰਜੀ ਲਿਖਾ ਦੇਣੀ ਜੀ, ਇਹ 'ਚ ਨਿਆਣਿਆਂ ਨੂੰ ਖਤਰਾ ਹੋ ਸਕਦਾ। ਫਿਰ ਕਹਿੰਦੇ ਜੀ ਉਹਨੂੰ ਪੂਰਨ ਦੀ 2 ਲੱਖ ਲੈ ਲੈਣੀ ਕਿ ਇਹਨੂੰ ਹੁਣ ਫਿਰ ਪਹਿਲਾਂ ਵਾਂਗੂ ਕਰਨਾ, ਨਾ ਕਹਿੰਦੇ ਪੱਟਣਾ ਹੀ ਨਾ ਪੂਰਨਾ ਹੀ, 4 ਲੱਖ ਢਿੱਡ 'ਚ ਇੱਦਾਂ ਹੀ। ਹੁਣ ਰੌਲਾ ਪੈਂਦਾ ਕਿ ਬੂਟੇ ਮਹਿੰਗੇ ਭਾਅ ਦੇ, ਬੂਟੇ ਦਾ ਵੀ ਪੈਸਾ ਆ ਗਿਆ, ਬੂਟਾ ਆਇਆ ਹੀ ਨਹੀਂ। ਉਹਦੇ ਤੋਂ ਬਾਅਦ ਸ਼ਿਕੰਜਾ ਜਿਹੜਾ ਆਲੇ ਦੁਆਲੇ ਟਰੀ ਗਾਰਡ, ਜਿਹਦਾ 6 ਕਰੋੜ ਦਾ ਰੌਲਾ ਪੈਂਦਾ ਕਿ 6 ਕਰੋੜ ਰੁਪਈਆ ਟਰੀ ਗਾਰਡ ਦੇ ਵਿੱਚ, ਯਾਨੀ ਬੂਟੇ ਦੇ ਆਲੇ ਦੁਆਲੇ ਜਿਹੜਾ ਸ਼ਿਕੰਜਾ ਲਾਉਣਾ ਉਹ 'ਚੋਂ ਵੀ ਖਾ ਗਏ। ਬੂਟਾ ਵੀ ਨਹੀਂ ਲਿਆਂਦਾ, ਸ਼ਿਕੰਜਾ ਵੀ ਨਹੀਂ ਲਿਆਂਦਾ, ਤੇ ਮੁੜ ਕੇ ਇੱਦਾਂ ਲਿਖਣਾ ਭਾਰੀ ਗਰਮੀ ਦੇ ਕਰਕੇ ਜਾਂ ਮੌਸਮੀ ਖਰਾਬੀ ਦੇ ਕਰਕੇ ਜਾਂ ਅਵਾਰਾ ਪਸ਼ੂਆਂ ਦੇ ਕਰਕੇ ਜਾਂ ਫਿਰ ਖੇਤਾਂ ਦੇ ਵਿੱਚ ਨਾੜ ਨੂੰ ਲਾਈ ਅੱਗ ਦੇ ਕਰਕੇ ਬੂਟਾ ਤਬਾਹ ਹੋ ਗਿਆ ਤੇ ਸ਼ਿਕੰਜਾ ਕੋਈ ਚੱਕ ਕੇ ਲੈ ਗਿਆ। ਆਹੋ ਇੱਥੇ ਇੱਕ ਆਪਾਂ ਬੇਨਤੀ ਕਰੀਏ ਕੀ ਇਹ ਦੇਖੋ ਕਾਰਨ ਆ ਵੀ ਆਪਣਾ ਕੰਮ ਹੈ ਵੀ ਲੋਕਾਂ ਦੀ ਕਚਹਿਰੀ 'ਚ ਗੱਲ ਰੱਖਦੇ ਨੇ, ਕੰਪੈਰੀਜ਼ਨ ਤੁਸੀਂ ਆਪ ਕਰਨਾ। ਜਿੱਦਾਂ ਪਹਿਲਾਂ ਵਰਕੇ ਦੇ ਲੀਕ ਮਾਰ ਲਈ ਜੀ, ਇੱਦਾਂ ਹੀ ਫੇਕ ਵਰਕੇ ਦੇ ਲੀਕ ਮਾਰਨੀ। ਹੁਣ ਤੁਸੀਂ ਦੇਖੋ ਵੀ ਕਿੰਨੇ ਕੁ ਆਪਾਂ ਸਰਕਾਰੀ ਬੂਟੇ ਦੇ ਘੇਰੇ ਘੇਰੇ ਜੰਗਲੇ ਲੱਗੇ ਵੇਖਦੇ, ਪਹਿਲਾਂ ਤੁਸੀਂ ਇਹ ਦੇਖ ਲਿਓ ਜੀ। ਦੂਸਰੀ ਗੱਲ ਵੀ ਬੂਟਾ ਲਾਉਣਾ, ਬੂਟੇ ਦੇ ਘੇਰੇ ਘੇਰੇ ਜੰਗਲਾ ਲਾਉਣਾ, ਜੇ ਨਹੀਂ ਕਿਸੇ ਨੇ ਦੇਖਿਆ ਤਾਂ ਤੁਸੀਂ ਮਾਝੇ ਵਾਲੇ ਪਾਸੇ ਜਾ ਕੇ ਦੇਖ ਸਕਦੇ ਹੋ। ਬਾਬਾ ਸੇਵਾ ਸਿੰਘ ਹੋਰਾਂ ਨੇ ਜਦੋਂ ਵੀ ਬੂਟੇ ਲਾਏ ਸੀ, ਹੁਣ ਵੀ ਜਿੱਥੇ ਜਿੱਥੇ ਵੀ ਲਾਉਂਦੇ ਨੇ ਉੱਥੇ ਉਹ ਜੰਗਲਾ ਲਾਉਂਦੇ ਨੇ। ਤੇ
ਕਈ ਵਾਰ ਦੇ ਬੂਟਾ ਇੰਨਾ ਵੱਡਾ ਹੋ ਜਾਂਦਾ ਵੀ ਉਹਨੂੰ ਜੰਗਲੇ ਦੀ ਲੋੜ ਨਹੀਂ ਹੁੰਦੀ, ਫਿਰ ਵੀ ਉਹ ਜੰਗਲਾ ਉੱਥੇ ਹੁੰਦਾ ਹੈ ਨਾ, ਉਹਦੀ ਸੇਫਟੀ ਦੇ ਲਈ। ਹੁਣ ਜੇ ਉਹਨਾਂ ਨੇ ਇੰਨੇ ਬੂਟੇ ਲਾਏ ਇੰਨੀ ਵੱਡੀ ਗਿਣਤੀ 'ਚ, ਜੇ ਸਰਕਾਰ ਕਹਿੰਦੀ ਸਾਡਾ ਕਰੋੜਾਂ ਦਾ ਖਰਚਾ ਆ ਜਾਂਦਾ, ਫਿਰ ਬਾਬਾ ਸੇਵਾ ਸਿੰਘ ਹੋਰਾਂ ਨੇ ਕੋਲ ਕੋਈ ਮਸ਼ੀਨ ਸੀ ਪੈਸੇ ਨੋਟਾਂ ਵਾਲੇ ਵੀ ਉਹ ਆਪਣੇ ਕੋਲੋਂ ਲਾਈ ਗਏ ਦਾੜ ਕਰਕੇ ਰੱਖੀ ਜਾਂਦੇ ਹੈ ਨਾ, ਵੀ ਜਾਂ ਫਿਰ ਇਹ ਹੋ ਸਕਦਾ ਵੀ ਮਤਲਬ ਇਹਨਾਂ ਵਾਲਾ ਜੰਗਲਾ ਕੋਈ ਲੋਹੇ ਤੋਂ ਬਿਨਾਂ ਕਿਸੇ ਖਾਸ ਧਾਤੂ ਦਾ ਲਾਉਂਦੇ ਹੋਣਗੇ ਤਾਂ ਇੰਨਾ ਮਹਿੰਗਾ ਲੱਗਦਾ, ਉਹ ਤੇ ਲੋਹੇ ਦਾ ਲਾਈ ਗਏ। ਸੰਧਾਲੀਆ ਸਾਹਿਬ ਇੱਕ ਮੈਨੂੰ ਗੱਲ ਚੇਤੇ ਆ ਗਈ ਕਿ ਬਾਬਾ ਨਰਿੰਦਰ ਸਿੰਘ ਹੋਰੀ ਜਿਹੜੇ ਹਜੂਰ ਸਾਹਿਬ ਲੰਗਰ ਦੀ ਸੇਵਾ ਬਹੁਤ ਵੱਡੀ ਪੱਧਰ ਤੇ ਗੁਰੂ ਘਰ ਵੀ ਉੱਥੇ ਬਣਾਇਆ, ਉੱਥੇ ਤੁਸੀਂ ਦੇਖੋਗੇ ਕਿ ਹਜੂਰ ਸਾਹਿਬ ਦੇ ਜੇ ਕਿਉਂਕਿ ਆਪਾਂ 3 ਦਿਨ ਦੇ ਜਾਂਦੇ ਹੁੰਦੇ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ 6 ਦਿਨ ਜਾਓ, ਆਲਾ ਦੁਆਲਾ ਦੇਖੋ ਕਿ ਉੱਥੇ ਕਿੱਦਾਂ ਪਥਰੀਲੀ ਜ਼ਮੀਨ ਹੈ, ਦਰਖਤ ਦਾ ਨਾਂ ਨਿਸ਼ਾਨ ਕੋਈ ਨਹੀਂ। ਉਹਨਾਂ ਨੇ ਇੰਨੇ ਕੁ ਬੂਟੇ ਲਵਾਤੇ ਉੱਥੇ ਵੀ ਟਰੀ ਗਾਰਡ, ਯਾਨੀ ਕਿ ਉਹ ਬੂਟੇ ਦੀ ਸਾਂਭ ਦੇ ਲਈ ਸ਼ਿਕੰਜਾ ਆਲੇ ਦੁਆਲੇ ਲੱਗਾ, ਪਾਣੀ ਦੇ ਲਈ ਪ੍ਰਬੰਧ, ਸੇਵਾਦਾਰਾਂ ਦੀ ਡਿਊਟੀ ਪੱਕੀ, ਟੈਂਕੀਆਂ ਲੱਗੀਆਂ, ਯਾਨੀ ਕਿ ਜਿੱਥੇ ਜਿੱਥੇ ਉਹਨਾਂ ਨੇ ਸੇਵਾ ਲਈ ਹੈ 20-20 ਕਿਲੋਮੀਟਰ ਤੱਕ ਹਰਿਆਲੀ ਆ ਸੜਕਾਂ ਦੇ ਆਲੇ ਦੁਆਲੇ। ਇੱਧਰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਹਰਿਆਲੀ ਹੈ, ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਹੁਣ ਬਣੇ ਨੇ, ਉਹਨਾਂ ਦੇ ਇਲਾਕੇ ਦੇ ਵਿੱਚ ਵੀ ਹਰਿਆਲੀ ਹੈ। ਇੱਥੇ ਬਹੁਤ ਵੱਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਕਸੂਰ ਨਹੀਂ ਕੱਢਦੇ ਕਿ ਜੇ ਉਹ ਬਾਬਾ ਨਰਿੰਦਰ ਸਿੰਘ ਹੋਰੀ ਕਰ ਸਕਦੇ ਆ ਆਪਣੀ ਸੰਸਥਾ ਦੇ ਰਾਹੀਂ, ਜੇ ਬਾਬਾ ਸੇਵਾ ਸਿੰਘ ਹੋਰੀ ਆਪਣੇ ਜਿਹੜੇ ਸੰਸਥਾ ਦੇ ਰਾਹੀਂ, ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਆਪਣੀ ਸੰਸਥਾ ਦੇ ਰਾਹੀਂ, ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਤਾਂ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਦਾ ਅਰਬਾਂ ਦਾ ਬਜਟ ਹੈ ਉਹ ਵੀ ਕਰ ਸਕਦੇ ਆ। ਉਹਨਾਂ ਨੂੰ ਥੋੜ੍ਹਾ ਜਿਹਾ ਅਗਲੇ ਪਾਸੇ ਜਾਣਾ ਚਾਹੀਦਾ। ਸਰਕਾਰ ਦੀ ਗੱਲ ਬਾਅਦ ਦੀ ਹੈ। ਇੱਕ ਮੈਂ 2003 ਦੀ ਜਾਂ 4 ਦੀ ਗੱਲ ਤੁਹਾਨੂੰ ਦੱਸਦਾ, ਮੇਰੇ ਦਿਮਾਗ ਕੁਦਰਤੀ ਇੱਕ ਗੱਲ ਆ ਗਈ, ਤੁਸੀਂ ਬਾਬਿਆਂ ਦੀ ਗੱਲ ਕੀਤੀ ਨਾ ਯਾਰ, ਉਹ ਅੱਜ ਕੱਲ੍ਹ ਪਤਾ ਨਹੀਂ ਬਾਬਾ ਆਉਂਦਾ ਕਿ ਨਹੀਂ ਆਉਂਦਾ। ਪਹਿਲਾਂ ਬਾਬਾ ਮਸ਼ਹੂਰ ਹੋਇਆ ਇਹ, ਕਿਰਪਾ ਨਹੀਂ ਲੱਗੇਗੀ ਚਟਨੀ ਖਾਓ, ਕਿਰਪਾ ਨਹੀਂ ਲੱਗੇ ਲਾਲ ਚਟਨੀ ਖਾਓ, ਹੈ ਨਾ, ਉਹ ਗੋਲ ਗੱਪੇ ਕਬ ਕੇ ਖਾਏ ਹੈ, ਉਹ ਕਹਿੰਦੇ ਕੱਲ ਨਹੀਂ ਖਾਦੇ ਜੀ, ਤੇ ਫਿਰ ਖਾਣੇ ਸ਼ੁਰੂ ਕਰੋ। ਉਹ ਇਹੋ ਜਿਹਾ ਕੋਈ ਬਾਬਾ ਹੀ ਟੱਕਰ 'ਚ ਜਿਹੜਾ ਆਖਿਆ ਵੀ ਬੂਟਾ ਲਾਓ ਕਿਰਪਾ ਆਉਣੀ ਸ਼ੁਰੂ ਹੋ ਜਾਊਗੀ। ਕੀ ਲਾਇਆ ਸੀ? ਉਹ ਆਖਿਆ ਜੀ ਬਾਬਾ ਜੀ ਨਿੰਮ ਲਾਈ ਸੀ, 2 ਲਾਉਣੀਆਂ ਨੇ। ਪਹਿਲਾਂ ਕੀ ਲਾਇਆ ਸੀ? ਉਹ ਕਹਿੰਦੇ ਅੰਬ ਲਾਇਆ ਸੀ, ਇੱਕ ਪਿੱਪਲ ਵੀ ਲਾਓ ਕਿਤੇ ਨਾ ਕਿਤੇ ਜਗ੍ਹਾ ਲੱਭ ਕੇ, ਫਿਰ ਕਿਰਪਾ ਆਉਣੀ ਸ਼ੁਰੂ ਹੋ ਜੀ। ਮੈਨੇ ਇਹੋ ਜਿਹਾ ਬਾਬਾ ਆ ਜਾਵੇ, ਘੱਟੋ ਘੱਟ ਲੋਕਾਂ ਦੇ ਕਿਰਪਾ ਆਵੇ ਨਾ ਆਵੇ, ਬਾਅਦ ਦੇ ਵਿੱਚ ਲੋਕਾਂ ਨੂੰ ਤੰਦਰੁਸਤੀ ਹੋਣ ਲੱਗ ਪਈ, ਆਪੇ ਫਰਕ ਪਤਾ ਲੱਗ ਗਿਆ। ਜੇ ਉਹ ਬਾਬਾ ਹੋਇਆ ਉਹਨੇ ਆ ਗੱਲ ਸੁਣ ਲਈ, ਉਹਨੇ ਕਿਹਾ ਗੁਰਪ੍ਰੀਤ ਸੰਧਵਾਲੇ ਤੂੰ ਅੰਬ ਲੈਣੇ ਮੇਰੇ ਤੋਂ ਬੂਟੇ ਲਵਾ ਕੇ, ਵੈਸੇ ਗੱਲ ਹੀ ਆ। ਚਲੋ ਸੰਧਵਾਲੀਆ ਸਾਹਿਬ ਅਗਲ ਦੀ ਗੱਲ ਨਾ ਦੱਸਿਓ ਕਿਸੇ ਨੂੰ, ਨਹੀਂ ਆਨੇ ਫਿਰ ਉਹ ਗੱਲ ਹੋਈ ਵੀ ਗੋਲ ਗੱਪੇ ਖਾ ਕੇ, ਕਾਂਜੀ ਪੀ ਕੇ ਤੇ ਜਾਂ ਹੋਰ ਇਹੋ ਜਿਹਾ ਕੁਝ ਖਾ ਕੇ ਉਹ ਮਾਤਾ ਫੇਰ ਬਿਮਾਰ ਹੋ ਗਿਆ। ਜੋ ਬਾਬਾ ਜੀ ਬਾਕੀ ਠੀਕ ਆ, ਪਤਾ ਨਹੀਂ ਕੀ ਗੱਲ ਹੋਣਾ, ਪੇਟ ਦੁਖਦਾ ਰਹਿੰਦਾ। ਹੁਣ ਕਿ ਭਰਮੇ ਗੋਲ ਗੱਪੇ ਖਾ ਚਟਣੀ 'ਚ ਖਰਾਬੀ ਲੱਗਦੀ ਹੈ। ਸੰਧਵਾਲੀਆ ਸਾਹਿਬ 2003-4 ਦੀ ਗੱਲ, ਮੈਂ ਸੋਚ ਰਿਹਾ ਸੀ ਕਿ ਜਿੱਥੇ ਕਰਨਾ ਕੰਮ ਹੋ ਜਾਂਦਾ। ਬੀਬੀ ਕਲਪਨਾ ਚਾਵਲਾ ਦਾ ਉਦੋਂ ਬਹੁਤ ਚਰਚਾ ਸੀ, ਉਦੋਂ ਤਾਜ਼ੀ ਘਟਨਾ ਕੁਝ ਸਮਾਂ ਪਹਿਲਾਂ ਹੋ ਕੇ ਹਟੀ ਸੀ। ਉਹ ਮਲੇਰਕੋਟਲੇ ਦੇ ਨੇੜੇ ਪਿੰਡ ਹੈ ਉੱਚੀ ਦੌਦ, ਉੱਥੇ ਬੜੀ ਵਧੀਆ ਕਲੱਬ ਕੰਮ ਕਰਦੀ ਸੀ। ਹਰਵਿੰਦਰ ਚਹਿਲ ਹੋਰੀ ਉਹਦੇ ਉਦੋਂ ਮੁਖੀ ਸੀ, ਤਾਂ ਬਾਕੀ ਸਾਰੇ ਸੱਜਣ ਉਹਨਾਂ ਦੇ ਨਾਲ। ਉਹਨਾਂ ਨੇ ਉਦੋਂ ਟੈਲੀਫੋਨ ਬਹੁਤੇ ਨਹੀਂ ਸੀ ਹੁੰਦੇ, ਮੋਬਾਈਲ ਦੀ ਮੇਰੇ ਖਿਆਲ ਇਨਕਮਿੰਗ ਕਾਲ ਜਾਂ ਆਊਟਗੋਇੰਗ ਤੇ ਪੈਸੇ ਵਾਹਵਾ ਲੱਗਦੇ ਹੁੰਦੇ ਸੀ। ਤਾਂ ਚਲੋ ਉਹਨਾਂ ਨੇ ਮੈਨੂੰ ਚਿੱਠੀ ਪਾਈ ਕਿ ਭਾਈ ਪਿੰਡ ਨੂੰ ਆਇਓ, ਤਾਂ ਉਹ ਮੈਂ ਚਲੋ ਦਿੱਤੇ ਸਮੇਂ ਦੇ ਉੱਤੇ ਉਹਨਾਂ ਦੇ ਪਿੰਡ ਪਹੁੰਚਾ। ਕਮਾਲਾਂ ਹੋਈਆਂ ਪਈਆਂ ਇੱਦਾਂ ਹੀ, ਜਾਣੀ ਪਿੰਡ ਦੀ ਕੋਈ ਗਲੀ ਨਹੀਂ ਸੀ ਛੱਡੀ ਜਿੱਥੇ ਬੂਟਾ ਨਾ ਲੱਗਾ ਹੋਵੇ। ਵੱਡੇ ਵੱਡੇ ਸ਼ਿਕੰਜੇ ਪਿੰਡ ਦੇ ਮੁੰਡਿਆਂ ਨੇ ਆਪ ਹੀ ਟੈਂਕੀ ਬਣਾਈ, ਉਹ ਪਾਣੀ ਉਹਨੂੰ ਪਾਉਂਦੇ ਸੀ। ਜਾਣੀ ਕਿ ਜਿੰਨੀਆਂ ਲਿੰਕ ਸੜਕਾਂ ਨੇ ਗੁਆਂਢੀ ਪਿੰਡਾਂ ਤੱਕ ਜਾਂਦੀਆਂ, ਬਾਰੇ ਨਿਆਰੇ ਕੀਤੇ ਪਏ ਸੀ। ਝਿੜੀ ਬਾਕੀ ਸਾਰਾ ਕੁਛ, ਜਾਣੀ ਪਿੰਡ ਦੇ ਆਲੇ ਦੁਆਲੇ ਪੰਛੀਆਂ ਦੇ ਲਈ ਆਲ੍ਹਣੇ। ਇਹ 18 ਸਾਲ ਪੁਰਾਣੀ ਗੱਲ ਹੈ। ਮੈਂ ਸੋਚ ਰਿਹਾ ਸੀ ਕਿ 18 ਸਾਲਾਂ ਦੇ ਵਿੱਚ ਉਹ ਉਦਮ ਜਿਹੜਾ ਉੱਚੀ ਦੌਦ ਵਾਲਿਆਂ ਨੇ, ਉਹਦੇ ਨੇੜਲੇ ਪਿੰਡਾਂ ਵਾਲਿਆਂ ਨੇ ਜਾਂ ਪੰਜਾਬ 'ਚ ਹੋਰ ਪਾਸੇ ਕੀਤਾ, ਅਸੀਂ 18 ਸਾਲਾਂ 'ਚ ਅੱਗੇ ਨਹੀਂ ਲਿਜਾ ਸਕੇ। ਉਹ ਪੰਜਾਬ ਦੇ ਪਿੰਡ ਪਿੰਡ ਦੀ ਕਹਾਣੀ ਨਹੀਂ ਬਣ ਸਕੀ। ਉਦੋਂ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਵੀ ਉੱਥੇ ਆਏ ਸੀ, ਬੀਬੀ ਮੇਨਕਾ ਗਾਂਧੀ ਵੀ ਆਈ ਸੀ, ਉਹਨਾਂ ਨੇ ਇੱਕ ਸਮਾਗਮ ਕਰਾਇਆ ਸੀ। ਤੇ ਉਹ ਸਾਰੀ ਚੀਜ਼ ਜਿਹੜੀ ਤਾਂ ਮਾੜੀ ਚੀਜ਼ ਹੁੰਦੀ ਆ, ਐਨ ਜੰਗਲ ਦੀ ਅੱਗ ਵਾਂਗੂ ਠਾ, ਪਰਾਲੀ ਦੇ ਨਾੜ ਨੂੰ ਜਦੋਂ ਅੱਗ ਲੱਗਦੀ ਉਹਦੇ ਵਾਂਗੂ ਠਾ, ਪਰ ਜਿਹੜੀ ਚੰਗੀ ਚੀਜ਼ ਹੁੰਦੀ ਆ ਅਸੀਂ ਉਧਰਲੇ ਪਾਸੇ ਤੁਰਦੇ ਨਹੀਂ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਰੁਪਈਆ 500 ਨਹੀਂ, ਅੱਗੋਂ ਤੋਂ 1000 ਰੱਖਣਾ। ਕਾਹਦਾ ਜੀ? 500 ਤੁਹਾਡਾ, 100 ਕਰਕੇ 500 ਬਾਕੀਆਂ। ਨਹੀਂ ਤੇ 1500 ਕਰਾਓ ਨਾ, ਡਰ ਕੇ ਬੰਦੇ ਨੂੰ ਦਿਆ ਕਰਨਾ, ਤੁਸੀਂ ਰੌਲਾ ਪਾਉਂਦੇ ਉਦਾਂ ਨਹੀਂ। ਚਲ ਉਹ ਦੇਖੋ, ਇਹ ਤਾਂ ਤੁਹਾਡੀ ਦਰਿਆ ਦਿਲੀ ਹੈ ਨਾ, ਐਵੇਂ ਮਤਲਬ ਦੇਖੋ ਕਾਰਨ ਹੈ ਜੀ। ਇੱਕ ਬੇਨਤੀ ਕਰੀਏ ਆਪਾਂ, ਇਹ ਚਰਚਾਵਾਂ ਹਾਸੇ ਮਜ਼ਾਕ ਲਈ ਹੋ ਸਕਦੀਆਂ, ਪਰ ਕਿਤੇ ਨਾ ਕਿਤੇ ਇੱਕ ਗੱਲ ਤੇ ਪੱਕੀ ਹੈ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਪੰਜਾਬ ਨੂੰ ਹੋਇਆ। ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਦੇਖੋ ਵੀ ਜੰਗਲ ਉਹ ਕਹਿੰਦੇ 33% ਚਾਹੀਦਾ, ਤੇ ਉਹ ਕਦੀ 2% ਦੀ ਗੱਲ ਚੱਲਦੀ, ਕਦੀ 4 ਦੀ, ਕਦੀ ਕੋਈ 5% ਵੀ ਦੱਸੀ ਜਾਂਦਾ ਰਹਿੰਦਾ। ਹੁਣ ਵਾਲੀ ਸਰਕਾਰ ਕਹਿੰਦੀ ਦੇਖੋ ਜੀ ਅਸੀਂ ਵਧਾਉਣਾ ਸ਼ੁਰੂ ਕਰਤਾ, ਤੁਸੀਂ ਦੇਖਿਓ 5 ਸਾਲਾਂ 'ਚ ਅਸੀਂ ਕਿੰਨੇ ਵੱਟ ਕੱਢ ਦਿੰਦੇ। ਚਲੋ ਜਦੋਂ ਨਿਕਲ ਜਾਣਗੇ ਆਪਾਂ ਗੱਲ ਕਰ ਲਾਂਗੇ। ਇੱਕ ਮੈਂ ਸੋਚਦਾ ਸੀਗਾ ਵੀ ਯਾਰ ਇੱਕ ਬੂਟਾ ਲਾਉਣ ਤੇ ਕੋਈ ਜ਼ੋਰ ਤਾਂ ਲੱਗਦਾ ਨਹੀਂ ਜੀ,
ਆ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਆਉਂਦਾ ਹੁੰਦਾ ਵੀ ਫਲਾਨਾ ਚੈਲੰਜ ਜੀ, ਬਰਫ਼ ਵਾਲੇ ਪਾਣੀ ਨਾਲ ਨਹਾ ਲਓ, ਢੀਂਗੜਾ ਚੈਨਲ ਜੀ ਤੁਸੀਂ ਅੱਗ ਖਾ ਲਓ, ਉਹੋ ਜਿਹਾ ਕੋਈ ਚੈਲੰਜ ਹੀ ਚਲਾ ਲਓ ਯਾਰ, ਵੀ ਬੂਟਾ ਲਾ ਲਓ। ਨਹੀਂ, ਬੂਟਾ ਲਾ ਦੇਖਦੇ ਲਓ, ਹਾਂ ਕਿਹੜਾ ਬੰਦਾ ਬੂਟਾ ਲਾਉਂਦਾ ਜੀ। ਬੂਟਾ ਲਾ ਲਓ ਤੇ ਬੂਟਾ ਪਾਲ ਲਓ। ਆਹੋ, ਸੋਸ਼ਲ ਮੀਡੀਆ ਦੇ ਉੱਤੇ ਸੰਧਾਲੀਆ ਸਾਹਿਬ ਮਾਫ ਕਰਨਾ, ਰੋਜ਼ ਆਪਾਂ ਇਦਾਂ ਕਰਕੇ ਫੋਟੋ ਨੂੰ ਐ ਕਰਕੇ ਆਹੋ 7-8 ਖਿੱਚ ਕੇ ਤੇ ਉਹਦੇ ਵਿੱਚੋਂ ਇੱਕ ਮੁੜ ਕੇ ਉਹ ਬਰਸ਼ ਜਿਹਾ ਉਹਦੇ ਵਿੱਚੋਂ ਮਾਰ ਕੇ ਫਿਲਟਰ ਜਿਹਾ ਲਾ ਕੇ ਐ ਨਾ, ਯਾਨੀ ਕਿ ਇਦਾਂ ਦੀਆਂ ਫੋਟੋ ਬਣਾ ਦਿੰਦੇ ਹੋ। ਤੇ ਤੁਹਾਡੇ ਤਾਂ ਮੇਰੇ ਮੱਥੇ ਤੇ ਪੂਰੇ ਵਾਲ ਹੁੰਦੇ ਆ ਵੈਸੇ ਗੱਲ ਨਹੀਂ ਆ, ਪੂਰਾ ਰੰਗ ਰੋਗਨ ਕਰਕੇ ਮੈਂ ਕਹਿੰਦਾ ਕਿ ਕੋਈ ਕੰਪੀਟੀਸ਼ਨ ਹੋ ਜਵੇ ਯਾਰ ਇਦਾਂ ਦਾ। ਕਿੰਨੇ ਕੰਪੀਟੀਸ਼ਨ ਚੱਲਦੇ ਹੁੰਦੇ ਆ ਜੀ, ਸਾਰੇ ਜਣੇ ਆ। ਪਿੱਛੇ ਜਿਹਾ ਸਾਊਥ ਦੀ ਇੱਕ ਫਿਲਮ ਆਈ ਸੀ, ਉਹ ਜਿਹੜਾ ਇੱਕ ਟੇਢਾ ਜਿਹਾ ਹੋ ਕੇ ਸਟੈਪ ਕਰਦੇ ਸੀ, ਉਦਾਂ ਦੇ ਸਟੈਪ ਸਾਰੀ ਦੁਨੀਆ ਕਰਨ ਲੱਗ ਪਈ। ਯਾਰ ਰੋਜ਼ ਫੋਟੋ ਖਿੱਚ ਕੇ ਪਾ ਦਿਓ ਆਪਦੇ ਬੂਟੇ ਦੀ, ਉਹਦਾ ਕੰਪੀਟੀਸ਼ਨ ਜੀ। ਮੇਰੇ ਬੂਟੇ ਨੂੰ ਹੁਣ 4 ਪੱਤੇ ਨਿਕਲੇ ਆ ਜਾਂ 5ਵਾਂ ਪੱਤਾ ਥੋੜੀ ਦਿਨ ਨਿਕਲਦਾ, ਅੱਜ ਮੈਂ ਬੂਟਾ ਗੁੱਡਿਆ, ਅੱਜ ਮੈਂ ਇਹਨੂੰ ਮਾੜੀ ਜੀ ਦੇਸੀ ਰੂੜੀ ਪਾਈ ਹੈ, ਅੱਜ ਮੈਂ ਇਦਾਂ ਡੱਬੇ ਨਾਲ ਪਾਣੀ ਪਾਇਆ। ਇੱਦਾਂ ਦੀਆਂ ਵੀਡੀਓ ਫੋਟੋ ਬਣਾ ਕੇ ਆਪਦੇ ਸੋਸ਼ਲ ਮੀਡੀਆ ਨੂੰ ਭਰ ਦਿਓ। ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ, ਪਰਿਵਾਰ ਦਾ ਕੋਈ ਜੀ ਦੁਨੀਆ ਤੋਂ ਚਲੇ ਗਿਆ, ਕੋਈ ਪਰਿਵਾਰ ਦੇ ਜੀ ਦਾ ਕਿਸੇ ਦਾ ਜਨਮ ਦਿਨ ਹੈ, ਕੋਈ ਵੀ ਸੈਲੀਬ੍ਰੇਸ਼ਨ ਕਰਨੀ ਹੈ, ਕਰੋ। ਇਦਾਂ ਦੀ ਗੱਲ ਕਿਹੜੀ ਆ? ਨਹੀਂ ਬੜਾ ਜ਼ਰੂਰੀ ਆ। ਜੇ ਚਲੋ ਇੰਨਾ ਕੁ ਆਪਾਂ ਇਸ ਪਾਸੇ ਤੁਰ ਪਈਏ ਤੇ ਚੰਗੀ ਗੱਲ ਆ। ਬਾਕੀ ਆਪਾਂ ਘੁੰਮ ਫਿਰ ਕੇ ਫਿਰ ਦੁਬਾਰਾ ਆਈਏ ਖਬਰਾਂ ਵਾਲੇ ਪਾਸੇ। ਜੈਨ ਸਾਹਿਬ ਤੋਂ ਸ਼ੁਰੂ ਕਰਨਾ, ਮੁੜ ਕੇ ਇਤਰਾਜ਼ ਹੁੰਦੇ ਕਈ ਵਾਰੀ। ਨਹੀਂ ਕਰੋ, ਕਿਉਂਕਿ ਸਤਿੰਦਰ ਜੈਨ ਸਾਹਿਬ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤੇ 9 ਤਰੀਕ ਤੱਕ ਸੀਗਾ ਸਮਾਂ ਪਹਿਲਾਂ, ਤੇ ਉਹਨਾਂ ਨੂੰ ਆਇਆ ਸੀ ਵੀ ਸ਼ਾਇਦ 9 ਤੋਂ ਬਾਅਦ ਖਹਿੜਾ ਛੁੱਟ ਜੂ, ਪਰ ਹੁਣ ਕਹਿੰਦੇ ਵੀ 9 ਤੋਂ ਬਾਅਦ 13 ਫੇਰ ਪੈ ਗਈ, ਵੀ 13 ਤੱਕ ਅਜੇ ਹੋਰ ਜਾਂਚ ਪੜਤਾਲ ਹੋਵੇਗੀ। ਨਹੀਂ, 4 ਦਿਨ ਦਾ ਰਿਮਾਂਡ ਵਧਿਆ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਿਆ। ਦਿੱਲੀ ਦੇ ਸਿਹਤ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਲੀਡਰ ਨੇ, ਤੇ ਜਿਨ੍ਹਾਂ ਦੇ ਹੱਕ 'ਚ ਸਟੈਂਡ ਕੇਜਰੀਵਾਲ ਸਾਹਿਬ ਨੇ ਲਿਆ ਸੀ ਕਿ ਬੰਦੇ ਨੂੰ ਅਵਾਰਡ ਦਿਓ। ਬੰਦੇ ਨੇ ਮੁਹੱਲਾ ਕਲੀਨਿਕ ਦਾ ਕਨਸੈਪਟ ਦਿੱਤਾ, ਤੇ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ ਸੀ, ਕਹਿੰਦੇ ਵਾਹ ਤੁਹਾਡੇ ਬੰਦੇ ਦੇ ਕੋਲੋਂ ਕਰੋੜਾਂ ਫੜੇ ਜਾਣ, ਉਹਨੂੰ ਅਵਾਰਡ ਦਿਵਾਉਂਦੇ ਹੋ। ਸਾਡੇ ਬੰਦੇ ਦੇ ਕੋਲੋਂ ਤਾਂ ਕਹਿੰਦੇ ਜੇ ਫੜਿਆ ਹੀ ਕੁਝ ਨਹੀਂ ਗਿਆ, ਉਹਨੂੰ ਚੱਕ ਕੇ ਅੰਦਰ ਤੁੰਨਣ ਦੀਆਂ ਗੱਲਾਂ ਕਰਦੇ ਹੋ। ਇਹ ਗੱਲ ਗਲਤ ਹੈ। ਪਰ ਜੈਨ ਸਾਹਿਬ ਹੁਣ 13 ਤਰੀਕ ਤੱਕ ਅਜੇ ਅੰਦਰ ਰਹਿਣਗੇ। ਉਹਨਾਂ ਦੇ ਨੇੜਲਿਆਂ ਦੇ ਕੋਲੋਂ ਕਰੋੜਾਂ ਰੁਪਈਆ ਮਿਲਿਆ। ਸਾਬਤ ਕੀ ਹੁੰਦਾ ਹੈ? ਅਦਾਲਤ ਦੇ ਵਿੱਚ ਜਾ ਕੇ ਕਲੀਅਰ ਹੋਣਾ। ਪਰ ਇਹ ਹੈ ਲੀਡਰਾਂ ਦੇ ਭਾਰੀ ਜਿਹੀ ਐਤਕੀ। ਨਹੀਂ ਪੂਰਾ ਇਹ ਬੜਾ ਔਖਾ ਚੱਲ ਰਿਹਾ ਕੰਮ। ਦੂਜੇ ਪਾਸੇ ਇਹ ਆ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਅੱਜ ਫਿਰ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਨੇ। ਉਹ ਕਹਿੰਦੇ ਦੇਖੋ ਗੱਲ ਇਹ ਹੈ ਵੀ ਅਸੀਂ ਲਗਾਤਾਰ ਆਪਣਾ ਕੰਮ ਕਰੀ ਜਾਂਦੇ ਹਾਂ। ਪਿਛਲੇ ਸਮੇਂ 'ਚ ਕਹਿੰਦੇ ਜੋ ਕੁਛ ਕੀਤਾ ਤੁਹਾਡੇ ਸਾਹਮਣੇ, ਨਤੀਜੇ ਵੀ ਸਾਹਮਣੇ। ਫਿਰ ਉਹਨਾਂ ਨੇ ਪਿੱਠ ਵੀ ਥਾਪੜੀ। ਉਹ ਕਹਿੰਦੇ ਮੂੰਗੀ ਦੀ ਮੈਂ ਆਵਾਜ਼ ਦਿੱਤੀ ਸੀ, ਦੁੱਗਣਾ ਰਕਬਾ ਕਰਤਾ, ਇਹਦੇ ਲਈ ਵਧਾਈ ਦੇ ਪਾਤਰ ਆ ਕਿਸਾਨ। ਸਾਡੀ ਕਹਿੰਦੇ ਰਿਸਪੌਂਸਿਬਿਲਿਟੀ ਸੀ ਵੀ MSP ਦੇ ਉੱਪਰ ਅਸੀਂ ਖਰੀਦਾਂਗੇ, ਅਸੀਂ ਆਪਣਾ ਉਹ ਵਾਅਦਾ ਪੁਗਾਤਾ। ਚੰਗੀ ਗੱਲ ਇਹ ਹੋ ਗਈ ਵੀ ਗਾਂ ਅਗਲੀ ਵਾਰ ਤੋਂ 480 ਰੇਟ ਹੋਰ ਵੱਧ ਗਿਆ। ਇਹਦਾ ਮਤਲਬ ਜੇ ਮੂੰਗੀ ਦਾ ਰਕਬਾ ਐਤਕੀ ਵੱਧ ਗਿਆ, ਅਗਲੀ ਵਾਰ ਤੋਂ 500 ਰੁਪਏ ਅਪਰੋਕਸੀਮੇਟਲੀ ਕੁਆਂਟਲ ਮਗਰ ਹੋਰ ਮਿਲਣਾ, ਤੇ ਇਹਦਾ ਮਤਲਬ ਮੂੰਗੀ ਹੇਠ ਰਕਬਾ ਆਊਗਾ। ਫਿਰ ਕਹਿੰਦੇ ਸਿੱਧੀ ਬਿਜਾਈ ਵਾਲੀ ਗੱਲ, ਕਹਿੰਦੇ ਉਹ ਵੀ ਅੰਕੜਾ ਸਾਡੇ ਕੋਲੇ ਪਹੁੰਚ ਗਿਆ। ਫਿਰ ਉਹ ਕਹਿੰਦੇ ਵੀ ਮੰਗ ਸੀਗੀ ਕਿ ਵੀ ਜਿਹੜੀ ਖੇਤੀ ਲਾਗਤ ਹੈ ਘਟਾਈ ਜਾਵੇ ਜੀ। ਹੁਣ ਗੱਲ ਹੈ ਵੀ ਜੇ ਪਾਣੀ ਡੂੰਘਾ ਚੱਲ ਗਿਆ, ਮੋਟਰ ਜਿਹੜੀ ਉਹ ਵੱਡੀ ਪਾਉਣੀ ਪੈ ਗਈ। ਜੇ ਮੋਟਰ ਵੱਡੀ ਪਾਉਣੀ ਪੈ ਗਈ, ਕਨੈਕਸ਼ਨ ਛੋਟਾ, ਉਹਦਾ ਲੋਡ ਵਧਾਉਣਾ ਪੈਣਾ। ਵੀ ਟੋਟਾ ਪੈਣਾ ਪੈ ਗਿਆ। ਟੋਟੇ ਨਾਲ ਤਾਂ ਕਿੱਥੇ ਸਰਦਾ ਹੋਣਾ, ਤਾਂ 2-2 ਪੈਪ ਪੈਂਦੇ ਇਕੱਠੇ। ਉਹ ਤੋਂ ਬਾਅਦ ਉਹ ਕਹਿੰਦੇ ਵੀ ਜੇ ਮੋਟਰ ਡੂੰਘੀ ਹੋ ਗਈ ਆ ਤੇ ਭਾਈ ਸਾਹਿਬ ਵੱਡੀ ਕਰਨੀ ਪੈਣੀ, ਵੱਡੀ ਹੋ ਗਈ ਤੇ ਉਹ ਕਹਿੰਦੇ ਵੀ ਜੇ ਫੜੀ ਗਈ ਤੇ ਜੁਰਮਾਨਾ ਪੈਣਾ, ਭਾਈ ਆਪਣਾ ਲੋਡ ਵਧਾ ਲਓ। ਯਾਨੀ ਕਿ ਜੇ ਵੱਧ HP ਦੀ ਹਾਰਸ ਪਾਵਰ ਦੀ ਮੋਟਰ ਪਾਉਣੀ ਆ ਤੇ ਤੁਸੀਂ ਆਪਣਾ ਲੋਡ ਵਧਾਓ। ਹੁਣ ਲੋਡ ਵਧਾਉਣ ਦਾ ਰੇਟ ਸੀਗਾ, ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਦੀ ਮੰਗ ਸੀਗੀ ਵੀ 1200 ਰੁਪਇਆ ਕਰ ਦਿਓ ਯਾਰ, ਪਹਿਲਾਂ ਮੈਂ ਚੱਲਦਾ ਸੀ ਅਸੀਂ ਉਨਾ ਕੁ ਭਰ ਦਿੰਦੇ ਹਾਂ। ਸਰਕਾਰ ਕਹਿੰਦੀ ਸੀ 4750 ਤੇ 1200 ਦੇ ਵਿਚਾਲੇ 2500 ਤੇ ਮੇਰੇ ਖਿਆਲ ਨਾਲ ਉਦੋਂ ਸਹਿਮਤੀ ਹੋਈ ਸੀ ਜੀ। ਤੇ ਹੁਣ ਉਹ ਐਲਾਨ ਮੁੱਖ ਮੰਤਰੀ ਸਾਹਿਬ ਨੇ ਕਰਤਾ ਵੀ 2500 ਰੁਪਇਆ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਤੁਸੀਂ ਲੋਡ ਵਧਾ ਲਓ। 2 ਵਧਾਉਣਾ, 4 ਵਧਾਉਣਾ, ਤੇ ਉਹ ਜਾਣੇ ਵੀ ਤੁਹਾਡਾ ਵੀ ਮਸਲਾ ਹੱਲ ਹੋ ਜਾਵੇ ਤੇ ਤੁਹਾਨੂੰ ਇਹ ਵੀ ਨਾ ਰਵੇ ਵੀ ਯਾਰ ਮੋਟਰ ਵੱਡੀ ਆ, ਜੇ ਕੱਲ ਨੂੰ ਫੜੇ ਗਿਆ ਤੇ ਜੁਰਮਾਨਾ ਆਊ। ਸੰਧਾਲੀਆ ਸਾਹਿਬ, ਕਈ ਲੋਕਾਂ ਨੇ ਕਹਿਣਾ ਕਿ ਇੱਕ ਪਾਸੇ ਤਾਂ ਧਰਤੀ ਹੇਠੋਂ ਪਾਣੀ ਕੱਢਣ ਨੂੰ ਘਟਾਉਣ ਦੀ ਗੱਲ ਕਰਦੇ ਹੋ, ਦੂਜੇ ਪਾਸੇ ਆਹ ਚਰਚਾ ਕਰਦੇ ਹੋ। ਦੇਖੋ, ਮੋਟਰਾਂ ਤਾਂ ਪੰਜਾਬ 'ਚ ਚੱਲਣੀਆਂ ਕਿਉਂਕਿ ਆਪਾਂ ਖੇਤੀ ਕਰਦੇ ਹਾਂ ਤੇ ਨਹਿਰੀ ਪਾਣੀ ਦੀ ਵਿਵਸਥਾ ਹੈ ਨਹੀਂ। ਮੁੱਖ ਮੰਤਰੀ ਹੋਰਾਂ ਦੀ ਵੀਡੀਓ ਦੇ ਵਿੱਚੋਂ ਜਿਹੜੀ ਇੱਕ ਮੈਨੂੰ ਖਾਸ ਗੱਲ ਲੱਗੀ ਹੈ ਨਾ, ਉਹਨਾਂ ਨੇ ਜਿਹੜੀ ਟਰਮ ਉੱਥੇ ਵਰਤੀ ਹੈ ਬੜੀ ਪੁਰਾਣੀ ਹੈ ਕਿ ਲਾਗਤ ਘਟਾਉਣੀ ਹੈ, ਪ੍ਰੋਡਕਸ਼ਨ ਕਾਸਟ ਜਿਹੜੀ ਹੈ ਖੇਤੀਬਾੜੀ ਦੀ, ਕਿ ਅਸੀਂ ਉਹਨੂੰ ਘੱਟ ਕਰਨਾ। ਹੁਣ ਤੁਸੀਂ ਦੇਖੋ ਕਿ ਜੇ ਇਹ ਚੰਗੀ ਗੱਲ ਹੈ, ਬਹੁਤ ਵਾਰ ਆਪਾਂ ਕਹਿੰਦੇ ਹੁੰਦੇ ਕਿ ਸਰਕਾਰ ਭਾਵੇਂ ਕੇਂਦਰ ਦੀ ਹੈ ਭਾਵੇਂ ਪੰਜਾਬ ਦੀ ਹੈ, ਲੋਕਾਂ ਦੇ ਨਾਲ ਉਹਦਾ ਟਰੈਕ, ਉਹਦਾ ਰਸਤਾ ਇੱਕ ਚਾਹੀਦਾ। ਜੇ ਟਰੈਕ ਇੱਕ ਹੋਊਗਾ ਫਿਰ ਵੇਸਟੇਜ ਘਟਦੀ ਹੈ। ਸਰਕਾਰ ਲੋਕਾਂ ਦੇ ਮੁਤਾਬਕ ਕੰਮ ਕਰੇ, ਲੋਕਾਂ ਨੂੰ ਸਰਕਾਰ ਤੇ ਯਕੀਨ ਹੋਵੇ, ਅੱਧੀਆਂ ਮੁਸ਼ਕਲਾਂ ਹੀ ਹੱਲ ਹੋ ਜਾਂਦੀਆਂ। ਬੜਾ ਵਧੀਆ ਹੋਇਆ ਕਿ ਜੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਭਾਈ ਮੂੰਗੀ ਬੀਜੋ, ਮੂੰਗੀ ਬੀਜਣ ਦਾ ਮਤਲਬ ਇਹ ਸੀ ਕਿ ਭਾਈ ਆ ਮਹੀਨਾ 1.5 ਮਹੀਨਾ ਧਰਤੀ ਹੇਠੋਂ ਪਾਣੀ ਘੱਟ ਨਿਕਲੂਗਾ, ਝੋਨਾ ਲੇਟ ਲੱਗੂਗਾ ਜਾਂ ਲੱਗੂਗਾ ਨਹੀਂ, ਬਾਸਮਤੀ ਤੇ ਗੱਲ ਚੱਲ ਜੂ। ਉਹਨਾਂ ਨੇ ਕਿਹਾ ਜੀ ਲੱਖਾਂ ਏਕੜ ਦੇ ਵਿੱਚ ਮੂੰਗੀ ਹੈ, ਜਾਣੀ ਪਿਛਲੀ ਵਾਰੀ 50,000 ਏਕੜ ਸੀ, ਐਤਕੀ ਜੇ ਲੱਖ ਏਕੜ ਤੋਂ ਟੱਪ ਗਈ ਆ ਤੇ ਇਹਦਾ ਮਤਲਬ ਹੈ ਕਿ ਦੁੱਗਣੇ ਰਕਬੇ 'ਚ ਹੈ। ਮੈਂ ਕਹਿੰਦਾ ਜੇ 60,000 ਏਕੜ ਮੂੰਗੀ ਬੀਜੀ ਆ ਪਿਛਲੀ ਵਾਰੀ ਨਾਲੋਂ ਵੱਧ,
ਨਹੀਂ ਤਾਂ ਉਹ 60,000 ਏਕੜ ਦੇ ਵਿੱਚੋਂ ਘੱਟੋ ਘੱਟ 50,000 ਏਕੜ ਦੇ ਵਿੱਚ ਝੋਨਾ ਹੋਣਾ ਸੀ ਹੂੰ ਤੇ ਇਸ ਲਈ ਲਗਾਤਾਰ ਫਰਲ ਕਰਦੀਆਂ ਮੋਟਰਾਂ ਚੱਲਣੀਆਂ ਸੀ। ਜੇ ਲੋਕਾਂ ਵਾਅਦਾ ਪੂਰਾ ਕੀਤਾ, ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਹੋਰਾਂ ਨੇ ਆਵਾਜ਼ ਦਿੱਤੀ ਤੇ ਲੋਕਾਂ ਬੋਲ ਪਗਾਤੇ। ਹੁਣ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਵੀ ਬੋਲ ਪਗਾਵੇ। ਉਹਨਾਂ ਨੇ ਕਿਹਾ ਸੀ ਜੀ MSP ਦੇ ਉੱਤੇ ਸਰਕਾਰੀ ਖਰੀਦ ਕਰਾਂਗੇ, ਵੇਲੇ ਸਿਰ ਪੈਸੇ ਦੇਵਾਂਗੇ, ਮੂੰਗੀ ਰੁਲੇ ਨਾ। ਖਰੀਦ ਸ਼ੁਰੂ ਹੋ ਚੁੱਕੀ ਹੈ। ਜੇ ਮੂੰਗੀ ਨਹੀਂ ਰੁਲੂਗੀ ਲੋਕਾਂ ਦਾ ਯਕੀਨ ਤੇ ਭਰੋਸਾ ਵੱਧ ਜੂਗਾ। ਦੂਸਰਾ, ਸਿੱਧੀ ਬਿਜਾਈ ਦਾ ਮਸਲਾ ਉਹ ਕਹਿੰਦੇ ਜੀ ਉਹ ਵੀ ਰਜਿਸਟ੍ਰੇਸ਼ਨ ਸਾਡੇ ਕੋਲ ਹੋ ਰਹੀ ਹੈ, ਔਨ ਰਿਕਾਰਡ ਅੰਕੜੇ ਆ ਰਹੇ ਆ, ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ, ਨਾ ਕੋਈ ਅੰਦਾਜ਼ੇ ਵਾਲੀ ਹੈ। ਲੋਕਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਵੀ ਰਿਕਾਰਡ ਤੋੜ ਦਿੱਤੇ, ਅੰਕੜਾ ਤੁਹਾਡੇ ਸਾਹਮਣੇ ਰੱਖਾਂਗੇ, ਚੰਗੀ ਗੱਲ ਹੈ। ਇਧਰਲੇ ਪਾਸੇ ਦੇਖੋ, ਜਦੋਂ ਪ੍ਰੋਡਕਸ਼ਨ ਕਾਸਟ ਘਟਾਉਣ ਦੀ ਗੱਲ ਆਉਂਦੀ ਹੈ, ਸੰਧਾਲੀਆ ਸਾਹਿਬ, ਜੇ ਖਾਦ ਘਟ ਗਈ, ਕੀੜੇ ਮਾਰ ਦਵਾਈਆਂ ਦਾ ਮਸਲਾ ਥੋੜ੍ਹਾ ਜਿਹਾ ਘਟ ਗਿਆ, ਜੇ ਮੋਟਰ ਘੱਟ ਚੱਲਣ ਲੱਗ ਪਈ, ਉਹ ਸੜੂਗੀ ਵੀ ਥੋੜੀ। ਧਰਤੀ ਹੇਠੋਂ ਪਾਣੀ ਜੇ ਘੱਟ ਨਿਕਲਣ ਲੱਗ ਪਿਆ, ਟੋਟਾ ਵੀ ਘੱਟ ਪਾਉਣਾ ਪਊਗਾ। ਟੋਟਾ ਕਿਤੇ ਮੁਫਤ 'ਚ ਨਹੀਂ ਪੈ ਜਾਂਦਾ, ਰੁਪਈਏ ਮਿਸਤਰੀ ਨੂੰ ਦੇਣੇ ਪੈਂਦੇ ਆ, ਪਾਈਪ ਮੁੱਲ ਖਰੀਦ ਕੇ ਲਿਆਉਣਾ ਪੈਂਦਾ, ਹਾਰਸ ਪਾਵਰ ਵਧਾਉਣੇ ਪੈਂਦੇ ਆ। ਹੁਣ ਜੇ ਤਾਂ ਲਾਗਤ ਘਟਾਉਣ ਦੇ ਵਿੱਚ ਆਪਾਂ ਕਾਮਯਾਬ ਹੋ ਗਏ, ਭਾਅ ਬਹੁਤਾ ਵਧਾਉਣ ਦੀ ਲੋੜ ਨਹੀਂ ਪੈਣੀ। ਫਿਰ ਹੁਣ ਭਾਅ ਵਧਾਉਣੇ ਆ, ਲਾਗਤ ਉਦੋਂ ਦੁੱਗਣੀ ਵੱਧ ਜਾਂਦੀ ਹੈ, ਕਿਸਾਨ ਉੱਥੇ ਦਾ ਉੱਥੇ ਰਹਿ ਜਾਂਦਾ, ਮਜ਼ਦੂਰ ਦੇ ਪੱਲੇ ਫਿਰ ਪੈਣਾ ਕੀ ਹੈ। ਚੰਗੀ ਗੱਲ ਹੈ। ਮੈਨੂੰ ਤਾਂ ਇਹ ਵੀ ਲੱਗਦਾ ਕਿ ਭਗਵੰਤ ਮਾਨ ਸਾਹਿਬ ਅੱਜ ਜਾਂ ਕੱਲ, ਜਿੱਦਣ ਵੀ ਕਿਤੇ ਸੂਤ ਲੱਗਦਾ, ਵਿਰੋਧੀ ਧਿਰਾਂ ਨਾਲ ਮੀਟਿੰਗ ਕਰ ਲੈਣ, ਕਹਿਣ ਕਿ ਚਲੋ ਯਾਰ ਕੱਲ ਜੋ ਹੋਇਆ ਸ਼ਿਕਾਇਤ ਸ਼ਕੂਤ ਵਾਪਸ ਲੈਣੇ ਆ, ਛੱਡੋ ਪਰਾਂ, ਤੁਸੀਂ ਦੱਸੋ ਗੱਲ ਕੀ ਹੈ। ਚਾਹੇ ਧਰਮਸੋਤ ਸਾਹਿਬ ਦਾ ਮੁੱਦਾ, ਚਾਹੇ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ, ਬਹਿ ਕੇ ਹੱਲ ਕਰੋ। ਦੂਸਰਾ, ਵਿਰੋਧੀ ਧਿਰਾਂ ਨੂੰ ਵੀ ਚਾਹੀਦਾ ਕਿ ਜੇ ਕੋਈ ਕੰਮ ਪਿਛਲੇ ਸਮੇਂ 'ਚ ਨਹੀਂ ਸੀ ਹੋਇਆ, ਜੇ ਕਰਨ ਲੱਗੇ ਤਾਂ ਪਿੱਠ ਥਾਪੜੋ, ਸੁਝਾਅ ਦਿਓ ਕਿ ਭਾਈ ਅੱਗੇ ਨੂੰ ਤੁਰੀਏ। ਕਿਉਂਕਿ ਆਪਾਂ ਸਾਰੀ ਉਮਰ ਰੋਂਦੇ ਪਿੱਟਦੇ ਸਿਆਪੇ ਕਰਦੇ ਲੋਕਾਂ ਦੇ ਨਾਲ ਰੈਲੀਆਂ ਥੋੜੀ ਕਰਨੀਆਂ। ਕਦੇ ਇਦਾਂ ਦੀ ਵੀ ਰੈਲੀ ਕਰਨੀ ਆ ਕਿ ਲੋਕ ਮੂਹਰੇ ਬੈਠੇ ਹੱਸਦੇ ਖੇਡਦੇ ਹੋਣ, ਧਰਨੇ ਪ੍ਰਦਰਸ਼ਨਾਂ ਤੋਂ ਬਿਨਾਂ ਪੰਜਾਬ ਦੀ ਧਰਤੀ ਹੋਵੇ, ਇਦਾਂ ਦਾ ਮੌਕਾ ਹੋਣਾ ਚਾਹੀਦਾ। ਇਹ ਸਲਾਹ ਤੁਹਾਡੀ ਬੜੀ ਵਧੀਆ, ਬਹੁਤਾ ਕਰਕੇ ਸਾਰਿਆਂ ਨੂੰ ਪਸੰਦ ਆਉਣੀ ਆ। ਇੱਕ ਅੱਧਾ ਲੀਡਰ ਮਿਰਗਾ ਹੋਣਾ, ਉਹ ਕਚੀਚੀਆਂ ਲੈਂਦਾ ਫਿਰਦਾ ਨਾ, ਤੂੰ ਬਾਲਾ ਸਿਆਣਾ ਵੀ ਕਿਤੇ ਬੱਟਾ ਨਾ ਮਾਰਿਓ। ਹਾਂ, ਵੀ ਉਹਨਾਂ ਨਾਲ ਜਾ ਕੇ ਇਦਾਂ ਕਰ ਲਓ, ਉਦਾਂ ਕਰ ਲਓ, ਹੈ ਸਾਡੀ ਕੁਰਸੀ ਖੁੱਸ ਗਈ, ਤੈਨੂੰ ਗੱਲਾਂ ਆਉਂਦੀਆਂ ਇਦਾਂ ਕਿਦਾਂ। ਦੇਖੋ ਚਲੋ ਜੋ ਵੀ ਆ ਉਹ ਆਪਣੀ ਥਾਂ 'ਤੇ ਕਰ ਲੈਣ, ਆਪਾਂ ਦੂਜੀ ਪਾਸੇ ਫਿਰ ਮੋੜਾ ਕੱਟਦੇ ਹਾਂ। ਇਹ ਗੱਲ ਤੇ ਪੱਕੀ ਆ ਵੀ ਜਿਹੜਾ ਲਾਗਤ ਹੈ ਖੇਤੀ ਦੀ, ਉਹ ਘਟਾਉਣੀ ਪੈਣੀ ਆ। ਲਾਗਤ ਕੇਂਦਰ ਸਰਕਾਰ ਵੀ ਕਹਿੰਦੀ ਘਟਾਉਣੀ ਪੈਣੀ, ਜ਼ੀਰੋ ਬਜਟ ਖੇਤੀ ਵਾਲੇ ਪਾਸੇ ਆਉਂਦੇ ਆ। ਹੁਣ ਆਪਾਂ ਹਰੇਕ ਚੀਜ਼ ਦੇ ਵਿੱਚ ਦੇਖਦੇ ਹਾਂ ਵੀ ਪਹਿਲਾਂ ਆਪਾਂ ਇਹ ਦੇਖਦੇ ਸੀ ਕਿ ਵੀ ਪੰਜਾਬ ਵਾਲੇ ਪਾਸਿਓਂ ਕੋਈ ਡਿਮਾਂਡ ਆਉਂਦੀ ਸੀ ਜਾਂ ਕੋਈ ਕੀਤੀ ਜਾਂਦੀ ਸੀ, ਫਿਰ ਉਹ ਅਖਬਾਰਾਂ ਦਾ ਸ਼ਿੰਗਾਰ ਬਣਦੀ ਸੀ। ਅਸੀਂ ਇਦਾਂ ਕਰਦੇ, ਦਿੱਲੀ ਸ਼ੁਰੂ ਤੋਂ ਪੰਜਾਬ ਨਾਲ ਇਦਾਂ ਕਰਦੀ ਆਉਂਦੀ, ਦਿੱਲੀ ਨੇ ਕੁਛ ਕੀਤਾ ਹੀ ਨਹੀਂ। ਹਾਂ, ਉਹ ਗੱਲਾਂ ਬਾਅਦ 'ਚ ਪਤਾ ਲੱਗਦੀਆਂ ਹੁੰਦੀਆਂ ਵੀ ਯਾਰ ਉਹ ਅਗਲੇ ਕਹਿੰਦੇ ਵੀ ਯਾਰ ਜਿੰਨਾ ਅਸੀਂ ਪੰਜਾਬ ਨੂੰ ਦੇਤਾ, ਸਾਨੂੰ ਹਿਸਾਬ ਤਾਂ ਦੇ ਦਿਓ ਉਹਦਾ, ਵੀ ਅਸੀਂ ਪੈਸੇ ਵੀ ਦੇਈ ਜਾਂਦੇ, ਸਾਡੀ ਬਦਨਾਮੀ ਵੀ ਕਰੀ ਜਾਂਦੇ ਹੋ। ਪਰ ਹੁਣ ਐਤਕੀ ਕੀ ਆ ਵੀ ਉਹ ਕਹਿੰਦੇ ਵੀ ਇੱਧਰੋਂ ਗੱਲ ਚੱਲਦੀ, ਉੱਥੋਂ ਮਨਜ਼ੂਰੀ ਮਿਲ ਜਾਂਦੀ। ਹੁਣ ਪਤਾ ਨਹੀਂ ਵੀ ਇਹਦੇ 'ਚ BJP ਦਾ ਇੰਟਰਸਟ ਹੈ ਵੀ ਪੰਜਾਬ ਦੇ ਨਾਲ ਆਪਾਂ ਹੁਣ ਆਪਣਾ ਪਿਆਰ ਵਧਾਉਣਾ, ਜਾਂ ਫਿਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਉਹਨਾਂ ਨੇ ਜਾ ਕੇ ਦੱਸਿਆ ਉਹ ਵੀ ਯਾਰ ਵੀਰ ਮੇਰੇ ਉਹ ਕਿਹੜਾ ਕੋਈ ਬਗਾਨੇ ਆ, ਵੀ ਜੇ ਅਗਲਿਆਂ ਦੀ ਕੋਈ ਡਿਮਾਂਡ ਹੈ ਤੁਸੀਂ ਪੂਰੀ ਕਰੋ, ਵੀ ਉਹਨਾਂ ਕਿਹੜਾ ਵੱਟ ਦਾ ਰੌਲਾ ਪਾ ਕੇ ਰੱਖਿਆ ਤੁਹਾਡੇ ਨਾਲ, ਵੀ ਉਹਨਾਂ ਨੂੰ ਤਾਂ ਲੀਡਰ ਚਾਹੀਦਾ ਜਿਹੜਾ ਉਹਨਾਂ ਦੇ ਕੰਮ ਕਰੇ। ਜੇ ਤੁਸੀਂ ਕਰ ਦਿਓਗੇ ਤੁਹਾਡੀ ਪਾਰਟੀ ਦੇ ਨਾਲ ਹੋ ਜਾਣਗੇ, ਜੇ ਕੋਈ ਹੋਰ ਕਰੂ ਤਾਂ ਉਹਦੇ ਨਾਲ ਹੋ ਜਾਣਗੇ। ਪਹਿਲਾਂ ਦਾ ਕੀ ਹਾਲ ਸੀਗਾ ਉਹ ਲੋਕਾਂ ਦੇਖ ਲਿਆ, ਲੀਡਰਾਂ ਵੀ ਦੇਖ ਲਿਆ। ਇੱਕ ਚੀਜ਼ ਮੈਨੂੰ ਲੱਗਦਾ ਵੀ ਜਿਹੜੀ ਵੱਲ ਧਿਆਨ ਦੇਣ ਦੀ ਲੋੜ ਆ ਉਹ ਇਹ ਆ ਕਿ ਵੀ ਬਹੁਤ ਸਾਰੇ ਸੂਏ, ਕੱਸੀਆਂ, ਛੋਟੀਆਂ ਨਹਿਰਾਂ ਉਹ ਜਾਂ ਤਾਂ ਬੰਦ ਹੋ ਗਈਆਂ, ਜਾਂ ਇਵੇਂ ਜੇ ਆਪਾਂ ਸਰਕਾਰੀ ਖਾਲ ਕਹਿ ਲਈਏ ਜਿਹਨਾਂ ਤੋਂ ਪਾਣੀ ਜਾਂਦਾ ਸੀਗਾ ਵਾਰੀਆਂ ਵਾਲਾ, ਜਾਂ ਤਾਂ ਉਹ ਖਤਮ ਹੋ ਗਏ, ਟੁੱਟ ਗਏ, ਵਗ ਗਏ। ਉਸ ਤੋਂ ਬਾਅਦ ਉਹ ਵਾਰੀ ਵੀ ਖਤਮ ਹੋ ਗਈ। ਅੱਜ ਦੀ ਡੇਟ 'ਚ ਮੇਰੇ ਖਿਆਲ ਨਾਲ ਤੁਸੀਂ ਟਿੱਪਣੀ ਕੀਤੀ ਜਾ ਸਕਦੀ ਆ ਵੀ ਕਈਆਂ ਦੀਆਂ ਵਾਰੀਆਂ ਬੋਲਦੀਆਂ ਕਾਗਜ਼ਾਂ 'ਚ, ਪਰ ਉਹ ਵਾਰੀ ਲਾਉਂਦੇ ਨਹੀਂ, ਕਿਉਂਕਿ ਪਾਣੀ ਨਹੀਂ ਪਹੁੰਚਦਾ ਜਾਂ ਉੱਥੇ ਜਾਂਦਾ ਹੀ ਨਹੀਂ। ਅਗਲਾ ਕਹਿੰਦਾ ਯਾਰ ਹੁਣ ਕਰੀਏ ਕਿ ਉੱਥੇ ਪਾਣੀ ਲਾਈਏ ਕਿੱਥੇ। ਮੈਨੂੰ ਲੱਗਦਾ ਵੀ ਇਹ ਸਿੰਚਾਈ ਵਿਭਾਗ ਜਿਹੜਾ ਹੈ ਉਹਨੂੰ ਵੀ ਇੱਕ ਤਰ੍ਹਾਂ ਨਾਲ ਓਵਰਆਲ ਕਰਨ ਦੀ ਲੋੜ ਆ, ਵੀ ਜੇ ਪਿੱਛੋਂ ਪਾਣੀ ਆਉਂਦਾ ਉਹ ਪਾਣੀ ਆਪਾਂ ਬਾਅਦ 'ਚ ਰੋਕ ਕੇ ਵੇਖਦੇ ਹਾਂ ਵੀ ਯਾਰ ਹੁਣ ਖੜੀਏ ਤੇ ਖੜੀਏ ਕਿੱਥੇ, ਵੀ ਹੋਰ ਕੁਛ ਨਹੀਂ, ਤੇ ਮੋੜ ਕੇ ਦਰਿਆਵਾਂ ਨੂੰ ਕੱਢ ਦਿਓ ਜਾਂ ਕਿਸੇ ਹੋਰ ਪਾਸੇ ਕੱਢ ਦਿਓ। ਜਦੋਂ ਆਪਾਂ ਨੂੰ ਲੱਗਦਾ ਵੀ ਆਪਣੇ ਕੋਲ ਉਹ ਢਾਂਚਾ ਬਣਿਆ ਸੀ, ਉਹ ਢਾਂਚਾ ਵਿਗੜ ਗਿਆ ਜਾਂ ਉਹ ਖਤਮ ਹੋ ਗਿਆ, ਉਹਦੀ ਓਵਰਆਲਿੰਗ ਕਰ ਲਈ ਜਾਵੇ। ਉਹ ਜਾਣੇ ਉਹ ਜਿਹੜਾ ਪਾਣੀ ਨਹਿਰਾਂ ਵਾਲਾ ਜੇ ਉਹ ਜ਼ਮੀਨਾਂ ਨੂੰ ਮਿਲਣ ਲੱਗ ਪਿਆ ਤੇ ਆਪੇ ਮੋਟਰਾਂ ਦੇ ਪਾਣੀ ਦੀ ਘੱਟ ਲੋੜ ਪਊ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਕੋਈ ਨਵਾਂ ਉਦਮ ਕਰਨ ਦੀ ਲੋੜ ਨਹੀਂ। ਹਾਂ, ਜਿਹੜੇ ਪੈਸੇ ਜਦੋਂ ਸਵਿਮਿੰਗ ਪੂਲ ਪੱਟ ਲਿਆ ਤੇ ਪੂਰ ਲਿਆ, ਇੱਦਾਂ ਹੀ ਜੀ ਉੱਥੇ ਕੱਖ ਕਾਣ ਬਹੁਤ ਆ ਨਹਿਰ ਦੇ ਵਿੱਚ, ਖਾਲੇ ਦੇ ਵਿੱਚ, ਸੂਏ 'ਚ, ਉਹਨੂੰ ਸਾਫ਼ ਕਰਤਾ। ਕੱਖ ਜੇ ਸਿਗਾ ਤਾਂ ਸਿਗਾ ਹੀ, ਹੋਇਆ ਹੀ ਨਹੀਂ ਸਾਫ਼, ਜੇ ਨਹੀਂ ਸਿਗਾ ਤਾਂ ਵੀ ਸਾਫ਼ ਕਰਤਾ, ਪਰ ਕਾਗਜ਼ਾਂ 'ਚ ਕੀਤਾ। ਜਿੰਨੇ ਕੁ ਪੈਸੇ ਸਿੰਚਾਈ ਵਿਭਾਗ ਵਾਲੇ, ਨਹਿਰੀ ਵਿਭਾਗ ਵਾਲੇ ਇੱਧਰਲੇ ਪਾਸੇ ਨੂੰ ਰੱਖਦੇ ਆ, ਉਹ ਇਮਾਨਦਾਰੀ ਨਾਲ ਲੱਗਣ ਲੱਗ ਪੈਣ ਤਾਂ ਆਪੇ ਕੰਮ ਹੋ ਜਾਊ। 1000 ਕਰੋੜ ਰੁਪਈਏ ਦਾ ਮਸਲਾ ਪੈਂਦਾ ਸੀ ਨਾ, ਸੁਰਿੰਦਰ ਸਿੰਘ ਠੇਕੇਦਾਰ ਹੋਰਾਂ ਦਾ ਮਸਲਾ, 1000 ਕਰੋੜ ਰੁਪਈਏ, ਕਿ ਭਾਈ ਉਹ ਇਦਾਂ ਦਾ ਹੀ ਕੰਮ ਸੀ, ਨਹਿਰ ਬਣਾਉਣੀ ਹੈ, ਮਾੜੀ ਮੋਟੀ ਸਾਫ਼ ਸੂਫ ਕਰਨੀ ਹੈ, ਇਹ ਬਹੁਤ ਜ਼ਰੂਰੀ ਹੈ। ਬੜੀ ਵਾਰੀ ਹਰ ਗਰਮੀਆਂ ਦੇ ਵਿੱਚ ਧਰਨੇ ਲੱਗਦੇ ਆ ਜੀ, ਪਾਣੀ ਨਹੀਂ ਪਹੁੰਚਦਾ, ਟੇਲ ਤੱਕ ਪਾਣੀ ਨਹੀਂ ਪਹੁੰਚਦਾ, ਖਾਸ ਤੌਰ ਦੇ ਉੱਤੇ ਅਬੋਹਰ ਫਾਜ਼ਿਲਕਾ ਵਾਲੇ ਪਾਸੇ
ਹਰ ਵਾਰ ਲੋਕ ਤੰਗ ਪਰੇਸ਼ਾਨ ਹੁੰਦੇ ਆ। ਕਈ ਟੈਲੀਫੋਨ ਇਦਾਂ ਦੇ ਆਉਂਦੇ ਹੁੰਦੇ ਆ ਜੀ 3 ਮਹੀਨੇ ਹੋ ਗਏ ਪਾਣੀ ਨਹੀਂ ਆਇਆ, ਸਾਡੇ ਖੇਤਾਂ ਦੇ ਵਿੱਚ ਹੋਰ ਕੋਈ ਪ੍ਰਬੰਧ ਨਹੀਂ। ਸਰਕਾਰ ਧਿਆਨ ਦੇਵੇ, ਕਾਫੀ ਹੱਦ ਤੱਕ ਹੱਲ ਹੋ ਸਕਦਾ। ਇੱਕ ਚੀਜ਼ ਹੋਰ, ਕਈ ਮਸਲੇ ਹੁੰਦੇ ਆ ਸੰਧਾਲੀਆ ਸਾਹਿਬ ਜਿਨ੍ਹਾਂ ਦੇ ਉੱਤੇ ਪੈਸੇ ਨਹੀਂ ਲੱਗਦੇ, ਆ ਲੱਗਦਾ ਜਾਣਕਾਰੀ ਸਰਕਾਰ ਤੱਕ, ਕੱਪੜੇ ਸਰਕਾਰ ਉਧਰਲੇ ਪਾਸੇ ਧਿਆਨ ਦੇਵੇ, ਵਿਰੋਧੀ ਤੇ ਨਾ ਚੱਕਣ ਮੁੱਦੇ ਇਦਾਂ ਦੇ। ਅੱਜ ਮੁੱਖ ਮੰਤਰੀ ਸਾਹਿਬ ਨੂੰ ਮਿਲਿਓ, ਮੁੜ ਕੇ ਆ ਬਾਰਡਰ ਏਰੀਆ ਦੇ ਵਿੱਚ ਜਾਓ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਕਿਹਾ ਸੀ ਨਾ ਕਿ ਬਾਰਡਰ ਏਰੀਆ ਦੇ ਵਿੱਚ ਪ੍ਰਚਾਰ ਕਰਨ ਦੀ ਬੜੀ ਲੋੜ ਹੈ। ਕੱਲ ਇੱਕ ਟੈਲੀਫੋਨ ਆਇਆ ਸੱਜਣ ਦਾ, ਅੰਮ੍ਰਿਤਸਰ ਜ਼ਿਲ੍ਹਾ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ। ਉਹ ਕਹਿੰਦੇ ਜੀ ਜ਼ਮੀਨ ਹੈ ਸਾਡੀ ਖੇਤੀਬਾੜੀ ਦੀ। ਉਹ ਕਹਿੰਦੇ ਜੀ ਪ੍ਰੈਕਟੀਕਲੀ ਇਹ ਗੱਲ ਕਿੰਨੀ ਕੁ ਜਾਇਜ਼ ਹੈ, ਕਿੰਨੀ ਕੁ ਪ੍ਰੈਕਟੀਕਲੀ ਇਦਾਂ ਹੀ ਹੈ, ਇਹ ਤਾਂ ਸਰਹੱਦ ਦੇ ਨੇੜੇ ਬੈਠੇ ਲੋਕ ਦੱਸਦੇ ਹੋਣਗੇ। ਉਹ ਕਹਿੰਦੇ ਜੀ ਦੇਖੋ ਅਸੀਂ ਸਬਜ਼ੀ ਵੀ ਬੀਜੀ ਹੈ, ਅਸੀਂ ਝੋਨਾ ਵੀ ਲਾਉਣਾ ਹੈ, ਅਸੀਂ ਮੱਕੀ ਵੀ ਬੀਜੀ ਹੈ, ਤੇ ਪਾਣੀ ਸਬਜ਼ੀ ਨੂੰ ਖੁੱਲਾ ਨਹੀਂ ਛੱਡਿਆ ਜਾਂਦਾ। ਇਹ ਇਦਾਂ ਨਹੀਂ ਹੈ ਕਿ ਝੋਨੇ ਨੂੰ ਜਿੱਦਾਂ ਛੱਡਦਾ ਵੀ ਚਲੋ ਠੀਕ ਹੈ, ਉਹਨੂੰ ਹਿਸਾਬ ਜਿਹਾ ਨਾ ਪੇਤਲਾ ਜਿਹਾ ਪਾਣੀ ਲਾਉਣਾ ਹੁੰਦਾ ਤੇ ਸਾਰੇ ਪਾਸੇ ਲਾਉਣਾ ਹੁੰਦਾ। ਉਹ ਕਹਿੰਦੇ ਜੀ ਤੜਕੇ 2 ਵਜੇ ਬੱਤੀ ਆਉਂਦੀ ਹੈ, 9 ਵਜੇ ਤੱਕ ਸਵੇਰੇ ਤੱਕ, ਤੇ ਕਿਉਂਕਿ ਬਾਰਡਰ ਦੇ ਕੋਲ ਭਾਰਤ ਵਾਲੇ ਪਾਸੇ ਜ਼ਮੀਨ ਹੈ, 3 BSF ਦੇ ਨਾਕੇ ਆ ਉਹ ਕਹਿੰਦੇ ਰਾਹ 'ਚ, ਤੇ ਬਹੁਤ ਘੱਟ ਸਮਾਂ ਇਦਾਂ ਦਾ ਹੁੰਦਾ ਕਿ ਜਦੋਂ ਅਸੀਂ ਬਿਨਾਂ ਜਿਹੜਾ ਰੁਕਾਵਟ ਦੇ ਆਪਣੇ ਖੇਤਾਂ ਤੱਕ ਤੜਕੇ 2 ਵਜੇ ਪਹੁੰਚ ਜਾਈਏ। ਦੇਖੋ ਬਾਰਡਰ ਸਿਕਿਉਰਿਟੀ ਫੋਰਸ ਦੇ ਜਿਹੜੇ ਜਵਾਨ ਆ, ਉਹਨਾਂ ਦੀ ਆਪਣੀ ਡਿਊਟੀ ਹੈ ਕਿ ਭਾਈ ਕੋਈ ਵੀ ਬੰਦਾ ਜਿਹੜਾ ਗੈਰ ਸਮਾਜੀ ਅਨਸਰ ਬਾਰਡਰ ਦੇ ਨੇੜੇ ਨਾ ਜਾਵੇ। ਉਹਨਾਂ ਨੇ ਆਪਣੀ ਘੋਖ ਪੜਤਾਲ ਰੱਖਣੀ ਆ, ਭਲਕ ਨੂੰ ਕੋਈ ਜਾ ਜਾਂਦੀ ਹੋਗੀ ਤਾਂ ਫਿਰ ਸਾਰਾ ਦੋਸ਼ ਉਹਨਾਂ ਦੇ ਸਿਰ ਤੇ ਆਉਂਦਾ। ਉਹ ਆਪਣੀ ਡਿਊਟੀ ਕਰਦੇ ਆ। ਹੁਣ ਉਹਨਾਂ ਦਾ ਕਹਿਣਾ ਸੀ, ਕਹਿੰਦੇ ਜੀ ਬੱਤੀ 2 ਤੋਂ 9 ਤੱਕ 7 ਘੰਟੇ ਦੇਣੀ ਆ, ਚਾਹੇ 6 ਦੇ ਦਿਓ ਪਰ ਦਿਨੇ ਦਿਓ, ਜਦੋਂ ਕਿ ਸਾਨੂੰ ਉੱਥੇ ਜਾਣ ਦੇ ਵਿੱਚ ਬਾਰਡਰ ਦੇ ਨੇੜੇ ਰੁਕਾਵਟ ਕੋਈ ਨਾ ਹੋਵੇ। ਫਿਰ ਉਹ ਕਹਿੰਦੇ ਜੀ ਜਿਹੜੀ ਲਾਈਨ ਸਾਡੇ ਜਾਂਦੀ ਉਹੀ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਵੀ ਜਿਹੜੇ ਭਾਰਤ ਦੇ ਕਿਸਾਨਾਂ ਦੀ ਜ਼ਮੀਨ ਆ, ਪੰਜਾਬ ਦੇ ਕਿਸਾਨਾਂ ਦੀ, ਉਹਨਾਂ ਨੂੰ ਬੱਤੀ ਜਾਂਦੀ ਹੈ। ਕਹਿੰਦੇ ਜੇ ਸਾਡਾ ਪਹੁੰਚਣਾ, ਉਹ ਕਹਿੰਦਾ ਬਾਰਡਰ ਪਾਰ ਕਰਕੇ ਤਾਂ ਪੱਕਾ ਹੀ ਚਲੇ ਜਾਂਦੇ ਹੋਣਗੇ ਵੀ ਉਹ ਸਾਡੇ ਤੋਂ ਵੀ ਵੱਧ ਤੰਗ ਨੇ। ਉਹ ਕਹਿੰਦੇ ਜੀ ਜਦੋਂ ਅਸੀਂ ਲੋਕਲ ਜਿਹੜਾ ਫੀਡਰ ਹੈ ਉੱਥੇ ਜਾਂਦੇ ਆ, ਉਹ ਕਹਿੰਦੇ ਜੀ ਸਾਡੇ ਹੱਥ ਜੁੜੇ ਆ, ਸਾਨੂੰ ਪਟਿਆਲਿਓਂ ਜਿਹੜਾ ਸਕੈਜੂਲ ਬਣ ਕੇ ਆ ਜਾਂਦਾ ਕਿ ਤੁਸੀਂ ਇੰਨੇ ਤੋਂ ਇੰਨੇ ਵਜੇ ਤੱਕ ਇੱਥੇ ਬੱਤੀ ਦੇਣੀ ਹੈ, ਅਸੀਂ ਉਦੋਂ ਦੇਣੀ, ਅਸੀਂ 1 ਮਿੰਟ ਵੀ ਅੱਗੇ ਪਿੱਛੇ ਨਹੀਂ ਕਰ ਸਕਦੇ। ਫਿਰ ਕਹਿੰਦੇ ਜੇ ਪਟਿਆਲੇ ਜਾਂਦੇ ਆ ਤੇ ਉਹ ਕਹਿੰਦੇ ਜੀ ਉੱਥੋਂ ਹੋਣਾ ਆ, ਜਾਣੀ ਬੱਤੀ ਦੀ ਵੱਧ ਦੀ ਲੋੜ ਨਹੀਂ ਉੱਥੇ। ਉਹ ਕੰਮ ਕਰਨਾ ਚਾਹੁੰਦੇ ਆ, ਉਹ ਕੋਈ 2 ਨੰਬਰ ਦਾ ਕੰਮ ਨਹੀਂ ਕਰਦੇ। ਉਹ ਸਿਰਫ ਇਹ ਕਹਿੰਦੇ ਆ ਕਿ ਉੱਥੋਂ ਦੀ ਜ਼ਮੀਨੀ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਆ, ਸਾਨੂੰ ਦਿਨੇ ਬੱਤੀ ਦਿਓ, ਨਾ BSF ਵਾਲੇ ਤੰਗ ਹੋਣ, ਨਾ ਅਸੀਂ ਤੰਗ ਹੋਈਏ, ਨਾ ਸਾਡੀ ਫਸਲ ਮਰੇ। ਇਹਦੇ ਦੇਖੋ ਮੈਨੂੰ ਲੱਗਦਾ ਵੀ ਆਪਾਂ ਪਹਿਲਾਂ ਵੀ ਬਟਾਈ ਵਾਲਾ ਜ਼ਿਕਰ ਕੀਤਾ, ਹੁਣ ਫਿਰ ਉਹੀ ਕਰ ਦਿੰਦੇ ਵੀ ਇਹ ਫਰਕ ਸਿਰਫ ਉਹਨਾਂ ਕਿ ਵੀ ਜਦੋਂ ਪਾਲਿਸੀ ਵੱਡੇ ਸਾਰੇ ਦਫ਼ਤਰ ਦੇ ਵਿੱਚ ਚੱਲਦੇ ਹੋਏ AC ਦੇ ਵਿੱਚ ਬਣਦੀ ਹੈ ਜੀ, ਕੰਪਿਊਟਰ ਦੇ ਉੱਪਰ ਟਕਾ ਟਕ ਨਾਲੇ ਉਧਰੋਂ ਕਹਿੰਦੇ ਵੀ ਕੋਈ ਚਾਹ ਦਾ ਪਿਆਲਾ, ਕੋਈ ਠੰਡਾ ਬੱਤਾ ਨਾਲ ਪੀਂਦੇ ਆ, ਫਿਰ ਬੰਦਾ ਕਹਿੰਦਾ ਵੀ ਓਕੇ ਇੱਧਰ ਇੰਨਾ ਕਰ ਦਿਓ, ਇੱਧਰ ਇੰਨਾ। ਜਿਹੜੇ ਵੀ ਬੰਦੇ ਨੇ ਬਣਾਉਣਾ ਉਹ ਯਾਰ ਅਗਲਾ ਬੰਦਾ ਤੇ ਆਪਣੇ ਹਿਸਾਬ ਨਾਲ ਬਣਾਉਂਦਾ ਵੀ ਉਹਦੇ ਇੱਦਾਂ ਕਰ ਦਿਓ, ਆਹ ਬਚੇ ਘੰਟੇ ਤੇ ਇੰਨੇ ਘੰਟੇ ਦੀ ਵੀ ਇੱਧਰਲੀ ਸਪਲਾਈ ਦੇ ਦਿਓ ਜੀ। ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਨੂੰ ਜੇ ਕਿਤੇ ਇੱਕ ਅੱਧਾ ਦੇਣੀ ਠੰਡੀ ਕਾਰ 'ਚ ਭਾਵੇਂ ਲੈ ਆਉਣ, ਮੈਂ ਨਹੀਂ ਉਹਦਾ ਗਰਮ 'ਚ ਲੈ ਆਉਣ, ਠੰਡੀ ਕਾਰ 'ਚ ਉਹਦੇ ਲਿਆ ਕੇ ਵਿਖਾਉਣ ਵੀ ਹੁਣ ਥੋੜ੍ਹਾ ਜਿਹਾ ਇੱਥੋਂ ਉਤਰਨਾ ਪੈਣਾ ਜੀ। ਜੁੱਤੀ ਜਿਹੜੀ ਪਾਲਸ਼ ਹੈ ਜਦੋਂ ਤੁਸੀਂ ਥੱਲੇ ਰੱਖਣੀ, ਨਾਲ ਦੀ ਨਾਲ ਹੀ ਜਰਾਬਾਂ ਤਾਂ ਘੱਟੇ ਨਾ ਭਰ ਜਾਣੀ ਹੈ, ਕਿਉਂਕਿ ਭੁੱਬਲ ਤੇ ਹੈਗੀ ਉੱਥੇ ਤਪਦੇ ਪੈਲੀਆਂ 'ਚ। ਫਿਰ ਉਹਨਾਂ ਨੇ ਆਖਿਆ ਵੀ ਮਹਾਰਾਜ ਇੱਧਰ ਤੁਸੀਂ ਵੱਟੇ ਵੱਟ ਹੋ ਕੇ ਇੱਥੋਂ ਜਾ ਕੇ, ਨਹੀਂ ਉਹਨਾਂ ਨੇ ਪਹਿਲਾਂ ਪਤਾ ਕਿ ਜੇ ਬੁੱਬਲ ਕਿਆ ਹੁੰਦਾ ਹੈ, ਭੁੱਬਲ ਤਾਂ ਜਦੋਂ ਜਾ ਕੇ ਉਹਨਾਂ ਨੇ ਝਾੜਨੀ ਆ, ਇਹ ਪਤਾ ਲੱਗਣਾ ਜਦੋਂ ਮਸ਼ੀਨ ਵੀ ਜਾਮ ਹੋਣੀ ਆ ਵੀ ਆਹ ਕੀ ਨਿਕਲਿਆ ਇਹਦੇ ਚੋਂ। ਹੁਣ ਗੱਲ ਆ ਵੀ ਉਦੋਂ ਫਿਰ ਉਹਨਾਂ ਨੂੰ ਪਤਾ ਲੱਗਣਾ ਵੀ ਭਾਈ ਸਾਹਿਬ ਆਹ ਰਿਐਲਿਟੀ ਆ, ਇਹਨਾਂ ਬੰਦਿਆਂ ਦੀ ਆਹ ਮਜਬੂਰੀ, ਤੇ ਇਹਦੇ ਹਿਸਾਬ ਨਾਲ ਆਪਾਂ ਪਾਲਿਸੀ ਬਣਾ ਲਈ। ਚਲੋ ਆਸ ਕਰਦੇ ਹਾਂ ਵੀ ਜੇ ਗੱਲ ਉੱਪਰ ਤੱਕ ਪਹੁੰਚ ਜਾਵੇ ਕਿਤੇ, ਤੇ ਜ਼ਰੂਰ ਉਹਨਾਂ ਬੰਦਿਆਂ ਦੀ ਜਿਹੜੀ ਮੁਸ਼ਕਿਲ ਆ, ਕਿਉਂਕਿ ਕਾਰਨ ਹੈ ਗੱਲ ਠੀਕ ਆ ਤੁਹਾਡੀ ਬਾਟ ਸਾਹਿਬ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੰਮ ਤਾਂ ਕਰਨਾ ਚਾਹੁੰਦੇ, ਕਈ ਵਾਰ ਪਾਲਿਸੀ ਕਿਸੇ ਹੋਰ ਹਿਸਾਬ ਨਾਲ ਬਣੀ ਹੁੰਦੀ ਹੈ ਪਰ ਉਹਦੀ ਤੰਗੀ ਵੀ ਕਿਤੇ ਹੋਰ ਹੁੰਦੀ। ਮੈਨੂੰ ਲੱਗਦਾ ਵੀ ਇੰਨੀ ਕੁ ਲਚਕ ਤੇ ਹੋਣੀ ਚਾਹੀਦੀ ਵੀ ਯਾਰ ਜਿੱਥੇ ਜਿਹੜੀ ਚੀਜ਼ ਜਿਵੇਂ ਚਾਹੀਦੀ ਉੱਦਾਂ ਕਰ ਲਈ ਜਾਵੇ। ਮੈਨੂੰ ਐਂ ਲੱਗਦਾ ਕਿ ਜਿਹੜੇ ਬੰਦੇ ਨੇ ਨੀਤੀ ਬਣਾਉਣੀ ਆ, ਖਾਸ ਤੌਰ 'ਤੇ ਖੇਤੀ ਦੀ, ਖੇਤੀਬਾੜੀ ਸੈਕਟਰ ਦੇ, ਬਿਜਲੀ ਦੀ, ਉਹਨੂੰ ਜ਼ਰੂਰ 2 ਚੀਜ਼ਾਂ ਪੁੱਛੀਆਂ ਜਾਣ ਕਿ ਭੁੱਬਲ ਕੀ ਹੁੰਦਾ ਤੇ ਖੁੰਘਾ ਕੀ ਹੁੰਦਾ। ਆਹੀ ਬੜਾ, ਕਿਉਂਕਿ ਜੇ ਖੁੰਘਾ, ਕਿਉਂਕਿ ਹੋ ਸਕਦਾ ਕਿਸਾਨ ਤੇ ਮਜ਼ਦੂਰ ਦੋਨੇ ਇਕੱਠੇ ਜਾਣ ਬਿਜਲੀ ਦਫ਼ਤਰ 'ਚ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ 'ਚ। ਬਹੁਤ ਸਾਰੇ ਲੋਕ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਜ਼ਮੀਨੀ ਪੱਧਰ ਦੇ ਹਕੀਕਤਾਂ ਦਾ, ਤੇ ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਾਂ ਦੋਨੇ ਬੰਦੇ ਥੋੜ੍ਹੇ ਜਿਹਾ ਲੰਘਾ ਕੇ ਤੁਰਨ, ਪੈਰ ਇੱਦਾਂ ਘੜੀਸ ਜਾ ਕੇ, ਜਾਂ ਉਹਨਾਂ ਨੇ ਮੈੜੀ ਜੀ ਪੱਟੀ ਉੱਥੇ ਕੱਪੜਾ ਹੀ ਬਣਿਆ, ਕੀ ਹੋਇਆ ਜੋ ਕਹਿੰਦੇ ਜੀ ਖੁੰਘਾ ਲੱਗ ਗਿਆ, ਇਹ ਖੁੰਘਾ ਕਿਆ ਹੁੰਦਾ ਹੈ। ਉਹ ਫਿਰ ਖੁੰਘਾ ਜਦੋਂ ਖੇਤ ਦੇ ਵਿੱਚ ਲੱਗਦਾ, ਕਿਉਂਕਿ ਰਬੜ ਦੀ ਜੁੱਤੀ ਹੁੰਦੀ ਆਮ ਤੌਰ ਦੇ ਉੱਤੇ, ਤੇ ਸੂਲਾਂ ਖੁੰਘੇ ਕਈ ਵਾਰ ਇੱਦਾਂ ਹੁੰਦੇ ਰਬੜ ਦੀ ਜੁੱਤੀ ਦੇ ਵਿੱਚ ਦੀ ਨਿਕਲ ਕੇ ਜਦੋਂ ਪੈਰ ਨੂੰ ਜ਼ਖਮੀ ਕਰਦੇ ਆ, ਉਸਲੇ ਜਿਹੜੀ ਬੰਦੇ ਦੇ ਕਰਾਹ ਜੀ ਨਿਕਲਦੀ ਨਾ, ਉਸਲੇ ਆਹ ਨਿਕਲਦੀ ਹੈ, ਉਹਦੇ ਨਾਲ ਦਾ ਜਾਣੀ ਦੁੱਖ ਕੋਈ ਨਹੀਂ ਹੁੰਦਾ
ਪਰ ਜਦੋਂ ਤੱਕ ਇਹ ਪਤਾ ਨਹੀਂ ਹੁੰਦਾ ਉਨੀ ਦੇਰ ਬਿਜਲੀ ਤੜਕੇ 2 ਵਜੇ ਆਉਣੀ ਆ। ਇਹ ਧੰਨਵਾਦੀ ਅਸੀਂ ਜਿਹੜਾ ਤੁਸੀਂ ਆਹ ਤੇ ਕਰਾ ਕਹਿਤਾ, ਕਿਉਂਕਿ ਆਹ ਕਰਾ ਪੰਜਾਬੀਆਂ ਦੇ ਨਹੀਂ ਨਿਕਲਦਾ, ਪੰਜਾਬੀਆਂ ਦੇ ਜਿਹੜੀ ਚੀਜ਼ ਨਿਕਲਦੀ ਉਹ ਅਸੀਂ ਟੀਵੀ ਤੇ ਕੱਢ ਨਹੀਂ ਸਕਦੇ। ਅੱਛਾ ਚਲੋ ਅਗਲੀ ਗੱਲ ਕਰੀਏ। ਦੇਖੋ ਤੁਸੀਂ ਲੀਡਰ ਬੰਦੇ ਹੋ, ਤੁਸੀਂ ਕੱਢ ਸਕਦੇ ਹੋ। ਨਹੀਂ ਐਂ ਕਾਹਨੂੰ ਕੱਢਦੇ ਭਾਈ ਸਾਹਿਬ, ਮੇਰੀ ਗੱਲ ਸੁਣੋ। ਇੱਕ ਬੜਾ ਰੌਲਾ ਪੈ ਗਿਆ, ਉਹ ਕਹਿੰਦੇ ਜੀ ਦੇਖੋ ਆਬਕਾਰੀ ਨੀਤੀ ਬਣਾ ਲਈ ਜੀ, ਸ਼ਰਾਬ ਸਸਤੀ ਕਰਤੀ ਜੀ ਪੰਜਾਬ 'ਚ, ਪੇਟ ਥਾਪੜੀ ਜਾਂਦੀ ਆ। ਮੇਰੇ ਖਿਆਲ ਨਾਲ ਜਿੰਨੇ ਵੀ ਲੀਡਰ ਸਾਹਿਬਾਨਾਂ ਨੇ ਗੱਲ ਕੀਤੀ ਆਮ ਆਦਮੀ ਪਾਰਟੀ ਤਰਫ, ਉਹ ਕਹਿੰਦੇ ਵੀ ਹੋਰ ਚਾਹੀਦਾ ਕੀ ਆ, ਵੀ ਅਸੀਂ ਜਿਹੜੀ ਸਮਗਲਿੰਗ ਹੁੰਦੀ ਸੀ, ਸਮਗਲਿੰਗ ਇੱਦਾਂ ਮਤਲਬ ਜੋ ਉਹਨਾਂ ਦਾ ਵਰਜਨ ਹੈ, ਉਹ ਇਹ ਕਹਿੰਦੇ ਵੀ ਦੇਖੋ ਕਾਰਨ ਇਹ ਸ਼ਰਾਬ ਮਹਿੰਗੀ ਸੀ, ਇਹਦਾ ਕਰਕੇ ਜਿੱਥੇ ਕਿਤੇ ਵੀ ਅਗਲੇ ਨੂੰ ਲੱਗਦਾ ਸੀ ਵੀ ਮਹਿੰਗੀ ਥਾਂ 'ਤੇ ਵੇਚਦੀ ਆ, ਅਗਲਾ ਬੰਦਾ ਸਮਗਲ ਕਰਕੇ ਉੱਥੇ ਲਿਆਉਂਦਾ ਸੀ ਵੀ ਯਾਰ ਪੰਜਾਬ 'ਚ ਸ਼ਰਾਬ ਮਹਿੰਗੀ ਆ। ਜੇ ਬਾਹਰੋਂ ਮੰਨ ਲਓ ਬੋਤਲ 700 ਦੀ ਮਿਲਦੀ ਹੈ, ਜੇ ਕਿਸੇ ਨੂੰ ਤੁਸੀਂ ਆ ਕੋਈ ਲੈਬ ਮੇਰੇ ਕੋਲ ਲੈਣੀ ਉਹ 550 ਦੀ, ਤੇ ਆਪੇ ਉਹ ਟੈਕਸ ਵਾਲਾ ਕੰਮ ਜਿਹੜਾ ਉਹ ਗੋਲ ਹੋ ਗਿਆ, ਅਗਲੇ ਨੇ ਵੀ ਪੈਸੇ ਵੱਟ ਲਏ ਤੇ ਅਗਲੇ ਨੂੰ ਵੀ ਸਸਤੀ ਮਿਲ ਗਈ। ਉਹ ਕਹਿੰਦੇ ਵੀ ਇਹ ਸਾਰੇ ਕੁਛ ਨੂੰ ਰੋਕਣ ਦੇ ਲਈ ਹੁਣ ਅਸੀਂ ਇਹ ਪਾਲਿਸੀ ਬਣਾਈ ਆ ਵੀ ਸ਼ਰਾਬ ਚੰਡੀਗੜ੍ਹ ਨਾਲੋਂ ਵੀ ਸਸਤੀ ਹੋਊਗੀ। ਬੀਅਰ ਦਾ ਰੇਟ ਦੱਸੀ ਜਾਂਦੇ 180 ਦੀ ਵੀ, ਕਹਿੰਦੇ 120 ਦੀ ਹੋ ਜਾਣੀ ਆ। ਅੰਗਰੇਜ਼ੀ ਵਾਲੀ 700 ਦੀ ਵੀ ਕਹਿੰਦੇ ਵੀ ਚੰਡੀਗੜ੍ਹ ਕਹਿੰਦੇ 500 ਕੁਛ ਦੀ, 400 ਦੀ ਕਰ ਦੇਣੀ 1 ਜੁਲਾਈ ਤੋਂ। ਹੁਣ ਜਿਹੜੀ ਉਹ ਕਹਿੰਦੇ ਵੀ ਸਸਤੀ ਕਰ ਦੇਣੀ ਸ਼ਰਾਬ, ਉਹਦੇ ਨਾਲ ਸਮਗਲਿੰਗ ਬੰਦ ਹੋ ਜਾਣੀ। ਪਰ ਇਹਦੇ ਤੇ ਹੁਣ ਵਿਰੋਧੀ ਦੋਸ਼ ਲਾਈ ਜਾਂਦੇ ਨੇ, ਸਿਰਸਾ ਸਾਹਿਬ ਨੇ ਖਾਸ ਕਰਕੇ ਲਾਇਆ, ਕਹਿੰਦੇ ਮਨੀਸ਼ ਸਿਸੋਦੀਆ ਹੋਰਾਂ ਦੇ ਘਰੇ ਬਹਿ ਕੇ ਬਣੀ ਸਾਰੀ ਪਾਲਿਸੀ। ਇਹ ਤਾਂ ਸਾਰੇ ਦਾ ਸਾਰਾ ਫਾਇਦਾ ਹੀ ਕਹਿੰਦੇ ਆਪਣੇ ਬੰਦੇ ਨੂੰ ਦੇਈ ਜਾਂਦੇ ਨੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਕਿਹਾ, ਵਿੱਚੋਂ ਆਏ ਆਮ ਆਦਮੀ ਪਾਰਟੀ ਤੇ, ਉਹ ਕਹਿੰਦੇ ਜੀ ਅਸਲ ਦੇ ਵਿੱਚ ਆ ਦੇਖੋ ਤੁਸੀਂ ਗਰੁੱਪਾਂ ਦੇ ਵਿੱਚ ਵੱਡਾ ਕਰ ਦਿੱਤਾ ਗਿਆ ਕੰਮ, ਕਿ ਅੱਗੇ ਛੋਟੇ ਛੋਟੇ ਲੋਕਾਂ ਨੂੰ ਠੇਕੇ ਮਿਲਦੇ ਸੀ, ਹੁਣ ਤਾਂ ਕਹਿੰਦੇ ਜੀ 1-2 ਬੰਦੇ ਹੋਣੇ ਆ ਜਿਨ੍ਹਾਂ ਨੂੰ ਇਹਨਾਂ ਨੇ ਸਾਰਾ ਪੰਜਾਬ ਦਾ ਸ਼ਰਾਬ ਦਾ ਕਾਰੋਬਾਰ ਸੌਂਪ ਦੇਣਾ। ਸਰਕਾਰ ਦਾ ਦਾਅਵਾ ਦੂਸਰੇ ਤਰੀਕੇ ਦਾ। ਸਹੀ ਕੀ ਹੈ? ਪਹਿਲੀ ਗੱਲ ਹੈ ਕਿ ਅਸੀਂ ਬਿਲਕੁਲ ਇਹ ਨਹੀਂ ਕਹਿੰਦੇ ਕਿ ਭਾਈ ਸ਼ਰਾਬ ਪੀਓ ਜਾਂ ਬਹੁਤ ਵਧੀਆ, ਨਹੀਂ ਤਾਂ ਅਸੀਂ ਇਹ ਕਹਿੰਦੇ ਜੀ ਆਹ ਤਾਂ ਕੰਮ ਕਮਾਲ ਦਾ ਕੀਤਾ ਨਾ। ਪਹਿਲੀ ਗੱਲ ਹੈ ਕਿ ਸ਼ਰਾਬ ਦੀ ਖਪਤੀ ਘਟਣੀ ਚਾਹੀਦੀ ਹੈ, ਜੇ ਸੰਭਵ ਹੋਵੇ ਪੀਓ ਨਾ, ਜੇ ਕਿਸੇ ਤੋਂ ਨਹੀਂ ਰਹਿ ਜਾਂਦਾ ਤਾਂ ਉਹਦੀ ਮਾਤਰਾ ਸੀਮਤ ਕਰ ਦਿਓ, ਤਾਂ ਉਹਦੇ ਦਿਨ ਸੀਮਤ ਕਰ ਦਿਓ, ਕਿਉਂਕਿ ਨਹੀਂ ਤਾਂ ਫਿਰ ਡਾਕਟਰ ਇਹੀ ਕਹਿੰਦੇ ਹੁੰਦੇ ਹੁਣ ਛੱਡਣੀ ਪੈਣੀ ਹੈ, ਨਹੀਂ ਤਾਂ ਜਹਾਨ ਛੱਡ ਜਾਣਾ। ਅਕਸਰ ਹੀ ਹੁੰਦਾ। ਤੇ ਬੀਬੀਆਂ ਵੀ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਜਦੋਂ ਉੱਥੇ ਆਉਂਦੀਆਂ, ਬਹੁਤਾ ਚੰਗਾ ਬੰਦਾ ਸੀ, ਇੱਦਾਂ ਉਹਦਾ ਕਰਕੇ ਬਾਅਦ ਛੱਡਦੇ ਨੇ, ਟੱਪਣੋਂ ਤਾਂ ਹਟਦਾ ਨਹੀਂ। ਜਦੋਂ ਚਾਹ ਆ ਜਾਂਦੀ ਗਲਾਸਾਂ ਦੇ ਵਿੱਚ ਚਾਹ ਅਕਸਰ ਹੁੰਦਾ। ਹੁਣ ਸੰਧਾਲੀਆ ਸਾਹਿਬ ਸਰਕਾਰ ਕੀ ਕਹਿੰਦੀ ਹੈ? ਤੁਹਾਨੂੰ ਯਾਦ ਹੋਣਾ ਅੰਮ੍ਰਿਤਸਰ ਵਾਲੇ ਇਲਾਕੇ 'ਚ, ਮਾਝੇ ਵਾਲੇ ਇਲਾਕੇ ਦੇ ਵਿੱਚ 100 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ। ਉਹ ਘਰੇ ਕੱਢ ਕੇ ਜਿਹੜੇ ਲੋਕ ਸ਼ਰਾਬ ਵੇਚਦੇ ਸੀ, ਹੁਣ ਘਰੇ ਕੱਢਣਾ ਉਹਨਾਂ ਨੇ ਵੀ ਕਿਹੜਾ ਉੱਥੇ, ਕਿਉਂਕਿ ਡਿਸਟਿਲਰੀ ਦੇ ਵਿੱਚ ਸ਼ਰਾਬ ਬਣਦੀ ਆ ਤਾਂ ਮਾੜੀ ਮੋਟੀ ਚੈੱਕ ਹੁੰਦੀ ਆ ਕਿ ਖਤਰਨਾਕ ਤਾਂ ਨਹੀਂ, ਕੋਈ ਨਾ ਕੋਈ ਉਹਦੇ ਉੱਤੇ ਰਡਾਰ ਹੁੰਦੀ ਹੈ। ਜਿਹੜੀ ਬੰਦੇ ਘਰੇ ਕੱਢ ਕੇ ਵੇਚਦੇ ਆ, ਪਤਾ ਨਹੀਂ ਕੀ ਖੇ ਸਵਾ ਨਿੱਕ ਸੁੱਕ ਉਹਦੇ ਵਿੱਚ ਪਾਉਂਦੇ ਹੋਣਗੇ ਕਿ ਭਾਈ ਛੇਤੀ ਤਿਆਰ ਹੋ ਜਾਏ, ਉਹ ਵੇਚਦੇ ਸੀ। ਤਾਂ 100 ਤੋਂ ਵੱਧ ਪਰਿਵਾਰ ਜਿਹੜੇ ਨੇ ਉਹਨਾਂ ਦੇ ਘਰਾਂ 'ਚ 70 ਵਿਛ ਗਏ। ਸਰਕਾਰ ਦਾ ਇੱਕ ਤਾਂ ਦਾਅਵਾ ਇਹ ਹੈ ਕਿ ਅਸੀਂ ਹੁਣ ਕੁਝ ਇਲਾਕਿਆਂ 'ਚ ਪਾਊਚਾਂ ਦੇ ਵਿੱਚ ਵੀ ਸ਼ਰਾਬ ਵਿਕਰੀ ਹੋਊਗੀ। ਹੁਣ ਤਾਂ ਬੋਤਲ, ਅਧੀਆ, ਪਊਆ, 3 ਚੀਜ਼ਾਂ। ਹੁਣ ਕਹਿੰਦੇ ਜੀ ਉਹਦੇ ਤੋਂ ਵੀ ਛੋਟੀ ਮਾਤਰਾ ਦੇ ਵਿੱਚ, ਕਿ ਜਿਹਦੇ ਕੋਲ 100 10 20 30 ਆ, ਕਿ ਉਹ ਉੱਥੋਂ ਵੀ ਨਹੀਂ ਤਾਂ, ਕਿਉਂਕਿ ਜਿਹੜੇ ਬੰਦੇ ਘਰੇ ਕੱਢ ਕੇ ਵੇਚਦੇ ਸੀ ਜਾਂ 2 ਨੰਬਰ ਦੇ ਵਿੱਚ, ਉਹ ਛੋਟਾ ਵੀ ਉੱਥੇ ਪੈਗ ਪਾ ਪਾ ਦੇਈ ਜਾਂਦੇ ਹੋਣਗੇ। ਇੱਕ ਤਾਂ ਕਹਿੰਦੇ ਜੀ ਉਹਨੂੰ ਰੋਕਣਾ, ਘੱਟੋ ਘੱਟ ਲੋਕਾਂ ਦੀ ਸਿਹਤ ਇਦਾਂ ਖਰਾਬ ਨਹੀਂ ਹੋਊ। ਦੂਸਰਾ ਮਤਲਬ ਇਹ ਹੋ ਗਿਆ ਵੀ ਜਿੱਦਾਂ ਪਤਾ ਨਹੀਂ ਹੁਣ ਵੀ ਪਾਉਂਦੇ ਕਿ ਨਹੀਂ ਪਾਉਂਦੇ, ਪਹਿਲਾਂ ਨਹੀਂ ਹੁੰਦਾ ਵੀ ਸਕੂਟਰ 'ਚ ਇੱਕ ਮੋਬਾਈਲ ਵਾਲੀ ਪੁੜੀ ਜਿਹੀ ਪੈਂਦੀ ਹੁੰਦੀ ਹੈ ਨਾ, ਕਹਿੰਦਾ ਨਾਲੇ ਤਾਂ ਤੇਲ ਪਵਾ ਲੈਣ, ਨਾਲੇ ਮੁਗਲੈਲ ਵਾਲੇ ਨਾਲੇ ਪਾਊਚ ਜਿਹਾ ਪਾ ਲੈਣਾ। ਇਹਦਾ ਮਤਲਬ ਵੀ ਜਿਹੜੇ ਬੰਦੇ ਕੋਲੇ ਤੇ ਪਹੁੰਚ ਹੈਗੀ ਆ ਵੀ ਪਊਏ ਦੀ, ਅਧੀਏ ਦੀ, ਉਹ ਤੇ ਆਪਣਾ ਪੈਟਰੋਲ ਪਵਾ ਲਵੇ, ਜਿਹਦੇ ਕੋਲ ਨਹੀਂ ਉਹ ਮੋਬਾਈਲ ਪਾ ਲੇ। ਮੈਂ ਸੋਚਦਾ ਕਈਆਂ ਨੂੰ ਆਦਤ ਬੜੀ, ਫਿਲਮਾਂ 'ਚ ਦੇਖਦਾ ਕਿ ਇਹ ਬੋਤਲਾਂ ਰੱਖ ਦਿੰਦੇ, ਆਹ ਲੈ, ਉਹ ਹੁਣ ਪਾਊਚ ਐ ਮਾਰਾ ਕਹਿੰਦੇ ਆਹ ਲੈ, ਨਹੀਂ ਪੀਣ ਤੋਂ ਬਾਅਦ ਆਖਣਾ ਚੱਕ ਖਾਲੀ। ਹੁਣ ਸੰਧਾਲੀਆ ਸਾਹਿਬ ਜਿਹੜੀ ਦੂਸਰੀ ਗੱਲ ਹੈ, ਲੀਗਲ ਸ਼ਰਾਬ ਜਿਹੜੀ ਕਿ ਚੰਡੀਗੜ੍ਹ, ਹਰਿਆਣਾ, ਹਿਮਾਚਲ 'ਚ ਪੰਜਾਬ ਨਾਲੋਂ ਸਸਤੀ ਸੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਜਦੋਂ ਪੰਜਾਬ 'ਚ ਮਹਿੰਗੀ ਸੀ, ਜਿਹੜਾ ਬੰਦਾ ਚੰਡੀਗੜ੍ਹ, ਉਹ ਯਾਰ ਬੋਤਲ ਹੀ ਫੜ ਲਿਆਈ, ਆਮ ਹੀ ਹੁੰਦਾ ਸੀ ਚੰਡੀਗੜ੍ਹ ਚੱਲੇ ਆ ਕਿ ਬੋਤਲ ਹੀ ਫੜ ਲਿਆਈ, ਕਿਉਂਕਿ ਥੋੜ੍ਹੀ ਲਿਆ ਸਕਦੇ ਹੁੰਦੇ ਮੇਰੇ ਕੋਲ 1-2 ਬੋਤਲਾਂ, ਉਹ ਵੀ ਦੂਜੀ ਬੋਤਲ ਖਰੇ ਖੁੱਲ੍ਹੀ ਹੋਵੇ, ਕੁਛ ਇੱਦਾਂ ਦਾ ਚਰਚਾ। ਹੁਣ ਮੈਨੂੰ ਹੋਰ ਡਰ ਆ ਕਿ ਘਾਟਾ ਨਾ ਕਿਤੇ ਸਰਕਾਰ ਪੂਰਾ ਕਰਨਾ ਵੀ ਉਹਨਾਂ ਤੋਂ ਸਸਤੀ ਕਰ ਦਿਓ, ਸਾਡੇ ਵਾਲੀ ਉਧਰ ਨੂੰ ਜਾਵੇ। ਚਲੋ ਮਤਲਬ ਇਹਦੇ ਤੇ ਧਾਲੀਵਾਲ ਸਾਹਿਬ ਵੀ ਬੋਲੇ, ਹਰਪਾਲ ਸਿੰਘ ਚੀਮਾ ਸਾਹਿਬ ਵੀ ਬੋਲੇ। ਧਾਲੀਵਾਲ ਸਾਹਿਬ ਵਾਹਵਾ ਗਰਮ ਬੋਲੇ, ਕਹਿੰਦੇ ਯਾਰ ਕਮਾਲ ਹੋ ਗਈ, ਪਤਾ ਨਹੀਂ ਉਹ ਕਹਿੰਦੇ ਵੀ ਇੰਨਾ ਅਸੀਂ ਮਾਲੀਆ ਵਧਾਤਾ, ਪੈਸੇ ਆਉਣੇ ਆ, ਠੇਕਾ ਅਸੀਂ ਵਧਾਇਆ ਕੋਈ ਨਹੀਂ, ਸਾਰਾ ਕੁਝ ਜਿਹੜਾ ਉਹ ਕੰਟਰੋਲ 'ਚ ਕਰ ਲਿਆ। ਨਾਲੇ ਉਹ ਕਹਿੰਦੇ ਵੀ ਸਿਰਸਾ ਕੌਣ ਹੁੰਦਾ ਕਹਿੰਦੇ ਪੰਜਾਬ ਦੇ ਮਾਮਲੇ 'ਚ ਬੋਲਣ ਵਾਲਾ, ਮਤਲਬ ਜਿਸ ਹਿਸਾਬ ਨਾਲ ਉਹ ਗਰਮ ਹੋ ਕੇ ਬੋਲੇ ਨਾ, ਮੈਨੂੰ ਲੱਗਦਾ ਵੀ ਜਿੱਦਾਂ ਮੈਂ ਵੀ ਯਾਰ ਕੱਲ੍ਹ ਹੀ ਜਾਨ ਦੁਖੀ ਕਰੀ ਜਾਂਦੇ ਮੇਰੀ। ਹੁਣ ਮੈਨੂੰ ਲੱਗਦਾ ਵੀ ਹੌਲੀ ਹੌਲੀ ਆਮ ਆਦਮੀ ਪਾਰਟੀ ਵਾਲੇ ਵੀ ਲੀਡਰ ਸਾਹਿਬਾਨ ਥੋੜ੍ਹਾ ਜਿਹਾ ਤੱਤੇ ਬੋਲਣ ਲੱਗ ਪਏ ਨੇ। ਪਹਿਲਾਂ ਦੇ ਹੁਣ ਤੱਕ ਤੇ ਆਪਾਂ ਇਹੋ ਵੇਖਿਆ ਵੀ ਹਾਂਜੀ ਕਰਨਾ ਜੀ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਦੇਖਾਂਗੇ ਜੀ। ਹੁਣ ਉਹ ਜਿਸ ਹਿਸਾਬ ਨਾਲ ਕਹਿਣ ਉਹ ਕੌਣ ਆਉਂਦਾ ਬੋਲਣ ਵਾਲਾ, ਮੈਨੂੰ ਲੱਗਦਾ ਵੀ ਉਹਨਾਂ ਨੇ ਵੇਖਿਆ ਵੀ ਉੱਦਾਂ ਗੱਡੀ ਚੱਲਣੀ ਨਹੀਂ, ਥੋੜ੍ਹੇ ਸਿੱਧੇ ਹੋਣਾ ਪੈਣਾ। ਚਲੋ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ 3 ਦਿਨ ਤੋਂ ਬਹੁਤ ਜ਼ਿਆਦਾ ਸਰਗਰਮ ਨੇ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਬਾਬਤ। ਇੱਕ ਦਿਨ ਤਾਂ ਚਿੱਠੀ ਲਿਖਦੇ ਆ ਬੀਬੀ ਗਨੀਵ ਕੌਰ ਮਜੀਠੀਆ ਮੁੱਖ ਮੰਤਰੀ ਸਾਹਿਬ ਨੂੰ ਤੇ DGP ਸਾਹਿਬ ਨੂੰ,
ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਖਤਰਾ ਹੈ। ਨਾਲ ਜੇਲ੍ਹਾਂ ਦੇ ਨਵੇਂ ਹੈੱਡ ਬਣਾਏ ਗਏ ਹਰਪ੍ਰੀਤ ਸਿੰਘ ਸਿੱਧੂ ਦੇ ਉੱਤੇ ਇਤਰਾਜ਼। ਉਹਦੇ ਤੋਂ ਬਾਅਦ ਫਿਰ ਰਾਜਪਾਲ ਸਾਹਿਬ ਨੂੰ ਮਿਲ ਕੇ ਆਉਂਦੇ ਆ, ਬਾਹਰ ਪ੍ਰੈਸ ਨਾਲ ਗੱਲ ਕਰਦੇ ਆ, ਉੱਥੇ ਵੀ ਵਾਹਵਾ ਬੋਲੇ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜੇਲ੍ਹ 'ਚ ਮਿਲਣ ਗਏ ਤੇ ਬਾਹਰ ਆਏ। ਪਹਿਲੀ ਗੱਲ ਕਹਿੰਦੇ ਜੀ ਬਿਕਰਮ ਬਹੁਤ ਤਕੜਾ, ਕਿਉਂਕਿ ਭਰਾ ਆ ਉਹਨਾਂ ਦਾ, ਉਹ ਤਾਂ ਆਪਾਂ ਤਾਂ ਬਿਕਰਮ ਸਿੰਘ ਮਜੀਠੀਆ ਸਾਹਿਬ ਕਹਿੰਦੇ ਆ, ਤੇ ਉਹ ਕਹਿੰਦੇ ਜੀ ਬਿਕਰਮ ਬਹੁਤ ਮਜ਼ਬੂਤ ਹੈ, ਤਕੜਾ ਹੈ, ਉਹ ਸਹਿ ਲਊਗਾ ਸਾਰਾ ਕੁਝ, ਕਿਉਂਕਿ ਸਾਨੂੰ ਪਤਾ ਕਿ ਕੇਸ ਝੂਠਾ ਹੈ। ਦੂਸਰਾ ਉਹ ਕਹਿੰਦੇ ਜੀ 6.5 ਫੁੱਟ ਦੇ ਬੰਦੇ ਨੂੰ ਤੁਸੀਂ ਛੋਟੀ ਜੀ ਬੈਰਕ ਦੇ ਵਿੱਚ ਬੰਦ ਕੀਤਾ, ਜਿੱਥੇ ਉਹਦਾ ਬੰਦ ਹੋਣਾ ਬਣਦਾ ਹੀ ਨਹੀਂ। ਸਰਕਾਰ ਧੱਕਾ ਕਰ ਰਹੀ ਹੈ, ਤਸ਼ੱਦਦ ਕਰ ਰਹੀ ਹੈ। ਤੀਸਰਾ ਉਹਨਾਂ ਨੇ ਫਿਰ ਇੱਕ ਵਾਰੀ ਕਹਿ ਦਿੱਤਾ, ਉਹ ਕਹਿੰਦੇ ਜੀ ਕਮਾਲ ਹੋ ਗਈ ਹੈ, ਨਵਜੋਤ ਸਿੰਘ ਸਿੱਧੂ ਤਾਂ ਇੰਨੀ ਗਰਮੀ ਦੇ ਵਿੱਚ ਹਫ਼ਤਾ ਕਹਿੰਦੇ ਜੀ ਹੁਣ ਏਸੀ ਕਮਰੇ 'ਚ ਲਾ ਆਊਗਾ, ਤੇ ਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਤੰਗ ਕਰੀ ਜਾਓ, ਇਦਾਂ ਅਸੀਂ ਹੋਣ ਨਹੀਂ ਦੇਣਾ। ਹੁਣ ਦੇਖਦੇ ਹਾਂ ਕਿ ਅਗਲਾ ਸਟੈਪ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਮੁੱਦੇ ਤੇ ਹੁੰਦਾ ਕੀ ਹੈ। ਨਹੀਂ, ਇਹ ਤੇ ਗੱਲ ਹੈਗੀ, ਕਿਉਂਕਿ ਮੇਰਾ ਖਿਆਲ ਲਗਾਤਾਰ 2-3 ਦਿਨ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਾਸੇ ਸਰਗਰਮੀ ਆ ਜੀ। ਅਜੇ ਮੇਰੇ ਖਿਆਲ ਨਾਲ ਬਹੁਤਾ ਕਰਕੇ ਜਿਹੜੀ ਵੀ ਉਹਨਾਂ ਦੀ ਡਿਮਾਂਡ ਸੀ ਜਾਂ ਜੋ ਵੀ ਉਹ ਗੱਲ ਕਰਦੇ ਸੀ ਉਹਦਾ ਅਜੇ ਕੋਈ ਰਿਪਲਾਈ ਆਇਆ ਨਹੀਂ, ਸ਼ਾਇਦ ਉਧਰੋਂ ਆਵੇ। ਪਰ ਦੂਜੇ ਪਾਸੇ ਹੁਣ ਗੱਲ ਇਹ ਆ ਵੀ ਇਹਦੇ ਨਾਲ ਜਿਹੜੀ ਸਰਗਰਮੀ ਆ ਉਹ ਕਰਨੀ ਪੈਣੀ ਆ ਸੰਗਰੂਰ ਜ਼ਿਮਨੀ ਚੋਣ ਦੇ ਲਈ। ਆ ਜਾਓ। ਹੁਣ ਸੰਗਰੂਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਕਿਉਂਕਿ ਭਾਈ ਰਾਜੋਆਣਾ ਹੋਰਾਂ ਦੇ ਜਿਹੜੇ ਭੈਣ ਜੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ, ਤੇ ਉਹ ਹੁਣ ਉਹਨਾਂ ਦੇ ਪ੍ਰਚਾਰ ਦੇ ਲਈ ਵੀ ਇੱਧਰ ਉੱਧਰ ਜਿਹੜਾ ਉਹ ਜਾਣਾ ਸ਼ੁਰੂ ਕਰ ਦਿੱਤਾ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਇੱਕ ਉੱਥੇ ਕਹਿ ਲਓ ਕਿ ਵੀ ਜਲਸਾ ਜਾਂ ਰੈਲੀ ਉਹ ਵੀ ਕੀਤੀ ਉਹਨਾਂ ਦੇ ਹੱਕ ਦੇ ਵਿੱਚ, ਤੇ ਕਿਹਾ ਉਹਨਾਂ ਨੇ ਇਹੋ ਹੀ ਹੈ ਕਿ ਵੀ ਜੇ ਉਹ ਪਰਿਵਾਰ ਉੱਥੇ ਜਾਣਗੇ ਉਸ ਸਥਾਨ ਤੇ ਜਿੱਥੇ ਆਵਾਜ਼ ਚੁੱਕੀ ਜਾ ਸਕਦੀ ਹੈ, ਤੇ ਇਹਦੇ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੇ ਉਹ ਦਰਦ ਹੰਢਾਇਆ ਉਹ ਆਪਣਾ ਦਰਦ ਉੱਥੇ ਚੰਗੀ ਤਰ੍ਹਾਂ ਬਿਆਨ ਕਰ ਸਕਦੇ, ਤੇ ਅਸੀਂ ਆਸ ਕਰ ਸਕਦੇ ਹਾਂ ਵੀ ਜੇ ਇਹ ਉੱਥੇ ਚੁਣ ਕੇ ਜਾਂਦੇ ਨੇ ਤੇ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਜਾਂ ਰਾਹ ਪੱਧਰਾ ਹੋ ਸਕਦਾ। ਸੰਧਾਲੀਆ ਸਾਹਿਬ, ਐਤਕੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਪ੍ਰਚਾਰ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਹੀ ਸਾਂਭਣੀ ਪੈਣੀ ਹੈ। ਅੱਗੇ ਮਜੀਠੀਆ ਸਾਹਿਬ ਬਹੁਤ ਕੁਝ ਸਾਂਭ ਲੈਂਦੇ ਸੀ, ਖਾਸ ਤੌਰ ਦੇ ਉੱਤੇ ਯੂਥ ਵਿੰਗ ਨੂੰ ਕਿੱਥੇ ਕਿੱਥੇ ਡਿਊਟੀ ਦੇਣੀ ਹੈ, ਕਿਹੜੇ ਬੰਦੇ ਨੂੰ ਕਿੱਥੇ ਲਾਉਣਾ ਹੈ, 10-10 ਪਿੰਡਾਂ ਦੀ ਡਿਊਟੀ ਦਿੱਤੀ, ਉਹ ਮਜੀਠੀਆ ਸਾਹਿਬ ਦਾ ਕੰਮ ਹੁੰਦਾ ਸੀ। ਫਿਰ ਕੁਝ ਨਾ ਕੁਝ ਹੌਸਲਾ ਹੁੰਗਾਰਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਵੀ ਮਿਲ ਜਾਂਦਾ ਸੀ। ਸੰਗਰੂਰ ਦੀ ਚੋਣ ਹੈ ਤੇ ਸੰਗਰੂਰ ਵਾਲੀ ਹਲਕੇ ਦੀ ਬਹੁਤੀ ਚਿੰਤਾ ਕਦੇ ਤਾਂ ਅਕਾਲੀ ਦਲ ਵੱਲੋਂ ਬਰਨਾਲਾ ਪਰਿਵਾਰ ਨੂੰ ਹੁੰਦੀ ਸੀ ਤੇ ਕਦੇ ਢੀਂਡਸਾ ਪਰਿਵਾਰ ਨੂੰ ਹੁੰਦੀ ਸੀ। ਹੁਣ ਤੁਸੀਂ ਦੇਖੋ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਤਾਂ ਜੇਲ੍ਹ 'ਚ ਨੇ, ਉਹਨਾਂ ਤੋਂ ਬਿਨਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਵੱਧ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਖੁਦ ਐਡਮਿਟ ਹੋਏ, ਸਿਹਤ ਉਹਨਾਂ ਦੀ ਠੀਕ ਨਹੀਂ, ਆ ਨਹੀਂ ਸਕਣਗੇ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਹੋਰੀ ਤਾਂ ਬਿਲਕੁਲ ਖਿਲਾਫ ਜਾ ਕੇ ਪ੍ਰਚਾਰ ਕਰਨਗੇ। ਬਰਨਾਲੇ ਪਰਿਵਾਰ ਦੀ ਸਾਂਝ ਅਕਾਲੀ ਦਲ ਬਾਦਲ ਦੇ ਨਾਲ ਅੱਜਕੱਲ ਕੋਈ ਨਹੀਂ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਦੂਜੇ ਪਾਸੇ ਜਾ ਕੇ ਖਲੋਤੀ ਹੈ। ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਇਕੱਲੇ ਲੀਡਰ ਨੇ, ਜਿਨ੍ਹਾਂ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਆਪਣੇ ਭਾਰ ਮੋਢਿਆਂ ਦੇ ਉੱਤੇ ਚੱਕਣਾ ਪੈਣਾ, ਤੇ ਉਹ ਵੀ ਉਸ ਵੇਲੇ ਜਦੋਂ ਅਕਾਲੀ ਦਲ ਦੇ ਕੋਲ ਸਿਰਫ 3 ਸੀਟਾਂ ਨੇ, ਤੁਰੰਤ ਬਾਅਦ ਇਲੈਕਸ਼ਨ ਆ ਗਈ ਹੈ। ਬਹੁਜਨ ਸਮਾਜ ਪਾਰਟੀ ਤੋਂ ਸਾਥ ਕਿੰਨਾ ਕੁ ਮਿਲਦਾ ਇਹ ਦੇਖਣ ਵਾਲੀ ਗੱਲ ਹੋਏਗੀ। ਇਹਨਾਂ ਤੋਂ ਬਿਨਾਂ ਕਾਂਗਰਸ ਪਾਰਟੀ ਦੇ ਲਈ ਵੀ ਬੜਾ ਵੱਡਾ ਸੰਕਟ ਹੈ, ਕਿਉਂਕਿ ਭਾਜਪਾ ਨੇ ਕਾਂਗਰਸ ਚੋਂ ਆਏ ਬੰਦੇ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ, ਤੇ ਉਸ ਹਲਕੇ ਦੇ ਵਿੱਚੋਂ ਘੱਟੋ ਘੱਟ ਬਰਨਾਲੇ 'ਚ ਉਹਨਾਂ ਨੂੰ ਧੱਕਾ ਲੱਗੂਗਾ, ਕਿਉਂਕਿ ਕੁਛ ਨਾ ਕੁਛ ਵੋਟਾਂ ਤਾਂ ਬੰਦੇ ਦੀਆਂ ਹੁੰਦੀਆਂ। ਹੁਣ ਜਦੋਂ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਲੜ ਰਿਹਾ, ਦੂਸਰੇ ਪਾਸੇ ਜਾਖੜ ਸਾਹਿਬ ਨੇ ਉਹਨਾਂ ਦੇ ਨਾਲ ਆ ਕੇ ਪ੍ਰਚਾਰ ਕਰਨਾ। ਜਾਖੜ ਸਾਹਿਬ ਕਾਂਗਰਸ ਦੇ ਪ੍ਰਧਾਨ ਰਹੇ ਆ, 4 ਬੰਦੇ ਉਹ ਵੀ ਤੋੜ ਕੇ ਲੈ ਜਾਣਗੇ। ਤੀਸਰੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ 4-5 ਵੱਡੇ ਲੀਡਰ, ਕੁਝ ਕਾਂਗੜ ਸਾਹਿਬ, ਬਲਵੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ ਸਾਹਿਬ, ਉਹ ਬੰਦੇ ਸਾਰੇ, ਡਾਕਟਰ ਰਾਜਕੁਮਾਰ ਵੇਰਕਾ ਹੋਰੀ, ਉਹ ਭਾਰਤੀ ਜਨਤਾ ਪਾਰਟੀ ਚਲੇ ਗਏ, ਕਾਂਗਰਸ ਪਾਰਟੀ ਛੱਡ ਕੇ, ਉਹ ਵੀ ਕਾਂਗਰਸ ਤੇ ਰਹੀ ਧੱਕਾ। ਰਹਿੰਦੀ ਹੁੰਦੀ ਕਸਰ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਨੇ ਪੂਰੀ ਕਰਤੀ, ਤੇ ਸੰਗਤ ਸਿੰਘ ਗਿਲਜੀਆਂ ਤੇ ਹੋਈ FIR ਨੇ ਪੂਰੀ ਕਰਤੀ। ਫਿਰ ਪਤਾ ਇਹ ਲੱਗਾ ਸੀ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚੋਂ ਵੀ ਕਈ ਵੱਡੇ ਲੀਡਰ ਕਾਂਗਰਸ ਤੇ ਕਿਰ ਸਕਦੇ ਆ। ਇਹਦੇ ਤੋਂ ਪਹਿਲਾਂ ਕਿ ਕਿਸੇ ਹੋਰ ਸਿਆਸੀ ਧਿਰ ਦਾ ਕੋਈ ਬੰਦਾ ਕਹਿੰਦਾ ਜੀ ਆਹ ਸਾਡੀ ਪਾਰਟੀ ਸ਼ਾਮਲ ਹੋਏ ਜਾਂ ਕੋਈ ਅਸਤੀਫਾ ਦਿੰਦਾ, ਮਹਿਲ ਕਲਾਂ ਤੋਂ 2 ਵਾਰ ਦੀ ਵਿਧਾਇਕ ਹੈ ਬੀਬੀ ਹਰਚੰਦ ਕੌਰ। ਰਾਜਾ ਵੜਿੰਗ ਸਾਹਿਬ ਦੇ ਦਸਤਖਤਾਂ ਦੇ ਹੇਠ ਇੱਕ ਚਿੱਠੀ ਹੈ 1.5 ਲਾਈਨ ਦੀ, ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ, ਵੈਸੇ ਚਿੱਠੀ ਅੰਗਰੇਜ਼ੀ 'ਚ ਮੈਂ ਪੰਜਾਬੀ ਕਰਾਈ ਉਹਦੀ, ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਬੀਬੀ ਹਰਚੰਦ ਕੌਰ ਨੂੰ ਅਸੀਂ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਨੇ ਆ। ਹੁਣ ਤੁਸੀਂ ਦੇਖੋ ਬਰਨਾਲੇ ਦੇ ਵਿੱਚੋਂ ਜਿਹੜੇ ਇੰਚਾਰਜ ਰਹੇ ਕੇਵਲ ਸਿੰਘ ਢਿੱਲੋਂ, ਉਹ ਬਾਹਰ, ਮਹਿਲ ਕਲਾਂ ਵਾਲੇ ਹੈ ਨਹੀਂ। ਇਸ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਡੇ ਪ੍ਰਚਾਰਕ ਰਹੇ ਨੇ, ਉਹ ਹੈ ਨਹੀਂ। ਕੈਪਟਨ ਸਾਹਿਬ ਹੈ ਨਹੀਂ, ਜਾਖੜ ਸਾਹਿਬ ਹੈ ਨਹੀਂ। ਸਾਰੇ ਦਾ ਸਾਰਾ ਭਾਰ ਹੁਣ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਹੈ। ਪਤਾ ਲੱਗਿਆ ਕਿ 50 ਲੀਡਰਾਂ ਦੀ ਡਿਊਟੀ ਲਾਤੀ ਹੈ,
ਬੀਬੀ ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਪ੍ਰਗਟ ਸਿੰਘ, ਉਹ ਸਾਰੇ ਲੀਡਰ ਹੁਣ ਰਾਜਾ ਵੜਿੰਗ ਹੋਰਾਂ ਦੇ ਨਾਲ ਜਾ ਕੇ ਉੱਥੇ ਪ੍ਰਚਾਰ ਸਾਂਭ ਰਹੇ ਆ। ਕੋਸ਼ਿਸ਼ ਹੈ ਰਾਜਾ ਵੜਿੰਗ ਸਾਹਿਬ ਦੀ 3 ਲੱਖ ਤੋਂ ਟਪਾਈਏ, ਦੇਖੋ ਕਿੱਥੇ ਰਹਿੰਦੇ ਆ। ਇਹ ਸਾਰੇ ਕੁਛ 'ਚ ਮੇਰੇ ਖਿਆਲ ਨਾਲ ਜਿਹੜਾ ਬਹੁਤਾ ਧਿਆਨ ਰਹਿਣਾ ਉਹ ਰਹਿਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਲੇ ਪਾਸੇ, ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਅਹੁਦੇਦਾਰੀ ਉੱਥੋਂ ਕਿਹਾ ਸੀ ਵੀ ਮੇਰੀ ਇਹ ਨੁਮਾਇੰਦਗੀ ਹੈ ਭਾਈ ਸਾਹਿਬ, ਮੈਂ ਉਮੀਦਵਾਰ ਹਾਂ। ਉਹਦੇ ਤੋਂ ਬਾਅਦ ਇਹ ਬੜੀ ਚਰਚਾ ਚੱਲੀ ਵੀ ਉਦੋਂ ਇਕੱਠ ਵੀ ਹੋ ਗਿਆ ਤੇ ਸ਼ਾਇਦ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸਪੋਰਟ ਕਰ ਦੇਣ ਬਾਕੀ ਸਾਰੇ ਧੜੇ। ਉਦਣ ਤੇ ਬਹੁਤੀ ਚਰਚਾ ਸੀ ਜਿੱਦਣ ਸ਼ਾਮਾਂ ਜੀਆਂ ਪਈਆਂ ਸੀ ਤੇ ਨਾਲ 2 ਲੀਡਰ ਸਾਹਿਬਾਨ ਤੇ SGPC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਕੋਲ ਜਾਂਦੇ ਆ ਤੇ ਚਰਚਾ ਚੱਲ ਪਈ ਵੀ ਲੈ ਵੀ ਉੱਥੇ ਮੁਲਾਕਾਤ ਹੋਊਗੀ ਤੇ ਸ਼ਾਇਦ ਉੱਥੇ ਹੀ ਕਹਿ ਦੇਣ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਅਸੀਂ ਸਪੋਰਟ ਕਰਦੇ ਹਾਂ। ਉਦੋਂ ਗੱਲ ਨਿਕਲੀ ਨਹੀਂ, ਪਰ ਅੰਦਰੋਂ ਜੋ ਕੁਝ ਵੀ ਹੋਇਆ ਵਾਪਰਿਆ ਉਹ ਹੁਣ ਸਿਮਰਨਜੀਤ ਸਿੰਘ ਮਾਨ ਹੋਰੀ ਮੀਡੀਆ ਨਾਲ ਵੀ ਚਰਚਾ ਕਰਦੇ ਆ ਵੀ ਯਾਰ ਉਹ ਤੇ ਮੈਨੂੰ ਬਿਠਾਉਣ ਆਏ ਸੀ, ਮੇਰੀ ਸਪੋਰਟ ਕਰਨ ਥੋੜ੍ਹਾ ਆਏ ਸੀ। ਫਿਰ ਹੁਣ ਆਹ 1-2 ਜਿਹੜੀਆਂ ਛੋਟੀਆਂ ਇੰਟਰਵਿਊ ਉਹਨਾਂ ਨੇ ਅਲੱਗ-ਅਲੱਗ ਮੀਡੀਆ ਹਾਊਸਿਸ ਨੂੰ ਦਿੱਤੀਆਂ, ਉਹਦੇ 'ਚੋਂ ਜਿੰਨੇ ਗਰਮ ਨੇ, ਜਿੰਨੇ ਗੁੱਸੇ 'ਚ ਨੇ ਜਾਂ ਜਿੰਨਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲ ਰਿਹਾ, ਉਹਦੇ ਤੋਂ ਲਗਭਗ ਮੈਨੂੰ ਲੱਗਦਾ ਵੀ ਉਹ ਲੀਕ ਖਿੱਚੀ ਗਈ, ਕਿਉਂਕਿ 9 ਤਰੀਕ ਤੱਕ ਦੀ ਆਸ ਸੀ ਵੀ ਸ਼ਾਇਦ ਸਹਿਮਤੀ ਬਣ ਜਾਓ, ਆਪਣੀ ਉਮੀਦਵਾਰੀ ਵਾਪਸ ਲੈ ਲੈਣ, ਕਾਗਜ਼ ਵਾਪਸ ਲੈ ਲੈਣ। ਉਹ ਵੀ ਡਟ ਗਏ ਨੇ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਡਟ ਗਿਆ। ਕਾਂਗਰਸ ਪਾਰਟੀ ਦੇ ਵਿੱਚ ਨਿਕਲ ਕੇ ਢਿੱਲੋਂ ਸਾਹਿਬ ਆ ਗਏ ਤੇ ਹੁਣ ਕਾਂਗਰਸ ਪਾਰਟੀ ਦੀ ਹਾਲਤ ਤੁਸੀਂ ਆਲਰੇਡੀ ਦੱਸ ਚੁੱਕੇ ਹੋ। ਸੋ ਇਹ ਇਸ ਵਕਤ ਜ਼ਿਮਨੀ ਚੋਣ ਦਾ ਹਾਲ ਬਣ ਗਿਆ ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਧਿਆਨ ਤੇ ਆਮ ਆਦਮੀ ਪਾਰਟੀ ਦਾ ਹੋਣਾ, ਕਿਉਂਕਿ ਉਹਨਾਂ ਦੀ 2 ਵਾਰ ਦੀ ਜਿੱਤੀ ਸੀਟ ਹੈ। ਸੰਧਾਲੀਆ ਸਾਹਿਬ, ਮੈਂ ਮਾਨ ਸਾਹਿਬ ਦੇ ਉੱਤੇ ਥੋੜ੍ਹਾ ਜਿਹਾ ਆਉਣਾ, ਕਿਉਂਕਿ ਜਦੋਂ ਪਿਛਲੇ ਦਿਨੀ ਚਰਚਾ ਚੱਲਦੀ ਸੀ ਸਾਰੇ ਇੱਕ ਹੋ ਜਾਣਗੇ। ਤੁਸੀਂ ਇਹ ਦੇਖੋ ਕਿ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿਹੜੀਆਂ ਬਾਕੀ ਧਿਰਾਂ ਨੇ, ਅਕਾਲੀ ਦਲ ਦਾ ਕਦੇ ਬਸਪਾ ਨਾਲ ਗੱਠਜੋੜ, ਕਦੇ ਭਾਜਪਾ ਨਾਲ ਗੱਠਜੋੜ, ਕਦੇ ਕਿਸੇ ਤਰੀਕੇ, ਕਦੇ ਇਸ ਇਲਾਕੇ ਚੋਂ ਢੀਂਡਸਾ ਸਾਹਿਬ ਅੱਗੇ, ਕਦੇ ਬਰਨਾਲਾ ਸਾਹਿਬ ਅੱਗੇ, ਕਦੇ ਕੋਈ ਹੋਰ ਅੱਗੇ। ਸਿਮਰਨਜੀਤ ਸਿੰਘ ਮਾਨ ਸਾਹਿਬ ਇਸ ਪੈਨ ਵਰਗੇ ਆ, ਜੇ ਰਲ ਕੇ ਚੱਲਣਾ ਤੇ ਉਹਨਾਂ ਨੇ ਖਲੋਤੇ ਹੀ ਰਹਿਣਾ। ਉਹਨਾਂ ਦੀ ਇੱਕ ਵਿਚਾਰਧਾਰਾ, ਉਹ ਹਮੇਸ਼ਾ ਉਸੇ ਮੁੱਦੇ ਦੇ ਉੱਤੇ ਗੱਲ ਕਰਦੇ ਆ। ਹਾਂ, ਬਾਕੀ ਧਿਰਾਂ ਦੇ ਜੇ ਆਉਣਾ ਤੇ ਐ ਨਹੀਂ ਇਹਨਾਂ ਨੇ ਹੋਣਾ, ਬਾਕੀ ਧਿਰਾਂ ਨੂੰ ਹੀ ਲਾਗੇ ਆਉਣਾ ਪੈਣਾ ਆ। ਇਹਨਾਂ ਨੇ ਤਾਂ ਜਿੱਥੇ ਖੜੇ ਇਹਨਾਂ ਨੂੰ ਵੋਟਾਂ 5000 ਪੈਂਦੀਆਂ, 5 ਲੱਖ ਪੈਂਦੀਆਂ ਕਿ 18 ਲੱਖ ਪੈਂਦੀਆਂ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ। SGPC ਦੀ ਚੋਣ ਹਰਦੇ ਆ, ਜਿੱਤਦੇ ਆ, ਵਿਧਾਨ ਸਭਾ ਲੋਕ ਸਭਾ 'ਚ ਪਹੁੰਚਦੇ ਆ, ਨਹੀਂ ਪਹੁੰਚਦੇ, ਉਹ ਜਿੱਥੇ ਖੜੇ ਹੁੰਦੇ ਆ, ਕਿਸੇ ਦੀ ਸਹਿਮਤੀ ਹੋਵੇ ਕਿਸੇ ਦੀ ਅਸਹਿਮਤੀ, ਉਹ ਖੜ ਜਾਂਦੇ ਆ। ਪਰ ਕਿਉਂਕਿ ਮਾਹੌਲ ਵੱਖਰਾ ਹੈ, ਦੀਪ ਸਿੱਧੂ ਹੋਰਾਂ ਤੋਂ ਬਾਅਦ, ਸਿੱਧੂ ਮੂਸੇਵਾਲੇ ਹੋਰਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁੱਖ ਨਾਲ ਦੂਜੇ ਨੰਬਰ ਤੇ ਆਏ ਇਹ ਅਮਰਗੜ੍ਹ ਹਲਕੇ ਤੋਂ, ਹਾਲਾਂਕਿ ਉਹ ਵਿੱਚ ਨਹੀਂ ਪੈਂਦਾ, ਪਰ ਉਹਦੇ ਨਾਲ ਸਿਮਰਨਜੀਤ ਸਿੰਘ ਮਾਨ ਸਾਹਿਬ ਇੱਕ ਵੱਡੀ ਧਿਰ ਦੀ ਭੂਮਿਕਾ ਨਿਭਾਉਣਗੇ। ਅਕਾਲੀ ਦਲ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਆਪਣੀ ਪ੍ਰਸੰਗਿਕਤਾ ਬਣਾ ਕੇ ਰੱਖਣੀ, ਕਿਉਂਕਿ ਇਹ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ। ਉਸ ਸਥਿਤੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸਰਗਰਮੀ ਦਾ ਅਕਾਲੀ ਦਲ ਨੂੰ ਹੋਵੇ, ਕਿਉਂਕਿ ਬਾਕੀਆਂ ਨੂੰ ਤਾਂ ਬਹੁਤਾ ਹੋਣਾ ਕੀ ਹੈ। ਤੇ ਜੇ ਇਹ ਪੰਥਕ ਵੋਟਾਂ ਵੰਡੀਆਂ ਜਾਂਦੀਆਂ, ਕਿਹੜੀ ਧਿਰ ਉੱਪਰ ਕਿਹੜੀ ਧਿਰ ਥੱਲੇ ਰਹਿੰਦੀ ਆ, ਦੇਖਦੇ ਆ। ਨਹੀਂ, ਲੌਜਿਕ ਤਾਂ ਉਹਨਾਂ ਦੀ ਗੱਲ 'ਚ ਵੀ ਹੈਗਾ ਨਾ। ਉਹ ਕਹਿੰਦੇ ਵੀ ਬੰਦੀ ਸਿੱਖਾਂ ਦੀ ਜੇ ਆਪਾਂ ਗੱਲ ਕਰਦੇ ਤੇ ਮੈਂ ਤੇ ਖੁਦ ਬੰਦੀ ਰਿਹਾ ਜੀ, ਤੇ ਮੈਂ ਤਾਂ ਸਗੋਂ ਸਾਰਾ ਕੁਝ ਜਾਣਦਾ, ਤੇ ਜੇ ਤੁਸੀਂ ਮੇਰੇ ਸੰਘਰਸ਼ ਨੂੰ ਆਖੋ ਵੀ ਇਸ ਬੰਦੇ ਦਾ ਸੰਘਰਸ਼ ਹੈ ਨਹੀਂ, ਤੇ ਇਹ ਤਾਂ ਗੱਲ ਗਲਤ ਆ। ਉਹ ਮੇਰੇ ਖਿਆਲ ਕਾਫੀ ਗਰਮ ਹੀ ਸੀਗੀ ਇੱਕ ਥਾਂ ਤੇ, ਉਹਨਾਂ ਨੇ ਇਹ ਵੀ ਸ਼ਬਦ ਵਰਤ ਲਿਆ ਵੀ ਮੈਂ ਆਪਣੀ ਥਾਂ ਦੇ ਉੱਪਰ ਖੜਾ, ਤੇ ਹੁਣ ਜੇ ਤੁਸੀਂ ਮੈਨੂੰ ਆਖੋ ਵੀ ਤੂੰ ਲੀਰਾਂ ਇਕੱਠੀਆਂ ਕਰ ਲਾ, ਮੈਂ ਉਹ ਨਹੀਂ ਕਰਨੀਆਂ। ਹੁਣ ਮੇਰੇ ਖਿਆਲ ਨਾਲ ਜੇ ਇਸ ਲੈਵਲ ਤੱਕ ਉਹ ਖੜ ਗਏ ਨੇ ਤਾਂ ਮਤਲਬ ਆਪਣੇ ਸਟੈਂਡ ਤੇ ਨੇ। ਹੁਣ ਮੇਰੇ ਖਿਆਲ 23 ਤਰੀਕ ਨੂੰ ਇਲੈਕਸ਼ਨ ਆ ਨਾ ਜੀ, 21 ਤੱਕ ਪ੍ਰਚਾਰ, 23 ਤੱਕ ਇਹ ਸਾਰਾ ਕੁਝ ਇਸੇ ਤਰ੍ਹਾਂ ਚੱਲਣਾ। ਉਸ ਤੋਂ ਬਾਅਦ 26 ਨੂੰ ਜਾ ਕੇ ਪਤਾ ਲੱਗੂਗਾ ਵੀ ਸੰਗਰੂਰ ਜ਼ਿਮਨੀ ਚੋਣ ਜਿਹੜੀ ਹੈ ਉਹਦੇ ਚੋਂ ਕਿਹੜਾ ਉਮੀਦਵਾਰ ਨਿਕਲ ਕੇ ਸਾਹਮਣੇ ਆਉਂਦਾ। ਆਮ ਆਦਮੀ ਪਾਰਟੀ ਦਾ ਤੁਸੀਂ ਚਰਚਾ ਕਰਦੇ ਸੀ ਗੁਰਮੇਲ ਸਿੰਘ ਘਰਾਂਚੋ ਸਰਪੰਚ ਹੋਰਾਂ ਦਾ, ਜਿੱਦਾਂ ਇਧਰਲੇ ਪਾਸੇ ਕਾਂਗਰਸ ਨੇ ਡਿਊਟੀਆਂ ਲਾਈਆਂ, ਮਾਨ ਸਾਹਿਬ ਤਾਂ ਸਰਗਰਮੀ ਨੇ, ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਸਾਹਿਬ ਨੇ ਤਾਂ ਰੈਲੀ ਵੀ ਕਰਤੀ। ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਹੈ, ਜਰਨੈਲ ਸਿੰਘ ਜਿਹੜੇ ਕਿ ਇੰਚਾਰਜ ਨੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ, ਸਾਰੇ ਮੰਤਰੀ MLA ਉਹ ਆਉਂਦੇ ਆ, ਉਹਨਾਂ ਨੂੰ ਹੁਣ ਪਿੰਡ ਵੰਡ ਦਿੱਤੇ ਗਏ ਆ, ਵਿਧਾਨ ਸਭਾ ਹਲਕੇ ਵੰਡ ਦਿੱਤੇ ਗਏ। ਸਭ ਤੋਂ ਵੱਧ ਨੁਮਾਇੰਦਗੀ, ਯਾਨੀ ਤੁਸੀਂ ਦੇਖੋ ਕਿ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਦੇ ਹਾਂ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਇਸ ਹਲਕੇ 'ਚ ਹੁੰਦੇ ਸੀ ਉਹ ਗੈਰ ਹਾਜ਼ਰ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਨੇ ਸਭ ਤੋਂ ਵੱਧ ਨੁਮਾਇੰਦਗੀ ਸੰਗਰੂਰ ਨੂੰ ਦਿੱਤੀ ਹੋਇਆ। ਲੋਕ ਸਭਾ ਹਲਕੇ ਦੀ ਗੱਲ ਕਰਦਾ, ਮੁੱਖ ਮੰਤਰੀ ਸੰਗਰੂਰ ਲੋਕ ਸਭਾ ਹਲਕੇ ਦਾ, 2 ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਤੇ ਹਰਪਾਲ ਸਿੰਘ ਚੀਮਾ ਉਹ ਵੀ ਇੱਥੋਂ ਦੇ, ਤੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ MLA ਵੀ ਆਮ ਆਦਮੀ ਪਾਰਟੀ ਦੇ। ਸੋ ਵਿਧਾਇਕਾਂ ਦੀ ਤਾਂ ਡਿਊਟੀ ਹੈਗੀ ਹੋਈ ਆ ਕਿ ਭਾਈ ਤੁਸੀਂ ਆਪੋ ਆਪਣੇ ਹਲਕੇ ਦੇ ਵਿੱਚ ਜਿਤਾਉਣਾ ਹੈ। ਮੁੱਖ ਮੰਤਰੀ ਹੋਰਾਂ ਦੀ ਤਾਂ ਵੱਧ ਡਿਊਟੀ ਆ ਕਿ ਭਾਈ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਪਹਿਲੀ ਮੋਹਰ ਲੱਗਣੀ ਹੈ। ਤੀਸਰੇ ਪਾਸੇ ਉਹਨਾਂ ਨੇ ਬਾਕੀ ਮੰਤਰੀਆਂ ਦੀਆਂ, ਵਿਧਾਇਕਾਂ ਦੀਆਂ, ਸਾਰਿਆਂ ਦੀਆਂ ਡਿਊਟੀਆਂ ਲਾਤੀਆਂ। ਜ਼ਿਲ੍ਹਾ ਪ੍ਰਧਾਨ ਕੋਈ ਕੁਛ ਕਿ ਭਾਈ ਤੁਸੀਂ ਹੁਣ ਇੰਨੇ ਪਿੰਡ ਸਾਂਭੋ ਤੇ ਉੱਥੇ ਜਾ ਕੇ ਦੇਖੋ ਕਿ ਕੰਮ ਕਰ ਕਿੱਦਾਂ ਦਾ। ਮੁਕਾਬਲਾ ਫਸਮਾ ਹੋਊਗਾ, ਕੋਈ ਪਤਾ ਨਹੀਂ, ਕਿਉਂਕਿ 3-4 ਮਹੀਨੇ ਹੋ ਜਾਣੇ ਉਦੋਂ ਵਿਧਾਨ ਸਭਾ ਦੀ ਚੋਣ ਹੋਈ ਨੂੰ, ਪੁਲਾਂ ਥੱਲੇੋਂ ਪਾਣੀ ਬਹੁਤ ਨਿਕਲ ਚੁੱਕਿਆ। ਬਿਲਕੁਲ ਸਹੀ ਗੱਲ। ਬਾਕੀ ਦੇਖੋ ਮੇਰੇ ਖਿਆਲ ਨਾਲ ਇਹ ਤੇ ਗੱਲ ਪੱਕੀ ਆ ਵੀ ਹੁਣ
20-21 ਦਿਨ ਲਗਾਤਾਰ ਸਿਆਸਤੀ ਹੋਣੀ ਆ ਤੇ ਸਾਰੇ ਪਾਸੇ ਸਿਆਸੀ ਗੱਲਾਂ ਬਾਤਾਂ ਚੱਲਣੀਆਂ, ਪਰ ਇਹ ਸਾਰੇ ਕੁਝ ਦੇ ਵਿੱਚ ਅਜੇ ਇੱਕ ਦਿਨ ਲੰਘਿਆ ਜੀ, ਅੰਤਿਮ ਅਰਦਾਸ ਹੋਈ ਨੂੰ ਸਿੱਧੂ ਮੂਸੇਵਾਲੇ ਹੋਰਾਂ ਦੀ। ਉਹ ਜਿਹੜਾ ਮਸਲਾ ਹੁਣ ਹੌਲੀ ਹੌਲੀ ਪਿੱਛੇ ਪੈਣ ਲੱਗ ਪਿਆ, ਪਰ ਮੈਨੂੰ ਇਹ ਆ ਵੀ ਉਹ ਜੇ ਪਿੱਛੇ ਪੈ ਗਿਆ ਤੇ ਫਿਰ ਇਹ ਨਾ ਹੋਵੇ ਵੀ ਉਹ ਜਿਹੜੀ ਜਾਂਚ ਚੱਲਦੀ ਸੀ ਜਾਂ ਪੁਲਿਸ ਵੱਲੋਂ ਅਲੱਗ-ਅਲੱਗ ਥਾਵਾਂ 'ਤੇ ਛਾਪੇਮਾਰੀ ਹੁੰਦੀ ਸੀ ਉਹ ਵੀ ਕਿਤੇ ਠੰਡੀ ਹੋ ਜਾਵੇ। ਪਰ ਹੁਣ ਇਨਫੋਰਮੇਸ਼ਨ ਇਹ ਵੀ ਆਉਂਦੀ ਪਈ ਆ ਵੀ ਜਿਵੇਂ ਦਿੱਲੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਵੀ ਲਾਰੈਂਸ ਬਿਸ਼ਨੋਈ ਉਹਨਾਂ ਨੇ ਕਿਹਾ ਕਿ ਵੀ ਭਾਈ ਸਾਹਿਬ ਮੁੱਖ ਸਾਜ਼ਿਸ਼ਕਰਤਾ ਬੰਦਾ ਇਹ ਆ ਸਾਡੇ। ਬਕਾਇਦਾ ਪੀਸ ਪ੍ਰੈਸ ਕਾਨਫਰੰਸ ਕਰ। ਹਾਂ, ਹੁਣ ਜੇ ਪਹਿਲਾਂ ਉਹ ਕਹਿੰਦੇ ਸੀ ਵੀ ਨਹੀਂ, ਕਿਉਂਕਿ ਉਹ ਬੰਦਾ ਕਹਿੰਦਾ ਵੀ ਸੀ ਵੀ ਮੇਰਾ ਇਹਦੇ 'ਚ ਹੱਥ ਕੋਈ ਨਹੀਂ, ਪਰ ਹੁਣ ਜੇ ਫਾਈਨਲੀ ਉਹ ਆਣ ਕੇ ਉਹਨੇ ਕਿਹਾ ਜਾਂ ਪੁਲਿਸ ਨੇ ਕਿਹਾ ਕਿ ਵੀ ਹਾਂਜੀ ਉਹ ਬੰਦਾ ਮੁੱਖ ਸਾਜ਼ਿਸ਼ਕਰਤਾ, ਇਹਦਾ ਮਤਲਬ ਹੌਲੀ ਹੌਲੀ ਪੁਲਿਸ ਉਸ ਕੰਮ 'ਚ ਲੱਗੀ ਆ ਤੇ ਸ਼ਾਇਦ ਛੇਤੀ ਨਤੀਜੇ ਤੇ ਪਹੁੰਚੇ। ਬਿਲਕੁਲ ਜੀ, 5-6 ਬੰਦੇ ਹੋਰ ਹਿਰਾਸਤ 'ਚ ਵੀ ਲਏ ਗਏ ਆ। 2 ਬੰਦਿਆਂ ਦੇ ਉੱਤੇ ਦੋਸ਼ ਹੈ ਸ਼ਾਇਦ ਉਹਨਾਂ ਨੇ ਹਥਿਆਰ ਸਪਲਾਈ ਕੀਤੇ, 4 ਬੰਦੇ ਹੋਰ ਕਾਬੂ ਦੇ ਵਿੱਚ ਕੀਤੇ ਗਏ ਆ। ਇਹਦੇ ਤੋਂ ਇਲਾਵਾ ਇੱਕ ਰੈੱਡ ਕਾਰਨਰ ਨੋਟਿਸ ਜਿਹੜਾ ਵਿਦੇਸ਼ ਦੇ ਵਿੱਚ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ ਉਹਦੇ ਸੰਬੰਧ 'ਚ ਚਰਚਾ ਇਹ ਚੱਲਦੀ ਸੀ ਪੰਜਾਬ ਪੁਲਿਸ ਵੱਲੋਂ ਕਿ ਅਸੀਂ 19 ਤਰੀਕ ਨੂੰ ਹੀ ਪੁਰਾਣੇ 2 ਕੇਸਾਂ ਦੇ ਸੰਬੰਧ ਦੇ ਵਿੱਚ CBI ਨੂੰ ਲਿਖ ਦਿੱਤਾ ਸੀ। 29 ਨੂੰ ਕਤਲ ਹੁੰਦਾ ਸਿੱਧੂ ਮੂਸੇਵਾਲੇ ਦਾ, ਕਿ ਅਸੀਂ 10 ਦਿਨ ਪਹਿਲਾਂ ਲਿਖਤਾ ਸੀ। ਹੁਣ CBI ਵਾਲਿਆਂ ਨੇ ਸਪਸ਼ਟੀਕਰਨ ਦਿੱਤਾ ਹੈ ਬਕਾਇਦਾ ਓਫੀਸ਼ੀਅਲ। ਉਹ ਕਹਿੰਦੇ ਜੀ ਸਾਨੂੰ ਚਿੱਠੀ ਮਿਲੀ ਹੈ 30 ਨੂੰ, ਕਤਲ ਤੋਂ 1 ਦਿਨ ਬਾਅਦ, ਪਰ ਉਹਦੇ ਨਾਲ ਇੱਕ ਚਿੱਠੀ ਨੱਥੀ ਸੀ ਤੇ 19 ਤਰੀਕ ਪਈ ਸੀ। ਹੁਣ ਇਹ ਗੱਲ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ ਕਿ ਕੀ 19 ਵਾਲੀ ਚਿੱਠੀ ਅਜੇ ਭੇਜੀ ਨਹੀਂ ਸੀ ਗਈ? ਜੇ ਭੇਜੀ ਗਈ ਸੀ ਤਾਂ ਉਹਦੇ ਤੇ ਪਹਿਲਾਂ ਕਾਰਵਾਈ ਕਿਉਂ ਨਾ ਹੋਈ? ਸ਼ਾਇਦ ਬੰਦਾ ਬਚ ਜਾਂਦਾ। ਦੂਸਰਾ, ਜੇ ਨਹੀਂ ਸੀ ਭੇਜੀ ਗਈ ਤਾਂ ਕੀ ਹੁਣੀ ਨੱਥੀ ਕੀਤੀ ਗਈ ਹੈ? ਬਾਕੀ CBI ਵਾਲੇ ਨੇ ਵੀ ਕਹਿਤਾ, ਕਹਿੰਦੇ ਜੀ ਦੇਖੋ ਜਿਹੜਾ ਰੈੱਡ ਕਾਰਨਰ ਨੋਟਿਸ ਉਹਦੇ ਤੋਂ ਭਾਵ ਕਿ ਕੋਈ ਵਿਅਕਤੀ ਜਿਹੜਾ ਸਾਡੇ ਦੇਸ਼ ਦੇ ਵਿੱਚ ਕਿਸੇ ਘਟਨਾ ਦੇ ਵਿੱਚ ਲਿਪਤ ਲੱਗਦਾ, ਦੂਸਰੇ ਦੇਸ਼ 'ਚ ਰਹਿੰਦਾ, ਤੇ ਫਿਰ ਰੈੱਡ ਕਾਰਨਰ ਨੋਟਿਸ ਰਾਹੀਂ ਉੱਥੋਂ ਦੀ ਸਰਕਾਰ ਦੇ ਰਾਹੀਂ ਫਿਰ ਉਹਨੂੰ ਕਿਤੇ ਨਾ ਕਿਤੇ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਤੇ CBI ਵਾਲੇ ਕਹਿੰਦੇ ਜੀ ਅਸੀਂ ਇੰਟਰਪੋਲ ਨੂੰ ਭੇਜਤੀ ਹੈ, ਉਹ ਸਾਡਾ ਕੰਮ ਨਹੀਂ। ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜਾ ਮਸਲਾ ਹੁੰਦਾ ਇੰਟਰਪੋਲ ਦੇ ਰਾਹੀਂ ਜਾ ਕੇ ਜਿਹੜਾ ਉਹ ਸੂਤ ਆਉਂਦਾ, ਅਗਲਾ ਡਿਸੀਜਨ ਇੰਟਰਪੋਲ ਨੇ ਲੈਣਾ ਹੈ। ਚਲੋ ਜੋ ਵੀ ਆ, ਮੈਨੂੰ ਇਹ ਆ ਵੀ ਹੁਣ ਇਹ ਨਾ ਹੋਵੇ ਵੀ ਇਹ ਦੋਵੇਂ ਜੇ ਕਹ ਲਓ ਕਿ ਵੀ ਇੱਕ ਪਾਸਿਓਂ ਪੁਲਿਸ ਦੂਸਰੇ ਪਾਸਿਓਂ CBI ਜਾਂ ਅਫਸਰ ਸਾਹਿਬਾਨ ਇਸ ਚੀਜ਼ 'ਚ ਉਲਝ ਜਾਣ ਵੀ ਅਸੀਂ ਚਿੱਠੀ ਲਿਖੀ ਸੀ, ਉਹ ਕਹਿੰਦੇ ਯਾਰ ਸਾਨੂੰ ਲੇਟ ਮਿਲੀ ਆ। ਉਹਦੇ 'ਚ ਉਲਝਣ ਦਾ ਟਾਈਮ ਹੈ ਨਹੀਂਗਾ ਜੀ। ਉਹ ਹੁਣ ਇਸ ਵਕਤ ਜਿਹੜੀ ਜਾਂਚ ਪੜਤਾਲ ਉਸ ਪਾਸੇ ਤੁਰਨ ਦੀ ਲੋੜ ਆ। ਦੂਜਾ ਇੱਕ ਇਹ ਵੀ ਚਰਚਾ ਚੱਲਦੀ ਆ ਵੀ ਸ਼ਾਇਦ ਉਹ ਜਿਹੜਾ ਕੇਕੜਾ ਸੀ ਜਿਹਨੇ ਰੇਕੀ ਕੀਤੀ ਹੈ, ਹੁਣ ਕਹਿੰਦੇ ਵੀ ਸ਼ਾਇਦ ਉਹ ਮੰਨਿਆ ਵੀ 15,000 ਰੁਪਏ ਬਦਲੇ ਸਾਰਾ ਕੁਝ ਕੀਤਾ ਬੰਦੇ ਨੇ। ਸੰਧਾਲੀਆ ਸਾਹਿਬ ਦੇਖੋ, ਜਦੋਂ ਇਹ ਬਾਰ-ਬਾਰ 3 ਬੰਦੇ ਫੜੇ ਨੇ, ਇੱਕ ਜੋੜੇ ਪਿੰਡ ਵਾਲਾ ਪੱਟੀ ਨੇੜਲਾ, ਇੱਕ ਕੇਕੜਾ ਤੇ ਇੱਕ ਹੋਰ, ਤਿੰਨਾਂ ਦੇ ਪਰਿਵਾਰਾਂ ਕੋਲ ਪੱਤਰਕਾਰ ਪਹੁੰਚਿਆ ਤੇ ਤਿੰਨੇ ਪਰਿਵਾਰ ਕਹਿੰਦੇ ਜੀ ਸਾਡੇ ਵੱਲੋਂ ਜੋ ਮਰਜ਼ੀ ਕਰਦੇ, ਉਹਨਾਂ ਨੇ ਕੰਮ ਮਾੜਾ ਕੀਤਾ ਜੇ ਕੀਤਾ ਤਾਂ। ਤਿੰਨੇ ਹੀ ਮੰਨਿਆ ਕਿ ਭਾਈ ਖਾਂਦੇ ਪੀਂਦੇ ਸੀ, ਨਸ਼ਾ ਕਰਦੇ ਸੀ। ਨਸ਼ੇ ਵਾਲਾ 15,000 ਦੀ ਜਗ੍ਹਾ 1500 'ਚ ਵੀ ਕਰ ਸਕਦਾ ਜੇ ਉਹਨੂੰ ਕੋਈ ਤੋੜ ਲੱਗੀ ਆ। ਇਸ ਕਰਕੇ ਭਾਈ ਬਚਣਾ ਚਾਹੀਦਾ, ਨਹੀਂ ਤਾਂ ਕਿਉਂਕਿ ਅੰਨਾ ਹੋਇਆ ਬੰਦਾ ਆ ਚੱਲਣੋਂ ਹਟ ਜਾਂਦਾ, ਬੁੱਧੀ ਨਸ਼ਟ ਹੋ ਜਾਂਦੀ ਹੈ। ਤੇ ਜੇ ਅਜੇ ਵੀ ਅਸੀਂ ਉਧਰਲੇ ਪਾਸੇ ਨਸ਼ਿਆਂ ਵਾਲੇ ਪਾਸੇ ਤੁਰਾਂਗੇ ਫਿਰ ਤਾਂ ਇਹਨੂੰ ਮੂਰਖਤਾ ਕਹਿੰਦੇ, ਕੁਛ ਹੋਰ ਨਹੀਂ। ਬਿਲਕੁਲ ਸਹੀ। ਬਾਕੀ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।